सरदार धर्मिंदर सिंह जी ने ਜਿਹੜੀਆਂ ਸਾਰਿਆਂ ਨਾਲ ਵਿਚਾਰ ਚਰਚਾਵਾਂ ਕੀਤੀਆਂ ਲਗਭਗ ਸਾਰਿਆਂ ਦੇ ਢਿੱਡ ਦੀ ਗੱਲ ਆ ਜਿੰਨੇ ਵੀ ਆਪਾਂ ਬੈਠੇ ਆ ਕੋਈ ਅਲੋਕਾਰ ਗੱਲ ਮੈਂ ਵੀ ਨਹੀਂ ਕਰਨ ਲੱਗਿਆ ਤੁਹਾਡੇ ਢਿੱਡ ਦੀਆਂ ਗੱਲਾਂ ਕਰੂੰਗਾ ਪਰ ਕੁਝ ਮਿੱਥਾਂ ਨੇ ਜਿਹੜੀਆਂ ਤੋੜਨੀਆਂ ਬਹੁਤ ਜ਼ਰੂਰੀ ਆ ਜਿਹੜੀਆਂ ਆਪਾਂ ਆਪਣੇ ਦਿਮਾਗ ਦੇ ਵਿੱਚ ਵਸਾਈ ਬੈਠੇ ਆ ਤੇ ਉਹ ਮਿੱਥਾਂ ਤੋੜਨ ਵਾਸਤੇ ਅੱਜ ਕੁਝ ਵਿਚਾਰ ਚਰਚਾ ਕਰਾਂਗੇ ਤੁਹਾਡੇ ਨਾਲ ਤੇ ਤੁਹਾਡਾ ਹੰਕਾਰਾ ਜ਼ਰੂਰ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜਿੰਨੇ ਭਰਾ ਬੈਠੇ ਆ ਬਜ਼ੁਰਗ ਬੈਠੇ ਆ किन्ने बजुर्ग के भरा बैठे आ ਜਿਹੜੇ आपदे आप ਨੂੰ आज़ाद महसूस करते हो बांह खड़ी करो भी असीं आज़ाद हाँ ਜਿਹੜੇ गुलाम महसूस करते हो बांह खड़ी कर दो हुण जी मैं तो गुलाम आपदे आप ਨੂੰ ਮੰਨਦਾ बाई जी किन्ने गुलाम ਮੰਨਦੇ हो बापू जी किसी पासे दा खड़ जाओ तुहानूं हत्थ बन के बेनती करदे आ जे गुलामी मान लो ठीक है जां आज़ादी मान लो एक पासे होके खड़ के आपां फिर विचार चर्चा कर लईए मैं दुबारे बेनती करदा ਜਿਹੜੇ भरा गुलाम ਮੰਨਦੇ आ बाई जी वो बांह खड़ी करो गुलाम ਮੰਨਦੇ हो ਜਿਹੜੇ ਸਾਰੇ ਮੰਨਦੇ ਆ ਨਾ ਤਾਂ ਹੁਣ ਵਿਚਾਰ ਚਰਚਾ ਕੀ ਹੈ ਸ਼ੁਰੂ ਇੱਥੋਂ ਕਰਨੀ ਪਊ ਹੁਣ ਗੁਲਾਮੀ ਅਸੀਂ ਭੋਗਦੇ ਕਿਉਂ ਆ ਤੇ ਗੁਲਾਮ ਕਿਉਂ ਆ ਉਹ ਗੱਲ ਸਮਝਣੀ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਕਿਸੇ ਬਿਮਾਰੀ ਦਾ ਇਲਾਜ ਕਰਨਾ ਹੋਵੇ ਤਾਂ ਉਹ ਬਿਮਾਰੀ ਦੀ ਜਿੰਨਾ ਚਿਰ ਜੜ ਨਹੀਂ ਨਾ ਪਤਾ ਲੱਗਦੀ ਉਹਨਾਂ ਚਿਰ ਇਲਾਜ ਨਹੀਂ ਹੁੰਦਾ ਅਸੀਂ ਗੱਲ ਕਰਦੇ ਆ ਕੋਈ ਪਿੰਡ ਦੇ ਵਿੱਚ ਬਿਮਾਰ ਹੋ ਜਾਂਦਾ ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਰਦੇ ਆ ਪਿੰਡ ਵਾਲੇ ਡਾਕਟਰ ਕੋਲੇ ਵਗ ਜਾਂਦੇ ਆ RMP ਡਾਕਟਰ ਕੋਲੇ ਉਹ ਦਵਾਈਆਂ ਦੇ ਦਿੰਦਾ ਬਿਨਾਂ ਟੈਸਟ ਤੋਂ ਅਸੀਂ ਦਵਾਈ ਲੈ ਆਉਣੇ ਆ ਘਰੇ ਦੇ ਦਿੰਦੇ ਆ ਜੇ ਤਾਂ ਅਸਰ ਹੋ ਜੇ ਤੁੱਕਾ ਲੱਗ ਜੇ ਸਹੀ ਤਾਂ ਠੀਕ ਆ ਨਹੀਂ ਫਿਰ ਸ਼ਹਿਰ ਵਾਲੇ ਡਾਕਟਰ ਕੋਲੇ ਜਗਰਾਓਂ ਵਗ ਜਾਓਗੇ ਜੇ ਉਹਦੇ ਤੋਂ ਵੀ ਹਿਸਾਬ 'ਚ ਨਾ ਆਵੇ ਫਿਰ ਆਪਾਂ ਕਿੱਥੇ ਜਾਂਦੇ ਆ DMC ਤੇ ਉੱਥੇ ਡਾਕਟਰ ਫਿਰ ਪਹਿਲਾਂ ਕੀ ਕਰਦਾ ਟੈਸਟ ਕਰਾਉਂਦਾ ਤੇ ਬਿਮਾਰੀ ਪਤਾ ਕਰਦਾ ਬਿਮਾਰੀ ਕੀ ਆ ਤੇ ਫਿਰ ਇਲਾਜ ਹੁੰਦਾ ਪਰ ਉਦੋਂ ਤੱਕ ਅਸੀਂ ਮਰੀਜ਼ ਮਰਨ ਵਾਲਾ ਕਰ ਲੈਂਦੇ ਆ ਤੇ ਸਾਡੇ ਪੰਜਾਬ ਦੇ ਹਾਲਾਤ ਜਿਹੜੇ ਹੁਣ ਹੋਏ ਆ ਇਸੇ ਕਰਕੇ ਹੋਏ ਆ ਕਿ ਜਮਾ ਮਰਨ ਕਿਨਾਰੇ ਪਹੁੰਚ ਗਏ ਹੁਣ ਅਸੀਂ ਉੱਠ ਕੇ ਖੜੇ ਹੋਇਆ ਹੁਣ ਜਾ ਕੇ ਦਿੱਲੀ ਜਾ ਕੇ ਲੜਾਈ ਲੜਨ ਲੱਗ ਗਏ ਆਪਾਂ ਪਰ ਉਹ ਲੜਾਈ ਲੜ ਰਹੇ ਆ ਜਿਹੜੀ ਉਹ ਲੜਾਈ ਕਾਹਦੀ ਆ ਉਹ ਸਮਝਣੀ ਬਹੁਤ ਜ਼ਰੂਰੀ ਆ ਜਿੰਨੇ ਭਰਾ ਬੈਠੇ ਆ ਬਜ਼ੁਰਗ ਬੈਠੇ ਆ ਮੈਂ ਇੱਕ ਬੇਨਤੀ ਕਰਦਾ ਵੀ 90% ਬੰਦਿਆਂ ਦੇ ਦਿਮਾਗ 'ਚ ਅੱਜ ਵੀ ਇੱਕ ਗੱਲ ਵਸੀ ਆ ਵੀ ਸਾਡਾ ਕਣਕ ਝੋਨਾ ਨਹੀਂ ਵਿਕਣਾ ਅਸੀਂ ਇਸ ਗੱਲ ਦੇ ਮਾਰੇ ਜਾ ਕੇ ਦਿੱਲੀ ਬੈਠ ਗਏ ਬੈਠੇ ਆ ਕਿ ਨਹੀਂ ਬੈਠੇ ਜੀ ਇਹ ਗੱਲ ਸੋਚੀ ਆ ਨਾ ਦਿਮਾਗ 'ਚ ਵੀ ਕਣਕ ਝੋਨਾ ਨਹੀਂ ਵਿਕਣਾ ਪਰ ਸਾਡੀ ਲੜਾਈ ਕਣਕ ਝੋਨੇ ਦੀ ਨਹੀਂ ਹੈ ਗੱਲ ਸਮਝਣੀ ਬਹੁਤ ਜ਼ਰੂਰੀ ਆ ਅਸੀਂ ਉਨੀ ਕੁ ਸਮਝ ਲੈ ਕੇ ਤੁਰੇ ਪਰ ਅੱਜ ਕੁਦਰਤ ਤੁਹਾਡੇ ਨਾਲ ਆ ਹੁਣ ਲੜਾਈ ਕਾਹਦੀ ਬਣੀ ਆ ਇਹ ਅੱਜ ਲੜਾਈ ਉਹੀ ਬਣ ਗਈ ਜਿਹੜੀ ਸੰਤ ਭਿੰਡਰਾਂ ਨੇ ਸ਼ੁਰੂ ਕੀਤੀ ਸੀ ਆਨੰਦਪੁਰ ਦਾ ਮਤਾ ਪੜਿਆ ਬਜ਼ੁਰਗਾਂ ਨੇ ਸ਼ਾਇਦ ਪੜਿਆ ਹੋਊ ਆਨੰਦਪੁਰ ਦਾ ਮਤਾ ਸਾਰੇ ਜਾਣਦੇ ਹੋਣਗੇ ਜੀ ਤੇ ਨੌਜਵਾਨ ਵੀਰਾਂ ਨੇ ਵੀ ਬਾਈ ਪੜ੍ਹ ਲਿਆ ਹੋਊ ਆਨੰਦਪੁਰ ਦਾ ਮਤਾ ਉਹ ਮਤਾ ਕੀ ਸੀ ਉਹ ਮਤੇ ਦੇ ਵਿੱਚ ਵੀ ਕੀ ਕਿਹਾ ਗਿਆ ਸੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਮੰਗ ਕੀਤੀ ਸੀ ਇਹਦੇ ਉੱਤੇ ਕੋਈ ਮੰਗਿਆ ਨਹੀਂ ਸੀ ਨਾ ਕੋਈ ਖਾਲਿਸਤਾਨ ਦੀ ਮੰਗ ਸੀ ਰਾਜਾਂ ਦੇ ਵੱਧ ਅਧਿਕਾਰ ਮੰਗੇ ਸੀ ਤੇ ਜਿਹੜਾ ਅੱਜ ਕਿਸਾਨੀ ਅੰਦੋਲਨ ਲੜ ਰਹੇ ਆ ਇਹ ਵੀ ਸਾਡੇ ਵੱਧ ਅਧਿਕਾਰਾਂ ਦੀ ਲੜਾਈ ਬਣ ਗਿਆ ਆਪਣੇ ਆਪ ਅਸੀਂ ਨਹੀਂ ਬਣਾਇਆ ਸਾਡੀ ਸਮਝ ਤਾਂ ਇਕੱਲੀ ਕਣਕ ਝੋਨੇ ਤੱਕ ਸੀਮਤ ਸੀ ਪਰ ਇਹ ਲੜਾਈ ਕੁਦਰਤ ਨੇ ਬਣਾਤੀ ਰਾਜਾਂ ਦੇ ਵੱਧ ਅਧਿਕਾਰ ਦੀ ਪਰ ਅਸੀਂ ਹੁਣ ਬਚ ਕਿਵੇਂ ਰਹੇ ਇਹੀ ਮੰਗ ਸਾਡੀ ਉਦੋਂ ਸੀ ਪਰ ਉਦੋਂ ਸਾਡੇ ਤੇ ਇੱਕ ਠੱਪਾ ਲਾਤਾ ਏਜੰਸੀਆਂ ਨੇ ਖਾਲਿਸਤਾਨ ਦਾ ਤੇ ਜਿੰਨੇ ਬਜ਼ੁਰਗ ਬੈਠੇ ਆ ਨੌਜਵਾਨ ਬੈਠੇ ਆ ਬਾਪੂ ਜੀ ਕਿੰਨੇ ਕੁ ਬੰਦੇ ਆਪਾਂ ਖਾਲਿਸਤਾਨ ਮੰਗਦੇ ਸੀ ਸਾਡੇ ਦਿਮਾਗ 'ਚ ਖਾਲਿਸਤਾਨ ਨਹੀਂ ਸਾਡੇ ਦਿਮਾਗ 'ਚ ਖਾਲਸਾ ਰਾਜ ਆ ਜਿਹਦੇ ਵਿੱਚ 2% ਸਿੱਖ ਸੀ ਤੇ 98% ਹੋਰ ਧਰਮਾਂ ਦੇ ਲੋਕ ਰਹਿੰਦੇ ਸੀ ਪਰ ਉਹਨਾਂ ਦੇ ਹੱਕ ਹਕੂਕ ਜਿਹੜੇ ਮਹਿਫੂਜ਼ ਹੁੰਦੇ ਸੀ ਉਹਨਾਂ ਨੂੰ ਹੱਕ ਮਿਲਦੇ ਸੀ ਇਨਸਾਫ ਮਿਲਦਾ ਸੀ ਉਹਨਾਂ ਰਾਜ ਦੇ ਵਿੱਚ ਕਹਿੰਦੇ ਕੁੱਤੇ ਦੇ ਗਲ 'ਚ ਵੀ ਸੋਨੇ ਦਾ ਕੈਂਠਾ ਪਾ ਦਿੰਦੇ ਨਾ ਤੇ ਕੁੱਤਾ ਉਵੇਂ ਜ਼ਿਕਰ ਵਾਪਸ ਮੁੜ ਆਉਂਦਾ ਸੀ ਇੰਨੇ ਲੋਕਾਂ 'ਚ ਇਮਾਨਦਾਰੀ ਅਖਲਾਕ ਹੁੰਦਾ ਸੀ ਅੱਜ ਸਾਡਾ ਅਖਲਾਕ ਖਤਮ ਕੀਤਾ ਗਿਆ ਹੁਣ ਆਪਾਂ ਕਹਿ ਦਿੰਦੇ ਆ ਲੋਕ ਮਾੜੇ ਨੇ ਇੱਕ ਮਿੱਥ ਤੋੜਨੀ ਬਹੁਤ ਜ਼ਰੂਰੀ ਆ ਜਿੰਨੇ ਆਪਾਂ ਬੈਠੇ ਆ ਨਾ ਬਾਪੂ ਜੀ ਬਜ਼ੁਰਗ ਬੈਠੇ ਆ ਨੌਜਵਾਨ ਭਰਾ ਵੀ ਬੈਠੇ ਆ ਬਈ ਆਪਣੇ ਦਿਮਾਗ 'ਚ ਇੱਕ ਗੱਲ ਚੱਲੀ ਜਾਂਦੀ ਆ ਵੀ ਲੋਕ ਸੁਧਰਦੇ ਨਹੀਂ ਆਪਾਂ ਕਹਿਣੇ ਆ ਨਾ ਲੋਕ ਨਹੀਂ ਸੁਧਰਦੇ ਬਾਪੂ ਜੀ ਸਾਰਿਆਂ ਦੇ ਦਿਮਾਗ 'ਚ ਇਹ ਗੱਲ ਚੱਲਦੀ ਵੀ ਲੋਕ ਨਹੀਂ ਸੁਧਰਦੇ ਲੋਕ ਕੌਣ ਨੇ ਮੈਨੂੰ ਇਹ ਤਾਂ ਦੱਸ ਦਿਓ ਤੁਹਾਡੇ ਪਿੰਡ ਦੇ ਜਿੰਨੇ ਸੱਜਣਾ 'ਚ ਆਇਆ ਜਿੰਨੇ ਨੌਜਵਾਨ ਭਰਾ ਖੜੇ ਹੋ ਤੁਹਾਡੇ 'ਚੋਂ ਕਿੰਨੇ ਕੁ 2 ਨੰਬਰ ਦਾ ਕੰਮ ਕਰਦੇ ਆ ਬਾਈ ਜੀ ਕੋਈ ਸ਼ਰਾਬ ਵੇਚਦਾ 2 ਨੰਬਰ ਦੀ ਕੋਈ ਚਿੱਟਾ ਵੇਚਦਾ ਕੋਈ ਖੱਡਾਂ 'ਚੋਂ ਪੈਸੇ ਖਾਂਦਾ ਹੋਵੇ ਕੋਈ ਦਲਾਲਪੁਣਾ ਕਰਦਾ ਹੋਵੇ ਥਾਣੇ ਕਚਹਿਰੀਆਂ ਦਾ ਯਾਰ ਕਿੰਨੇ ਕੁ ਲੋਕ ਮਾੜੇ ਆ ਪੂਰੇ ਪਿੰਡ ਦੇ ਵਿੱਚ 10 ਤੋਂ ਵੱਧ ਬੰਦੇ ਮਾੜੇ ਨਹੀਂ ਹੋਣੇ ਤੇ 10 ਬੰਦੇ ਪੂਰੇ ਪਿੰਡ ਨੂੰ ਬਰਬਾਦ ਕਰੀ ਤੁਰੇ ਆਉਂਦੇ ਆ 5-7 ਅਕਾਲੀ ਹੋਣਗੇ 5-7 ਕਾਂਗਰਸੀ ਹੋਣਗੇ ਉਹਨਾਂ ਦੇ ਨਾਲ ਆਪਾਂ ਵੀ ਜੁੜੇ ਆਪਾਂ ਵੀ ਕਾਂਗਰਸੀ ਅਕਾਲੀ ਤੁਹਾਡੇ 'ਚੋਂ ਵੀ ਬੈਠੇ ਆ ਵਿੱਚ ਅੱਜ ਅਸੀਂ ਇੱਕ ਦੂਜੇ ਦੇ ਵਾਸਤੇ ਕੀ ਆ ਖੜੇ ਆ ਚੇਪੋ ਚੇਪ ਖੜੇ ਆ ਸ਼ਰਮ ਅਸੀਂ ਮੰਨੀ ਜਾਂਦੇ ਆ ਪਰ ਸ਼ਰਮ ਸਾਨੂੰ ਗੁਰੂ ਦੀ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਕਿੰਨੇ ਬਜ਼ੁਰਗ ਬੈਠੇ ਆ ਨੌਜਵਾਨ ਆਪਦਾ ਮਗੇ ਗੁਰੂ ਮੰਨਦੇ ਹੋ ਬਾਂਹ ਖੜੀ ਕਰਕੇ ਦੱਸੋ ਸਾਰੇ ਮੰਨਦੇ ਹੋ
ਸਾਡੇ ਗੁਰੂ ਨੇ ਬਾਈ ਜੀ ਆਪਦੀ ਸ਼ਹਾਦਤ ਦੇਤੀ, ਉਹ ਆਪਦੇ ਅੰਗ ਅੰਗ ਪੜਕੀ ਆ ਗਲੀਆਂ ਦੇ ਵਿੱਚ ਰੋਲੇ ਸਾਡਾ ਅੱਖਾਂ ਦਾ ਮੋਤੀਆ ਲਾਉਣ ਨੂੰ। ਹਲੇ ਵੀ ਅਸੀਂ ਉਹਨਾਂ ਮਗਰ ਤੁਰੇ ਫਿਰਦੇ ਆ ਯਾਰ, ਸ਼ਰਮ ਆਉਣੀ ਚਾਹੀਦੀ ਹੈ। ਅਸੀਂ ਗੁਰੂ ਦੇ ਕਾਹਦੇ ਆ। ਹੁਣ ਬਾਈ ਜੀ ਨੇ ਗੱਲ ਕੀਤੀ, ਆਪਾਂ ਗੁਰੂ ਘਰ ਆਏ ਆ, ਸਾਰੇ ਆਉਣੇ ਆ, ਸਾਰੇ ਅਰਦਾਸਾਂ ਕਰਦੇ ਆ, ਤੇ ਅਰਦਾਸਾਂ ਕੀ ਕਰੀ ਜਾਂਦੇ ਆ, ਅਸੀਂ ਗੁਰੂ ਘਰ ਅਰਦਾਸ ਕਰਦੇ ਆ ਵੀ ਜਿਹੜੇ ਗੁਰਧਾਮਾਂ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ ਜਾਣ। ਤੇ ਉਸੇ ਅਰਦਾਸ 'ਚ ਅਸੀਂ ਪਾਠੀ ਸਿੰਘ ਨੂੰ ਕਹਿ ਦਿੰਦੇ ਆ ਸਾਡੇ ਪੁੱਤ ਦੇ ਬਾਹਰਲੇ PR ਦੀ ਅਰਦਾਸ ਕਰਦੇ, ਸਾਡੇ ਪੁੱਤ ਨੂੰ ਬਾਹਰਲੀ PR ਮਿਲ ਜੇ। ਕਰਦੇ ਆ ਕਿ ਨਹੀਂ ਕਰਦੇ ਜੀ? ਕਰਦੇ ਆ ਨਾ। ਕਾਰਨ ਕੀ ਆ ਵੀ ਗੁਰੂ ਘਰ ਅਰਦਾਸ ਦੇ ਵਿੱਚ ਅਖੀਰ 'ਚ ਅਸੀਂ ਕਹਿ ਆਉਣੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਭਲਾ ਸਾਡੇ ਚੋਂ ਕੋਈ ਗੁਆਂਢੀ ਦਾ ਵੀ ਨਹੀਂ ਮੰਗਦਾ ਬਾਹਰ ਆ ਕੇ, ਜਿੰਨੇ ਬੈਠੇ ਆ। ਹੁਣ ਰੌਲਾ ਕੀ ਆ ਵੀ ਅਸੀਂ ਫਸੇ ਤਾਂ। ਹੁਣ ਅਸੀਂ ਇੱਥੇ ਅੱਜ ਇਕੱਤਰ ਹੋ ਗਏ। ਤੁਹਾਨੂੰ ਇੱਕੋ ਬੇਨਤੀ ਕਰਦਾ, ਬਾਈ ਜੀ ਨੇ ਵੀ ਧਰਮਿੰਦਰ ਜੀ ਨੇ ਵੀ ਬੇਨਤੀ ਇਹੀ ਕੀਤੀ ਆ ਵੀ ਇੱਥੋਂ ਕੁਝ ਲੈ ਕੇ ਜਾਇਓ। ਕੰਨ ਰਸ ਕੀ ਅਸੀਂ ਸਾਰੇ ਲੈਂਦੇ ਆ। ਅਸੀਂ ਬੜੇ ਦੀਵਾਨ, ਤੁਸੀਂ ਬਾਪੂ ਜੀ ਅਟੈਂਡ ਕੀਤੇ ਹੋਣਗੇ, ਬਾਬਿਆਂ ਦੇ ਦੀਵਾਨ ਲੱਗਦੇ ਆ, ਆਪਾਂ ਦੀਵਾਨਾਂ 'ਚ ਜਾਂਦੇ ਆ, ਬੜੇ ਚੰਗੇ ਬੰਦਿਆਂ ਦੀ ਜਾ ਕੇ ਸੰਗਤ ਵੀ ਕਰਦੇ ਆ, ਬੜੇ ਬਾਬੇ ਬੋਲੀ ਜਾਂਦੇ ਆ। ਮੈਂ ਕਹਿਣਾ ਵੀ ਬਾਬੇ ਜਗਾਉਂਦੇ ਤਾਂ ਬਹੁਤ ਵਧੀਆ, ਪਰ ਜਗਾ ਕੇ ਰਾਹ ਕੋਈ ਨਹੀਂ ਦਿੰਦਾ। ਇਦੋਂ ਮਾੜਾ ਪਾਪ ਕੋਈ ਨਹੀਂ ਇਹ ਕੰਮ ਕਰਨਾ। ਸਾਡੇ ਗੁਰੂ ਨੇ ਰਾਹ ਦਿੱਤਾ ਸੀ ਸਾਨੂੰ ਹਰ ਕੰਮ ਦੇ ਵਾਸਤੇ। ਤੇ ਜਿਹੜਾ ਸਾਡਾ ਗੁਰੂ ਕੀ ਅੰਦਰ ਬੈਠੇ ਆ, ਉਹਨਾਂ ਨੇ ਹਰ ਗੱਲ ਦਾ ਸਾਨੂੰ ਹੱਲ ਦਿੱਤਾ ਵਿਆ। ਪਰ ਇਹ ਬਾਬੇ ਹੱਲ ਦੀ ਗੱਲ ਨਹੀਂ ਕਰਦੇ, ਇਹ ਸਾਨੂੰ ਉੱਥੋਂ ਤੱਕ ਪਹੁੰਚਾ ਦਿੰਦੇ, ਅਖੀਰਲੀ ਪੌੜੀ ਤਾਹਾਂ ਨਹੀਂ ਚੜ੍ਹਨ ਦਿੰਦੇ। ਹੁਣ ਜਿੰਨੇ ਪੰਜਾਬ 'ਚ ਬਾਬੇ ਆ, ਜਿਹੜੇ ਵੀ ਮਰਜ਼ੀ ਬਾਬਾ ਚੱਕ ਲਓ, ਕਈ ਬੜੇ ਕ੍ਰਾਂਤੀਕਾਰੀ ਬਾਬੇ ਸਾਨੂੰ ਲੱਗਦੇ ਆ ਵੀ ਗੱਲਾਂ ਬੜੀਆਂ ਵਧੀਆ ਕਰਦਾ। ਗੱਲਾਂ ਕਰੀ ਜਾਣਗੇ, ਪਰ ਕਰਨ ਤੋਂ ਬਾਅਦ ਰਾਹ ਕਿਹੜਾ ਦਿੰਦਾ ਮੈਨੂੰ ਇਹ ਦੱਸ ਦਿਓ। ਕ੍ਰਾਂਤੀਕਾਰੀ ਬੜੇ ਬੈਠੇ ਆ, ਮੇਰੇ ਵਰਗੇ ਬੋਲਦੇ ਬਹੁਤ ਨੇ, ਫੇਸਬੁੱਕੀਏ ਵਿਦਵਾਨ ਬਹੁਤ ਨੇ, ਗੱਲਾਂ ਬਹੁਤ ਕਰਦੇ ਆ, ਅਖੀਰ ਤੇ ਜਾ ਕੇ ਰਾਹ ਕੋਈ ਨਹੀਂ ਦਿੰਦਾ। ਤੇ ਮੈਂ ਕਹਿਣਾ ਇਦੋਂ ਵੱਡਾ ਪਾਪ ਹੀ ਕੋਈ ਨਹੀਂ ਯਾਰ। ਤੁਸੀਂ ਬੰਦੇ ਨੂੰ ਸੁੱਤੇ ਨੂੰ ਉਠਾਤਾ ਤੇ ਠਾ ਕੇ ਗੇਟ ਬੰਦ ਕਰਤਾ, ਬੰਦਾ ਕੰਧਾਂ 'ਚ ਟੱਕਰਾਂ ਮਾਰ ਮਾਰ ਮਰ ਜੂ। ਇਦੋਂ ਚੰਗਾ ਸੁੱਤਾ ਹੀ ਰਹਿਣ ਦਿਓ, ਉਠਾਓ ਨਾ। ਹੁਣ ਬੜੇ ਫੇਸਬੁੱਕੀਏ ਵਿਦਵਾਨ ਆ, ਮੈਨੂੰ ਕਈ ਭਰਾਵਾਂ ਨੇ ਫੇਸਬੁੱਕ ਤੇ ਸੁਣਿਆ ਹੋਊ। ਮੈਂ ਕਹਿਣਾ ਪੰਜਾਬ ਨੂੰ ਫੇਸਬੁੱਕ ਬਰਬਾਦ ਕਰੀ ਆਉਂਦੀ ਆ। ਹੁਣ ਮੇਰੇ ਵਰਗਾ ਫੇਸਬੁੱਕ ਤੇ ਕੋਈ ਘੈਂਟ ਗੱਲ ਕਹਿਤੀ ਤਾਂ ਥੱਲੋਂ ਗੂਠੇ ਚੱਕ ਦਿੰਦੇ ਆ ਵੀ ਨਾਲ ਆ ਬਾਈ ਤੇਰੇ। ਪਰ ਉਹ ਗੱਲ ਉੱਥੋਂ ਤੱਕ ਨਾਲ ਰਹਿ ਜਾਂਦੀ ਹੈ, ਕਿਉਂਕਿ ਬੰਦੇ ਦੀ ਕੀ ਆ ਫਿਤਰਤ ਆ। ਕਿਸੇ ਕੰਮ 'ਚ ਜਦੋਂ ਆਪਾਂ ਮਾੜਾ ਜਿਹਾ ਨਾਲ ਜੁੜ ਜਾਂਦੇ, ਆਪਾਂ ਨੂੰ ਲੱਗਦਾ ਵੀ ਆਪਾਂ ਕੰਮ ਕਰਤਾ, ਆਪਦਾ ਰੋਲ ਨਿਭਾਤਾ। ਪਰ ਸਾਨੂੰ ਇਕੱਲਾ ਗੂਠੇ ਚੱਕ ਕੇ ਨਹੀਂ ਸਰਨਾ ਯਾਰ, ਸਾਨੂੰ ਇਕੱਠੇ ਹੋਣਾ ਪਊ। ਗੁਰਬਾਣੀ ਕਹਿੰਦੀ ਆ, ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ। ਗੁਰਬਾਣੀ ਤਾਂ ਕਹਿੰਦੀ ਆ ਕਿਸੇ ਦੁਬਦਾ 'ਚੋਂ ਨਿਕਲਣਾ, ਇਕੱਠੇ ਹੋ ਜਾਓ। ਤੇ ਆ ਦਿੱਲੀ ਆਪਾਂ ਇਕੱਠੇ ਹੋ ਕੇ ਬੈਠੇ ਆ। ਮੈਂ ਆਪਦੀ ਸੁਰਤ 'ਚ 3 ਇਨਕਲਾਬ ਉੱਠਦੇ ਦੇਖੇ ਤੇ ਤਿੰਨੇ ਫੇਲ ਹੁੰਦੇ ਦੇਖ ਲਏ। ਸਭ ਤੋਂ ਪਹਿਲਾਂ ਰਾਮੂ ਵਾਲੀਆ ਉੱਠਿਆ ਲੋਕ ਭਲਾਈ ਪਾਰਟੀ ਲੈ ਕੇ, ਬੜੇ ਲੋਕ ਘਰਾਂ 'ਚੋਂ ਤੁਰ ਗਏ, ਤੁਹਾਡੇ ਪਿੰਡ 'ਚੋਂ ਵੀ ਨਾਲ ਤੁਰੇ ਹੋਣਗੇ। ਤੇ ਬੰਦੇ ਮਾੜੇ ਨਹੀਂ ਹੋਣੇ ਜਿਹੜੇ ਤੁਰੇ ਹੋਣਗੇ, ਮੈਂ ਦਾਅਵਾ ਕਰਦਾ। ਉਹ ਬਦਲਾਅ ਭਾਲਦੇ ਸੀ। ਫੇਰ ਕੀ ਆ, ਮਨਪ੍ਰੀਤ ਬਾਦਲ ਆ ਗਿਆ, PPP ਪਾਰਟੀ ਲੈ ਕੇ 4 ਲੱਖ ਬੰਦਾ ਘਰੋਂ ਰੋਟੀਆਂ ਬੰਨ੍ਹ ਕੇ ਮਗਰ ਵਗ ਗਿਆ। ਮੈਂ ਵੀ ਮਗਰ ਗਿਆ ਸੀ, ਸਾਡਾ ਸਾਰਾ ਕੀ ਆ ਗਰੁੱਪ ਹੀ ਗਿਆ ਸੀ। 4 ਲੱਖ ਬੰਦਾ ਘਰੋਂ ਵਗ ਗਿਆ। ਫੇਰ ਇਨਕਲਾਬੀਏ ਆ ਗਏ ਆਮ ਆਦਮੀ ਪਾਰਟੀ ਵਾਲੇ। ਤੇ ਦਿੱਲੀ 'ਚ ਕਨੌਟ ਪਲੇਸ 'ਚ ਮੈਂ 4 ਦਿਨ ਧੁੱਪੇ ਖੜਾ ਰਿਹਾ ਤਖਤੀ ਲੈ ਕੇ। ਤਾਂ ਮੈਂ ਕਹਿਣਾ ਕੀ ਆ, ਸਾਰੇ ਅੰਦੋਲਨ ਜਿਹੜੇ ਤਿੰਨੇ ਇਨਕਲਾਬ ਆਏ, ਤਿੰਨਾਂ 'ਚ ਸਾਡੇ ਲੋਕ ਤਾਂ ਉੱਠ ਕੇ ਖੜੇ ਹੋਏ। ਲੋਕਾਂ 'ਚ ਨੁਕਸ ਕਿੱਥੇ ਆ? ਸਾਡੇ ਲੋਕ ਨਹੀਂ ਮਾੜੇ, ਆਗੂ ਮਾੜੇ ਆ। ਲੋਕ ਨਹੀਂ ਵਿਕਦੇ, ਆਗੂ ਵਿਕਦੇ ਆ। ਹੁਣ ਤਿੰਨੇ ਇਨਕਲਾਬ ਫੇਲ ਹੋ ਗਏ। ਇੱਕ ਇਨਕਲਾਬ ਆ ਜਿਹੜਾ ਮੈਂ ਕਾਮਯਾਬ ਹੁੰਦਾ ਦੇਖਿਆ ਤੇ ਹੁਣ ਤੱਕ ਚੱਲ ਰਿਹਾ। ਉਹ ਇਨਕਲਾਬ ਕਿਹੜਾ ਬਾਈ ਜੀ? ਕਿਸਾਨ ਅੰਦੋਲਨ ਆ, ਜਿਹੜਾ ਹੁਣ ਤੱਕ ਚੱਲ ਰਿਹਾ। ਤੇ ਚੱਲ ਕਿਉਂ ਰਿਹਾ? ਕਿਉਂਕਿ ਉਹਨੂੰ ਕੋਈ ਆਗੂ ਨਹੀਂ ਚਲਾਉਂਦਾ। ਪਹਿਲਾਂ ਜਿਹੜੇ 3 ਇਨਕਲਾਬਾਂ ਦੀ ਗੱਲ ਕੀਤੀ ਆ, 3 ਇਨਕਲਾਬ ਲੈ ਕੇ ਕੌਣ ਆਇਆ? ਸਿਆਸੀ ਲੋਕ ਲੈ ਕੇ ਆਏ ਜਾਂ ਕੀ ਆ ਪਲਾਂਟਡ ਬੰਦੇ ਲੈ ਕੇ ਆਏ। ਹੁਣ ਪਤਾ ਲੱਗ ਗਿਆ ਸਾਰਿਆਂ ਨੂੰ ਵੀ ਕੀ ਆ ਕੇਜਰੀਵਾਲ ਵੀ ਕਿਹਦਾ ਚਿਹਰਾ, ਸਾਰਿਆਂ ਨੂੰ ਲਗਭਗ ਸਾਬਤ ਹੋ ਗਿਆ। ਹੁਣ ਸਾਰੇ 3 ਇਨਕਲਾਬ ਬਾਹਰੋਂ ਆ ਗਏ। ਸਾਡੇ 'ਚੋਂ ਇੱਕ ਇਨਕਲਾਬ ਉੱਠਿਆ, ਉਹ ਕੱਲਾ ਧਰਨਾ ਨਹੀਂ ਦਿੱਲੀ ਵਾਲਾ ਜਿਹੜਾ ਆਪਾਂ ਲਾਈ ਬੈਠੇ ਇਨਕਲਾਬ ਆ। ਉਹ ਹੁਣ ਤੱਕ ਚੱਲ ਕਿਉਂ ਰਿਹਾ? ਕਿਉਂਕਿ ਉਹਨੂੰ ਕੋਈ ਆਗੂ ਨਹੀਂ ਚਲਾਉਂਦਾ। ਕਹਿਣ ਨੂੰ ਜਿਹੜੇ ਮਰਜ਼ੀ ਕਹੀ ਜਾਣ, ਦੰਗ ਜੇ ਮਾਰੀ ਜਾਣ, ਉਹਨੂੰ ਚਲਾ ਕੌਣ ਰਿਹਾ? ਹੁਣ ਚਡੂਨੀ ਸਾਹਿਬ ਨੇ ਇੱਕ ਬਿਆਨ ਦਿੱਤਾ, ਕਹਿੰਦੇ ਸਾਡਾ ਇੱਕਾ ਉੱਕਾ ਕੋਈ ਨਹੀਂ। ਅਸੀਂ ਅੱਜ ਨੂੰ ਵਿਕ ਜਾਂਦੇ ਜਾਂ ਭੱਜ ਜਾਂਦੇ। ਅਸੀਂ ਭੱਜਦੇ ਕਿਉਂ ਨਹੀਂ? ਕਿਉਂਕਿ ਜਿਹੜੇ ਕਹਿੰਦੇ ਟਰਾਲੀਆਂ 'ਚ ਯੋਧੇ ਬੈਠੇ, ਉਹਨਾਂ ਦੇ ਛਿੱਤਰਾਂ ਤੋਂ ਡਰਦੇ ਮਾਰੇ ਨਹੀਂ ਵਿਕਦੇ। ਇਸ ਗੱਲ ਨਾਲ ਸਹਿਮਤ ਹੋ ਸਾਰੇ? ਤਾਂ ਹੁਣ ਗੱਲ ਸਮਝੋ ਵੀ ਜੇ ਛਿੱਤਰ ਵਾਲਾ ਕਰੜਾ ਹੋਵੇ, ਆਗੂ ਨਹੀਂ ਵਿਕ ਸਕਦਾ। ਅਸੀਂ ਕਦੇ ਛਿੱਤਰੀ ਨਹੀਂ ਕਰੜਾ ਕੀਤਾ, ਅਸੀਂ ਹਰੇ। ਤਾਂ ਮੈਂ ਬੇਨਤੀ ਕਰਦਾ, ਮੈਂ ਦੱਸਣਾ ਚਾਹੁੰਦਾ ਬਾਈ ਜੀ, ਮੈਂ ਆਪਦਾ ਨਸ਼ੇ ਨਾਲ ਗਵਾਲਿਆ ਤੇ 15-16 ਸਾਲ ਇੱਕ ਨਸ਼ੇ ਦੇ ਖਿਲਾਫ ਲੜਾਈ ਲੜੀ, ਆਰ ਪਾਰ ਦੀ ਲੜਾਈ ਲੜਦੀ। ਬਹੁਤ ਕੁਝ ਹੋਇਆ। ਲੜਾਈ ਲੜਨ ਤੋਂ ਬਾਅਦ ਅੱਜ ਕੀ ਆ 15 ਸਾਲ ਹੋ ਗਏ ਲੜਦਿਆਂ ਨੂੰ, ਤੇ ਨਸ਼ਾ 15 ਗੁਣਾ ਹੋ ਗਿਆ। ਸਾਡਾ ਰਿਜ਼ਲਟ 0 ਆ, ਡੱਕਾ ਫਾਇਦਾ ਨਹੀਂ ਹੋਇਆ। ਅਸੀਂ ਕਰਦੇ ਕੀ ਸੀ? ਨਾਟਕ ਮੇਲੇ ਕਰਦੇ ਸੀ ਬਾਈ ਪਿੰਡਾਂ 'ਚ।
जाके उत्थे की आ स्कूलों के विच जाके बच्चों को समझाउण लग जाते, रैलियां करते बड़ियां बड़ियां, सारा कुछ करके देख लिया, डक्का असर क्यों नहीं होया? क्योंकि सानू जिहड़े लोग हराउण ते लगे हुए आ वो सारे अड अड पार्टियां 'च होके इकट्ठे आ, ते असीं जिन्हां दीयां दुख तकलीफां साझीਆਂ, वट्टां साझीਆਂ, कंधां साझीਆਂ, असीं इकट्ठे नहीं हुंदे। असीं उन्हां पिछे डले खड़काउणे, वो पैग इकट्ठे खड़काउंदे आ। सहमत हो सारे इस गल नाल बाई जी जिन्ने बैठे आ? ਆਪਾਂ ਸਾਰਾ ਕੁਝ ਸਮਝੀ ਖੜੇ ਆ। ਹੁਣ ਪੰਜਾਬ 'ਚ ਲੜਨ ਵਾਲਿਆਂ ਦੀ ਕਮੀ ਨਹੀਂ ਬਾਈ, ਲੜਨ ਵਾਲੇ ਬਹੁਤ ਆ। ਹੁਣ ਅਸੀਂ ਨਸ਼ੇ ਖਿਲਾਫ ਕੋਈ ਬਾਹਲੇ ਘੈਂਟ ਨਹੀਂ, ਪੰਜਾਬ 'ਚ ਧੀਂਗ ਤੋਂ ਧੀਂਗ ਲੋਕ ਬੈਠੇ ਆ। ਇਸੇ ਤਰ੍ਹਾਂ ਮਾਈਨਿੰਗ ਦੇ ਖਿਲਾਫ, ਰੇਤ ਮਾਫੀਏ ਦੇ ਖਿਲਾਫ ਲੋਕ ਲੜਨ ਵਾਲੇ ਆ, ਸ਼ਰਾਬ ਮਾਫੀਏ ਖਿਲਾਫ ਲੜਨ ਵਾਲੇ ਆ। ਠੀਕ ਹੈ, ਹੁਣ ਲੜਨ ਵਾਲੇ ਬਹੁਤ ਆ, ਪਰ ਲੜਨ ਵਾਲੇ ਇਕੱਲੇ ਇਕੱਲੇ ਲੜੀ ਜਾਂਦੇ ਸੀ। ਤੇ 2.5 ਸਾਲ ਪਹਿਲਾਂ ਇੱਕ ਹੋਕਾ ਦਿੱਤਾ ਸਾਰੇ ਪੰਜਾਬ 'ਚ ਵੀ ਕਿਹਾ ਕਰਨਾ ਲੋੜੀਏ ਨਾ, ਤੇ ਸੈਮੀਨਾਰ ਕਰਾਇਆ ਮੋਗੇ ਜ਼ਿਲ੍ਹੇ 'ਚ ਖੋਸਾ ਪਾਂਡੋ ਗੁਰੂ ਘਰ ਦੇ ਵਿੱਚ। ਪੰਜਾਬ 'ਚੋਂ ਸੱਦਾ ਦਿੱਤਾ ਵੀ ਜਿਹੜਾ ਪੰਜਾਬ ਦਾ ਦਰਦ ਰੱਖਦਾ ਬਈ ਯਾਰ ਇੱਕ ਵਾਰੀ ਆ ਜਿਓ। 1000 ਬੰਦਾ ਆਇਆ, 200 ਦੇ ਕਰੀਬ ਉੱਥੇ NGO ਕਲੱਬ ਵੀ ਸ਼ਾਮਲ ਹੋਏ। ਤਾਂ ਸਾਰੇ ਲੋਕ ਜਦੋਂ ਇਕੱਠੇ ਹੋ ਗਏ 2 ਦਿਨ ਉੱਥੇ ਕੀ ਆ ਰਿੜਕੇ ਪੰਜਾਬ ਦੇ ਮਸਲੇ ਵੀ ਹੱਲ ਕੀ ਆ, ਤੇ ਉਹ ਹੱਲ ਤੁਹਾਡੇ ਨਾਲ ਅੱਜ ਸਾਂਝਾ ਕਰਨਾ। ਉਹ ਮੇਰੀ ਇਕੱਲੇ ਦੀ ਸਮਝ ਨਹੀਂ, 1000 ਬੰਦੇ ਦੀ ਸਮਝ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਨਾ ਆ। ਹੁਣ ਉਹ ਸਮਝ ਤਿਆਰ ਕੀਤੀ, ਤਿਆਰ ਕਰਕੇ 11 ਨਿਕਾਤੀ ਪ੍ਰੋਗਰਾਮ ਬਣਾਇਆ, ਜਿਹਨੂੰ ਲੈ ਕੇ ਪਿੰਡਾਂ 'ਚ ਨਿਕਲਣਾ ਸ਼ੁਰੂ ਕੀਤਾ ਤੇ 2 ਚੀਜ਼ਾਂ ਦੇ ਕੰਮ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਤੇ ਸਮਝ ਬਣਾਈ ਗਈ ਕਿ ਪੰਜਾਬ ਦੇ ਲੋਕਾਂ ਨੂੰ ਮਾਲਕ ਹੋਣ ਦਾ ਅਹਿਸਾਸ ਕਰਾਇਆ ਜਾਵੇ। ਹੁਣ ਅਸੀਂ ਜਿੰਨੇ ਬੈਠੇ ਅਸੀਂ ਪੰਜਾਬ ਦੇ ਮਾਲਕ ਹਾਂ। ਹੁਣ ਜੇ ਮਾਲਕ ਨੂੰ ਕੰਮ ਦੀ ਜਾਂਚ ਹੈ ਨਹੀਂ, ਉਹ ਨੌਕਰ ਤੋਂ ਬਾਈ ਜੀ ਕੰਮ ਲੈ ਸਕਦਾ? ਬਾਪੂ ਜੀ, ਜੇ ਮਾਲਕ ਨੂੰ ਕੰਮ ਨਹੀਂ ਆਉਂਦਾ ਨੌਕਰ ਤੋਂ ਨਹੀਂ ਕੰਮ ਲੈ ਸਕਦਾ। ਮਾਲਕ ਆਪਾਂ ਨੂੰ ਨੌਕਰ ਤੋਂ ਕੰਮ ਹੀ ਨਹੀਂ ਲੈਣਾ ਆਉਂਦਾ। ਹੁਣ ਮਾਲਕ ਕਿਵੇਂ? ਬਾਈ ਜੀ ਨੇ ਦੱਸ ਹੀ ਦਿੱਤਾ। ਮੈਂ ਕਹਿੰਦਾ ਬਾਦਲ 5.25 ਲੱਖ ਪੈਨਸ਼ਨ ਲੈਂਦਾ, ਭੱਠਲ 3.5 ਲੱਖ ਲੈਂਦੀ ਆ, ਇਹ ਕੈਪਟਨ ਕੇ ਵੀ ਸਾਰੇ ਲੈਂਦੇ ਆ, ਆਪ ਵਾਲੇ ਵੀ ਲੈਣ ਲੱਗ ਜਾਣਗੇ। ਇਹ ਤਨਖਾਹਾਂ ਇਹਨਾਂ ਨੂੰ ਜਾਂ ਜਿਹੜੀਆਂ ਪੈਨਸ਼ਨਾਂ ਮਿਲਦੀਆਂ ਦਿੰਦਾ ਕੌਣ ਆ? ਬਾਪੂ ਜੀ ਬਾਦਲ ਨੂੰ ਪੈਨਸ਼ਨ ਕੌਣ ਦਿੰਦਾ? ਤੁਸੀਂ ਦਿੰਦੇ ਹੋ? ਬਾਦਲ ਨੂੰ ਪੈਨਸ਼ਨ ਤੁਸੀਂ ਦਿੰਦੇ ਹੋ? ਦਿੰਦੇ ਹੋ ਨਾ। ਹੁਣ ਕਈ ਕੀ ਆ ਬੰਦੇ ਸਮਝ ਲੈਂਦੇ ਆ, ਬਜ਼ੁਰਗ ਜਿਹੜੇ ਵਿਚਾਰੇ ਦਿਹਾੜੀਦਾਰ ਬੰਦੇ ਆ, ਕਹਿੰਦੇ ਵੀ ਅਸੀਂ ਕਿਹੜਾ ਪੈਨਸ਼ਨ ਦਿੰਦੇ ਆ। ਮੈਂ ਪੁੱਛ ਲੈਣਾ ਚਾਹ ਪੀ ਕੇ ਆਏ ਹੋ? ਕਹਿੰਦੇ ਕਿਵੇਂ? ਮੈਂ ਕਿਹਾ ਮੈਂ ਸੁਸਤੀ ਕਰਕੇ ਨਹੀਂ ਪੁੱਛਦਾ, ਚਾਹ 'ਚ ਖੰਡ ਪੈਂਦੀ ਆ, ਪੱਤੀ ਪੈਂਦੀ ਆ। ਸਵੇਰ ਤੋਂ ਲੈ ਕੇ ਆਥਣ ਤੱਕ ਜਿੰਨਾ ਘਰੇ ਸਮਾਨ ਵਰਤਦੇ ਆ, ਖੰਡ, ਪੱਤੀ, ਨੂਣ, ਤੇਲ, ਸ਼ੈਂਪੂ ਜਿਹੜਾ ਵੀ ਵਰਤਦੇ ਆ, ਮਰੇ ਦੇ ਕੱਫਣ 'ਚੋਂ ਵੀ 100 ਰੁਪਏ 'ਚੋਂ 23 ਰੁਪਏ ਸਰਕਾਰ ਲੈ ਜਾਂਦੀ ਆ ਮਰੇ ਦੇ ਕੱਫਣ 'ਚੋਂ। ਉਹ ਪੈਸੇ ਨਾਲ ਫਿਰ ਸਾਡਾ ਕੀ ਕੀਤਾ ਜਾਂਦਾ? ਸਾਨੂੰ ਇੱਕ ਬੁਰਕੀ ਪਾ ਕੇ, ਉਹ ਵੀ ਸਾਡੇ ਗਰੀਬ ਜਿਹੜੇ ਭਰਾ ਬੈਠੇ ਆ ਮਜ਼ਦੂਰ, ਉਹਨਾਂ ਨੂੰ ਪਾਈ ਜਾਂਦੀ ਹੈ। ਤੇ ਸਭ ਤੋਂ ਵੱਧ ਜਿਹੜੇ ਆਪਾਂ ਬੈਠੇ ਆ ਨਾ, ਆਹ ਸਭ ਤੋਂ ਵੱਧ ਬਾਈ ਜੀ ਜਿਹੜਾ ਮੱਧ ਵਰਗ ਆ, ਅਸੀਂ ਲੁੱਟੇ ਜਾਂਦੇ ਆ, ਸਾਨੂੰ ਮਿਲਦਾ ਵੀ ਟੱਕਾ ਨਹੀਂ, ਸਾਨੂੰ ਮਿਲਦਾ ਕੁਝ ਨਹੀਂ। ਉਸ ਗਰੀਬ ਵਰਗ ਨੂੰ ਥੋੜਾ ਜਿਹਾ ਦੇ ਕੇ, ਲਾਲਚ ਦੇ ਕੇ, ਠੀਕ ਹੈ, ਬਾਕੀ ਸਾਰਾ ਆਪਦੇ ਢਿੱਡ ਭਰੇ ਜਾਂਦੇ ਆ। ਕਿਵੇਂ ਭਰੇ ਜਾਂਦੇ ਆ? ਮੈਂ ਇੱਕ ਨੁਕਤੇ ਦੀ ਗੱਲ ਕਰਦਾ। ਹੁਣ ਸਾਨੂੰ ਜਦੋਂ ਕੁਝ ਮੰਗ ਲੈਂਦੇ ਆ, ਸਾਨੂੰ ਕਹਿ ਦਿੰਦੇ ਆ ਖਜ਼ਾਨਾ ਖਾਲੀ ਆ। ਹੁਣ ਇੱਕੋ ਨੁਕਤਾ ਦੱਸਦਾ, 11 ਨਿਕਾਤੀ ਪ੍ਰੋਗਰਾਮ 'ਚ ਤਿਆਰ ਕੀਤਾ ਸੀ ਵੀ ਖਜ਼ਾਨਾ ਭਰੂਗਾ ਕਿਵੇਂ, ਸਾਨੂੰ ਪਤਾ ਹੋਣਾ ਚਾਹੀਦਾ। ਸਾਡੇ ਆਮਦਨ ਦੇ 4 ਸਾਧਨ ਆ, ਰੇਤਾ ਬਜਰੀ ਆ, ਸ਼ਰਾਬ ਆ, ਟਰਾਂਸਪੋਰਟ ਆ, ਬਿਜਲੀ ਆ। ਜੇ ਚਾਰੇ ਚੀਜ਼ਾਂ ਸਰਕਾਰੀ ਹੋ ਜਾਣ ਸਾਨੂੰ ਕੁਝ ਕਰਨ ਦੀ ਲੋੜ ਨਹੀਂ, ਇੰਨੀ ਆਮਦਨ ਆ ਪੰਜਾਬ 'ਚ। ਰੇਤਾ ਬਜਰੀ ਦੀ ਲੁੱਟ ਸੁਣ ਲਓ ਕਿੰਨੀ ਆ ਪੰਜਾਬ 'ਚ। 1008 ਕਰੈਸ਼ਰ ਆ। ਇੱਕ ਕਰੈਸ਼ਰ ਦਾ ਉਤਪਾਦਨ ਕਿੰਨਾ? ਰੋਜ਼ ਦੇ 100 ਟਰੱਕ ਬਜਰੀ ਦੇ ਕੱਢ ਸਕਦਾ। ਆਪਾਂ 100 ਛੱਡ ਕੇ ਮੰਨ ਕੇ ਚਲੋ 50 ਨਿਕਲਦੇ ਆ, ਹੁਣ ਸੜਕਾਂ ਬਣ ਗਈਆਂ। ਜੇ 50 ਵੀ ਮੰਨ ਕੇ ਚੱਲੀਏ, ਰੋਜ਼ ਦੇ 50,000 ਟਰੱਕ ਬਜਰੀ ਦੇ ਨਿਕਲਦੇ ਆ, ਤੇ ਇੱਕ ਟਰੱਕ ਜਿਹੜਾ ਬਜਰੀ ਦਾ, ਉਹਦੇ 6,000 ਰੁਪਇਆ ਗੁੰਡਾ ਪਰਚੀ ਆ, ਗੁੰਡਾ ਟੈਕਸ। 30 ਕਰੋੜ ਰੁਪਇਆ ਇਕੱਲਾ ਗੁੰਡਾ ਟੈਕਸ ਲਿਆ ਜਾਂਦਾ। ਇੱਕ ਬੱਠਲ ਅਸੀਂ ਬਜਰੀ ਦਾ ਪਾਉਣੇ ਆ ਬਾਪੂ ਜੀ, ਨਾਲ 3 ਬਰੇਤੀ ਦੇ ਪੈਂਦੇ ਆ ਕਿ ਨਹੀਂ ਪੈਂਦੇ? ਤੇ ਸਾਰਾ ਜੋੜ ਦਈਏ 100 ਕਰੋੜ ਇੱਕ ਦਿਨ ਦਾ ਲੁੱਟਿਆ ਜਾਂਦਾ। ਤੇ ਲੁੱਟਣ ਵਾਲੇ ਆਪਾਂ ਵਿਧਾਨ ਸਭਾ ਦੀਆਂ ਪੌੜੀਆਂ ਚੜਾਤੇ। ਹੁਣ ਬਿੱਲੇ ਨੂੰ ਦੁੱਧ ਦੀ ਰਾਖੀ ਬਿਠਾ ਦਿਓਗੇ, ਮਲਾਈ ਆਜੂ? ਆਪਾਂ ਬਿੱਲੇ ਦੁੱਧ ਦੀ ਰਾਖੀ ਬਿਠਾਉਣੇ ਆ ਕਿ ਨਹੀਂ ਬਿਠਾਉਂਦੇ? ਹੁਣ ਸ਼ਰਾਬ ਦੀ ਆਮਦਨ ਕਿੰਨੀ ਆ? 5200 ਕਰੋੜ। ਤੇ ਤਮਿਲਨਾਡੂ 'ਚ ਤੀਜੇ ਹਿੱਸੇ ਬੰਦੇ ਸ਼ਰਾਬ ਪੀਂਦੇ ਆ, 36,000 ਕਰੋੜ ਆ। ਸਾਡੇ ਨਾਲੋਂ ਤੀਜੇ ਹਿੱਸੇ ਬੰਦੇ ਸ਼ਰਾਬ ਪੀਂਦੇ ਆ, ਗੁਰਦੇ ਅਸੀਂ ਗਾਲਦੇ ਆ। ਤੁਹਾਡੇ ਪਿੰਡ 'ਚ ਸ਼ਰੇਆਮ 2 ਨੰਬਰ ਦੀ ਸ਼ਰਾਬ ਵਿਕਦੀ ਆ ਇਸ ਪਿੰਡ 'ਚ। ਇੱਥੇ ਇਕੱਲੇ ਨਹੀਂ ਵਿਕਦੀ, ਪੂਰੇ ਪੰਜਾਬ 'ਚ ਹੀ ਵਿਕਦੀ ਆ। ਉਹ ਕੋਈ ਬਾਹਰੋਂ ਨਹੀਂ ਆਉਂਦੀ, 2 ਨੰਬਰ 'ਚ ਵੇਚਦੇ ਆ। ਉਹ ਇਹੀ ਵੇਚਦੇ ਆ ਜਿਹੜੇ ਵਿਧਾਨ ਸਭਾ ਬੈਠੇ ਆ, ਉਹਦੇ ਟੈਕਸ ਨਹੀਂ ਦਿੰਦੇ। ਹੁਣ ਕਿੱਡਾ ਕੁ ਕੰਮ ਆ, ਡਿਸਟਿਲਰੀਆਂ ਕਿੰਨੀਆਂ ਕੁ ਜਿੱਥੇ ਸ਼ਰਾਬ ਬਣਦੀ ਆ, ਇਕੱਲੇ ਕੈਮਰੇ ਫਿੱਟ ਕਰਨੇ ਆ। ਉੱਥੇ 10 ਟਰੱਕ ਨਿਕਲਦੇ ਆ, ਇੱਕ ਦਾ ਟੈਕਸ ਪੈਂਦਾ 9 2 ਨੰਬਰ 'ਚ ਕੱਢ ਕੇ ਵੇਚੇ ਜਾਂਦੇ ਆ। ਕਿੱਡਾ ਕੁ ਕੰਮ ਆ ਉਹਦੇ ਚੈੱਕ ਰੱਖਣਾ? ਕੰਮ ਕੋਈ ਔਖਾ ਨਹੀਂ। ਇਹ ਚਾਰੇ ਚੀਜ਼ਾਂ ਜੇ ਸਰਕਾਰੀ ਹੋ ਜਾਣ, ਸਾਨੂੰ ਟੈਕਸਾਂ ਤੋਂ ਸਾਰਿਆਂ ਤੋਂ ਨਿਜਾਤ ਮਿਲ ਜੇ। ਪਰ ਰੌਲਾ ਕੀ ਆ ਵੀ ਮਾਲਕ ਸੁੱਤਾ ਪਿਆ। ਹੁਣ ਤੁਹਾਨੂੰ ਮੈਂ ਬੇਨਤੀ ਕਰਦਾ ਵੀ ਮੰਨ ਕੇ ਚੱਲੋ
ਵੀ ਚੋਰ ਤੁਹਾਡੇ ਘਰੇ ਚੋਰੀ ਕਰਨ ਆ ਗਿਆ ਤੇ ਤੁਸੀਂ ਸੁੱਤੇ ਪਏ ਹੋ ਤਾਂ ਚੋਰ ਚੋਰੀ ਕਰਕੇ ਮੁੜ ਜੂਗਾ ਜੇ ਸੁੱਤੇ ਰਹਿ ਗਏ। ਜੇ ਤੁਸੀਂ ਜਾਗਦੇ ਬੈਠੇ ਹੋ ਤੇ ਚੋਰ ਚੋਰੀ ਕਰਨ ਆ ਗਿਆ, ਮੈਨੂੰ ਇਹ ਦੱਸੋ ਬਾਪੂ ਜੀ, ਚੋਰ ਚੋਰੀ ਕਰ ਜੂ? ਚੋਰ ਚੋਰੀ ਕਰ ਜੂ ਜੀ ਜੇ ਜਾਗਦੇ ਬੈਠੇ ਹੋ? ਹੁਣ ਆਪਾਂ ਜਾਗਦੇ ਬੈਠੇ ਆ, ਹੁਣ ਚੋਰ ਕੌਣ ਆ? ਕਾਰਪੋਰੇਟ ਚੋਰ ਸੀ, ਉਹ ਚੋਰੀ ਕਰਨ ਆ ਗਿਆ। ਸਾਡੇ ਕੁੱਤੀ ਚੋਰਾਂ ਨਾਲ ਰਲ ਗਈ। ਕੁੱਤੀ ਕੌਣ ਆ? ਸਾਡੇ ਲੀਡਰ ਨੇ। ਸਾਡੀ ਹਿਫਾਜ਼ਤ ਵਾਸਤੇ ਰੱਖਦੇ ਆ ਅਸੀਂ ਉਹਨਾਂ ਨੂੰ, ਪਾਲਦੇ ਅਸੀਂ ਆ, ਸਾਡੇ ਕੋਲੋਂ ਤਨਖਾਹਾਂ ਲੈਂਦੇ ਆ, ਠੀਕ ਹੈ ਨਾ। ਉਹ ਸਾਡੀ ਹਿਫਾਜ਼ਤ ਤੇ ਰੱਖੇ ਹੋਏ ਸੀਗੇ। ਉਹ ਕੁੱਤੀ ਸਾਡੀ ਚੋਰਾਂ ਨਾਲ ਰਲ ਗਏ, ਉਹ ਕੁੱਤੀ ਨੂੰ ਬੁਰਕੀ ਪਾਤੀ ਉਹਨਾਂ ਨੇ, ਥੋੜਾ ਟੁੱਕ ਸਿੱਟਤਾ। ਟੁੱਕ ਕਿਵੇਂ ਸਿੱਟਤਾ ਤੁਸੀਂ ਸਾਰਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਇੱਕ ਅਹਿਮ ਗੱਲ ਆ, ਬੜੀ ਬੇਸ਼ਰਮੀ ਦੀ ਹੱਦ ਲਾਤੀ ਮੋਦੀ ਸਰਕਾਰ ਨੇ। ਇਹਨਾਂ ਨੇ ਇੱਕ ਕਾਨੂੰਨ ਬਣਾਤਾ ਜੀ, ਕਹਿੰਦੇ ਬੌਂਡ ਜਾਰੀ ਕਰਤੇ, ਪੋਲੀਟੀਕਲ ਪਾਰਟੀਆਂ ਦੇ ਵੀ ਜਿਹੜੇ ਕਾਰਪੋਰੇਟ ਨੇ ਉਹ ਖਰੀਦ ਸਕਦੇ ਆ ਵੋਟਾਂ ਦੇ ਪੈਸਾ, ਕਾਰਪੋਰੇਟ ਲਾਉਣ ਲੱਗ ਗਏ। ਬਿਹਾਰ ਇਲੈਕਸ਼ਨ ਦੇ ਵਿੱਚ 700 ਕਰੋੜ ਰੁਪਈਆ ਬੀਜੇਪੀ ਨੂੰ ਫੰਡ ਦਿੱਤਾ ਕਾਰਪੋਰੇਟਾਂ ਨੇ। 2727 ਕਰੋੜ ਰੁਪਈਆ ਕਾਰਪੋਰੇਟਾਂ ਨੇ ਮੋਦੀ ਨੂੰ ਕਿਹਾ, ਉਹਦੇ ਬੌਂਡ ਖਰੀਦੇ ਆ ਬੀਜੇਪੀ ਦੇ। ਪਹਿਲਾਂ ਜਦੋਂ ਸਰਕਾਰਾਂ ਬਣਦੀਆਂ ਸੀ ਬਾਪੂ ਜੀ, ਤੁਸੀਂ ਪਿੰਡਾਂ 'ਚੋਂ ਵੀ 10-10 ਰੁਪਏ ਫੰਡ ਪਾਉਂਦੇ ਸੀ, ਉਹਦੇ ਨਾਲ ਕੀ ਆ ਮਿਨਿਸਟਰ ਬਣ ਜਾਂਦੇ ਸੀ ਸਾਡੇ ਰੁਪਈਏ ਨਾਲ। ਹੁਣ ਅਗਲਿਆਂ ਦੇ ਰੁਪਈਏ ਨਾਲ ਜਿਹੜਾ ਮੰਤਰੀ ਬਣੂ ਉਹ ਤੁਹਾਡਾ ਸੋਚੂਗੇ, ਉਹਦਾ ਸੋਚੂ? ਇਹ ਦੱਸੋ। ਸ਼ਰਮ ਹੀ ਲਾਤੀ ਬਿਲਕੁਲ, ਜਮਾ ਸਿੱਧਾ ਹੀ ਕੰਮ ਕਰਤਾ, ਕਾਰਪੋਰੇਟਾਂ ਤੋਂ ਫੰਡ ਲਓ। ਹੁਣ ਉਹਦੇ ਤੇ ਕੀ ਉਹਨਾਂ ਨੇ ਛੋਟਾਂ ਬਹੁਤ ਦੇਤੀਆਂ। ਛੋਟਾਂ ਕਿਵੇਂ ਦੇਤੀਆਂ ਪਤਾ ਹੀ ਆ? 7 ਲੱਖ ਕਰੋੜ ਰੁਪਈਏ ਦਾ ਮਾਫੀ ਕਰਤਾ ਉਹਨਾਂ ਨੂੰ ਕਰਜ਼ਾ। ਕਿਉਂ ਕੀਤਾ? ਕਿਉਂਕਿ ਉਹਨਾਂ ਦੇ ਕੀ ਆ ਪੈਸੇ ਲੱਗਦੇ ਆ। ਹੁਣ ਸਮਝੋ ਗੱਲ ਵੀ ਚੋਰ ਆ ਗਿਆ, ਕੁੱਤੀ ਚੋਰਾਂ ਨਾਲ ਰਲ ਗਈ ਪਰ ਮਾਲ ਕੁੱਟ ਖੜਾ। ਹੁਣ ਤੁਸੀਂ ਕੀ ਆ ਉੱਠੇ ਵੇ ਹੋ, ਸਾਰੇ ਜਾਗਦੇ ਬੈਠੇ ਹੋ। ਆਪਾਂ ਕੀ ਕਰਦੇ ਆ ਜਦੋਂ ਚੋਰ ਚੋਰੀ ਕਰਨ ਆ ਗਿਆ? ਆਪਾਂ ਕੀ ਕਰਦੇ ਹੁੰਦੇ ਆ? ਰੌਲਾ ਹੀ ਪਾਉਣੇ ਆ ਨਾ, ਚੋਰ ਘਰੇ ਆ ਜੇ ਜਾਗਦੇ ਹੋਗੇ, ਚੋਰ ਚੋਰ ਚੋਰ, ਤਾਂ ਆਂਢੀ ਗੁਆਂਢੀ ਉੱਠ ਖੜਦੇ ਆ। ਉਹੀ ਵਰਤਾਰਾ ਵਾਪਰਿਆ। ਅਸੀਂ ਰੌਲਾ ਪਾਤਾ, ਆਂਢੀ ਗੁਆਂਢੀ ਉੱਠ ਖੜੇ। ਹਰਿਆਣਾ ਉੱਠ ਖੜਾ, ਰਾਜਸਥਾਨ ਉੱਠ ਖੜਾ, ਯੂਪੀ ਉੱਠ ਖੜਾ, ਮਹਾਰਾਸ਼ਟਰ ਵੀ ਉੱਠ ਖੜਾ। ਸਾਰੇ ਜਦੋਂ ਰਾਜ ਉੱਠ ਖੜੇ, ਆਂਢੀ ਗੁਆਂਢੀ ਉੱਠ ਖੜੇ। ਹੁਣ ਚੋਰ ਭੱਜੂਗਾ, ਚੋਰ ਭੱਜੂਗਾ। ਹੁਣ ਇਹ ਗੱਲ ਸਮਝੋ। ਮੈਂ ਕਹਿੰਦਾ ਵੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਨਾ, ਉਹਨਾਂ ਨੇ ਫੇਰ ਏਜੰਸੀਆਂ ਨੇ ਉਹੀ ਮੁੱਦਾ ਫੜ ਲਿਆ ਸੀ। 26 ਤਰੀਕ ਦਾ ਵਰਤਾਰਾ ਜਿਹੜਾ ਵਾਪਰਿਆ, ਸਾਡੇ ਤੇ ਮੋਹਰ ਲੱਗਦੀ ਖਾਲਿਸਤਾਨ ਦੀ। ਅਸੀਂ ਬਚ ਕਿਉਂ ਗਏ? ਕਿਉਂਕਿ ਆਂਢੀ ਗੁਆਂਢੀ ਸਾਡੇ ਨਾਲ ਖੜ ਕੇ ਸੀ ਆ ਕੇ। ਇਹ ਕੁਦਰਤ ਨੇ ਸਾਡੀ ਬਚਤ ਰੱਖਤੀ, ਕੱਖ ਰੱਖਤੇ। ਹੁਣ ਇਸ ਕਰਕੇ ਜਿਹੜੇ ਹਾਲਾਤ ਬਣੇ ਆ, ਕਿਸਾਨੀ ਅੰਦੋਲਨ ਕਿਹਨੇ ਖੜਾ ਕੀਤਾ? ਆਪਾਂ ਬੈਠੇ ਆ ਜਿੰਨੇ ਸਾਰਿਆਂ ਨੇ ਖੜਾ ਕੀਤਾ। ਹੁਣ ਇਸ ਕਿਸਾਨੀ ਅੰਦੋਲਨ 'ਚੋਂ ਜਾਗ ਵੀ ਗਏ, ਪਰ ਜਾਗ ਕੇ ਜੇ ਘਰੇ 2022 'ਚ ਚੋਰ ਬਾੜ ਲਏ, ਮੈਨੂੰ ਇਹ ਦੱਸੋ ਫਿਰ ਜਾਗਣ ਦਾ ਬਾਪੂ ਜੀ ਕੋਈ ਫਾਇਦਾ ਹੈ? ਜੇ ਘਰੇ ਚੋਰੀ ਬਾੜਨੇ ਫਿਰ ਜਾਗਣ ਦਾ ਕੀ ਫਾਇਦਾ ਯਾਰ? ਅਸੀਂ ਕਿਸਾਨ ਆਗੂਆਂ ਨੂੰ ਵੀ ਵਾਰ-ਵਾਰ ਬੇਨਤੀ ਕਰਦੇ ਆ, ਉੱਥੇ ਵੀ ਜਾਂਦੇ ਰਹਿੰਦੇ ਆ, ਉੱਥੇ 3 ਮਹੀਨੇ ਵੀ ਲਾ ਕੇ ਆਏ ਆ ਲਗਾਤਾਰ ਅਸੀਂ। ਹੁਣ ਉਹਨਾਂ ਨੂੰ ਇੱਕੋ ਬੇਨਤੀ ਕਰਦੇ ਆ ਵੀ ਇਹ ਗੱਲ ਕਹਿ ਕੇ ਨਹੀਂ ਸਰਨਾ ਵੀ ਅਸੀਂ ਸਿਆਸੀ ਨਹੀਂ ਜੀ। ਮੈਂ ਕਹਿੰਦਾ ਕੋਈ ਬੰਦਾ ਗੈਰ ਸਿਆਸੀ ਨਹੀਂ, ਜਿੰਨੇ ਬੈਠੇ ਆ ਸਾਰੇ ਸਿਆਸੀ ਆ। ਹੁਣ ਸਿਆਸੀ ਹੈਗੇ ਆ, ਇੱਕ ਖੇਡ ਖੇਡਦੇ ਆ, ਪਰ ਸਾਨੂੰ ਖੇਡ ਖੇਡਣੀ ਨਹੀਂ ਆਈ ਤੇ ਅਸੀਂ ਹਾਰਦੇ ਤੁਰੇ ਆਉਣੇ ਆ। ਉਹ ਖੇਡ ਕਿਹੜੀ ਆ? ਸਿਆਸਤ ਦੀ ਖੇਡ ਆ। ਮੈਂ 4 ਵਾਰੀ ਖੇਡਿਆ, ਮੈਂ 4 ਵਾਰੀ ਹਾਰ ਗਿਆ। ਮੈਂ ਤਾਂ ਬਾਂਹ ਖੜੀ ਕਰਕੇ ਮੰਨਦਾ ਹੁੰਦਾ। ਤੇ ਤੁਸੀਂ ਜਿੰਨੇ ਬੈਠੇ ਹੋ ਬਜ਼ੁਰਗੋ, ਜਿੱਤੇ ਤੁਸੀਂ ਵੀ ਕਦੇ ਨਹੀਂ ਅੱਜ ਤੱਕ। ਜਿੱਤੇ ਅਗਲੇ ਆ, ਤੁਸੀਂ ਜਿੱਤੇ ਕਿਉਂ ਨਹੀਂ? ਜੇ ਤੁਸੀਂ ਜਿੱਤੇ ਹੁੰਦੇ ਤਾਂ ਤੁਸੀਂ ਗੋਡੇ ਟੇਕ ਕੇ ਆਪਦੇ ਧੀਆਂ ਪੁੱਤ ਬਾਹਰਲੇ ਮੁਲਕਾਂ 'ਚ ਨਾ ਭੇਜਦੇ। ਇੱਥੇ ਸਹਿਬੇ ਜਾਇਦਾਦ ਬੰਦਿਆਂ ਨੇ ਉਜੜ ਕੇ ਜਾਣਾ ਸ਼ੁਰੂ ਕਰਤਾ, ਠੀਕ ਹੈ ਨਾ। ਉੱਥੇ ਦਿਹਾੜੀਆਂ ਕਰਨ ਭੇਜਦੇ ਆ। ਜਿੱਥੇ ਦਿਹਾੜੀਆਂ ਕਰਨ ਭੇਜਦੇ ਆ ਉੱਥੇ 8 ਮਹੀਨੇ ਬਰਫ਼ ਪੈਂਦੀ ਆ। ਜਿੱਥੇ 8 ਮਹੀਨੇ ਬਰਫ਼ ਪੈਂਦੀ ਆ ਉੱਥੇ ਦਿਹਾੜੀਆਂ ਕਰਕੇ ਇੱਥੇ 3 ਮੰਜ਼ਲੀਆਂ ਕੋਠੀਆਂ ਬਣ ਜਾਂਦੀਆਂ। ਗਲ 'ਚ ਸੋਨਾ ਪੈ ਜਾਂਦਾ, ਹੱਥਾਂ 'ਚ ਸੋਨੇ ਦੇ ਕੜੇ ਆ ਜਾਂਦੇ ਆ। ਤੇ ਜਿੱਥੇ ਬੰਦਾ ਗੱਡਿਆ ਹਰਾ ਹੁੰਦਾ, ਇੱਥੇ ਅਸੀਂ ਭੁੱਖੇ ਮਰੀ ਜਾਂਦੇ। ਐਦੂ ਚੰਗੀ ਦੁਨੀਆ ਤੇ ਕੋਈ ਧਰਤੀ ਨਹੀਂ ਹੈ। ਜਿੰਨੇ ਬੈਠੇ ਆ ਮੇਰੇ ਕੋਲ ਕਈਆਂ ਦੇ ਜਵਾਕ ਜਲੇ ਜ਼ਿਆਦਾਤਰ ਬਾਹਰ ਹੋਣਗੇ, ਜ਼ਿਆਦਾਤਰ ਤੁਹਾਡੇ ਏਰੀਏ 'ਚੋਂ ਬਾਹਰ ਬਹੁਤ ਗਏ ਵੇ ਆ, ਠੀਕ ਹੈ ਨਾ। ਉੱਥੇ ਜਿਹੜੀ ਜੂਨ ਭੋਗਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ, ਐਦੂ ਚੰਗੇ ਹਾਲਾਤ ਨਹੀਂ, ਰੋ ਕੇ ਜਾਂਦੇ ਆ। ਮੇਰਾ ਸਾਰਾ ਫਰੈਂਡ ਸਰਕਲ ਜ਼ਿਆਦਾ ਬਾਹਰ ਆ, ਤਾਂ ਸਾਰੇ ਰੋ ਪਿੱਟ ਕੇ ਜਾਂਦੇ ਆ ਇੱਥੋਂ। ਹੁਣ ਆਪਾਂ ਗੋਡੇ ਟੇਕ ਕੇ ਇੱਥੇ ਭੱਜਣਾ ਸ਼ੁਰੂ ਕਰਤਾ ਸਿਸਟਮ ਦੇ ਖਿਲਾਫ। ਹੁਣ ਉਜੜੇ ਵੀ ਅਸੀਂ ਆਪ ਤੇ ਉਜਾੜੇ ਵੀ ਆਪ। ਮੈਂ ਇੱਕ ਗੱਲ ਕਹਿਣਾ ਹੁੰਦਾ, ਗੁਰਬਾਣੀ ਨੇ ਕਿਹਾ, ਕੂੜ ਬੋਲੇ ਮਰਦਾਰ ਖਾਏ, ਅਵਰੀ ਕੋ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸੱਥ ਹੈ, ਨਾਨਕ ਐਸਾ ਆਗੂ ਜਾਪੈ। ਗੁਰਬਾਣੀ ਕਹਿੰਦੀ ਜਿਹੜਾ ਬੰਦਾ ਲੋਕਾਂ 'ਚ ਖੜ ਕੇ ਝੂਠ ਬੋਲਦਾ ਨਾ, ਉਹ ਠੱਗਿਆ ਆਪ ਵੀ ਜਾਂਦਾ ਤੇ ਮੂਹਰੇ ਬੈਠਿਆਂ ਨੂੰ ਵੀ ਠਗਾਉਂਦਾ। ਤੇ ਆਪਣੇ ਪਿੰਡਾਂ 'ਚ ਜਿਹੜੇ ਸਹਿਬੇਜਾਦ ਬੰਦੇ ਕਾਲੀ ਕਾਂਗਰਸੀ ਬੈਠੇ ਆ, ਠੱਗੇ ਉਹ ਵੀ ਗਏ ਆ। ਅਹਿਸਾਸ ਹੈ ਨਹੀਂ। ਮੈਂ ਇੱਕ ਗੱਲ ਸੁਣਾਉਣਾ ਨਾ, ਕਹਿੰਦੇ ਕੋਈ ਸੱਥ ਸੀ ਵੱਡੀ, ਤੇ ਸੱਥ ਦੇ ਵਿੱਚ ਕਿਸੇ ਬੰਦੇ ਨੇ ਆ ਕੇ ਨਾ ਇੱਕ ਜਾਨਵਰ ਦੀ ਪੂਛ ਫੜ ਲਈ, ਤੇ ਜਾਨਵਰ ਸੀਗਾ ਜੀ ਗਧਾ। ਤਾਂ ਗਧੇ ਨੇ ਆਪਦਾ ਫਿਤਰਤ ਮੁਤਾਬਕ ਕੰਮ ਕਰਨਾ ਹੀ ਸੀ, ਉਹਨੇ ਦਲੱਤੇ ਮਾਰਨੇ ਸ਼ੁਰੂ ਕਰਤੇ। ਤੇ ਮਾਰ-ਮਾਰ ਕੇ ਦਲੱਤੇ ਬੰਦੇ ਦਾ ਜਵਾੜਾ ਤੋੜਤਾ, ਨੱਕ 'ਚੋਂ ਲਹੂ ਚੱਲ ਪਿਆ, ਅੱਖਾਂ ਸੁੱਜ ਗਈਆਂ, ਲਹੂ ਲਹਣ ਹੋ ਗਿਆ, ਪਰ ਮਾਂ ਦੇ ਪੁੱਤ ਨੇ ਪੂਛ ਨਾ ਛੱਡੀ।
ਮਰਨ ਕਿਨਾਰੇ ਹੋਏ ਨੂੰ ਲੋਕਾਂ ਨੇ ਔਖੇ ਸੌਖਿਆਂ ਨੇ ਲਾ ਲਿਆ ਤੇ ਲਾ ਕੇ ਜਮਾ ਬੇਸੁਰਤ ਹੋਏ ਨੇ ਉੱਚੇ ਥਾਂ ਬੈਂਚ ਤੇ ਪਾ ਲਿਆ। ਬੈਂਚ ਤੇ ਪਾ ਕੇ ਮੂੰਹ ਤੇ ਛਿੱਟੇ ਛੁੱਟੇ ਪਾਣੀ ਦੇ ਮਾਰੇ ਪਾਣੀ ਪੂਣੀ ਪਿਆਇਆ। ਜਦੋਂ ਸੁਰਤ ਜੀ ਆਈ ਉਹਨੂੰ ਪੁੱਛਣ ਲੱਗ ਗਏ, ਕਹਿੰਦੇ ਭਲਿਆ ਮਾਨਸਾ ਕੀ ਖੱਟਿਆ? ਸਾਰਾ ਨੱਕ ਕੰਨ ਮੂੰਹ ਸਿਰ ਭਣਾਈ ਬੈਠਾ, ਤੂੰ ਪੂਛ ਹੀ ਛੱਡ ਦਿੰਦਾ। ਤੇ ਸੁਰਤ ਆਉਣ ਤੋਂ ਬਾਅਦ ਬੋਲਿਆ ਕੀ? ਕਹਿੰਦਾ ਮੇਰੀਆਂ ਸੱਟਾਂ ਫੇਟਾਂ ਦੀ ਛੱਡੋ, ਕਹਿੰਦਾ ਮੇਰੀ ਪਕੜ ਦੇਖੀ ਕਿੱਡੀ ਮਜ਼ਬੂਤ ਆ। ਤੇ ਆਪਾਂ ਹੀ ਪਕੜ ਬਣਾਈ ਬੈਠੇ ਹਾਂ ਕਾਲੀਆਂ ਕਾਂਗਰਸੀਆਂ ਦੀ ਯਾਰ। ਸਾਰਾ ਨੱਕ ਮੂੰਹ ਸਿਰ ਫੁੱਟਿਆ ਪਿਆ ਜਿੰਨੇ ਬੈਠੇ ਹੋ। ਬਾਪੂ ਜੀ ਕੋਈ ਬਾਂਹ ਖੜੀ ਕਰਕੇ ਕਹਦੇ ਵੀ ਮੈਂ ਜਿੱਤਿਆ ਕਦੇ, ਵੋਟਾਂ ਪਾਉਂਦੇ ਨੂੰ 70 ਸਾਲ ਹੋ ਗਏ, ਕਹਿੰਗਾ ਦੀ ਵੱਡੇ ਬਜ਼ੁਰਗਾਂ ਦੀ ਉਮਰ ਵੱਡੀ ਆ, ਆਪਾਂ ਤਾਂ ਹਰੇ ਆ। ਹਰੇ ਕਿਉਂ? ਉਹ ਗੱਲ ਸਮਝਣ ਵਾਲੀ ਆ। ਮੈਂ 7 GB ਤਾਸ਼ ਖੇਡਣ ਵਾਲੇ ਬਜ਼ੁਰਗਾਂ ਕੋਲੇ ਜਾਣਾ, 4000 ਪਿੰਡ ਕੱਢਿਆ ਸੀ ਹੁਣ ਤੱਕ। ਅਸੀਂ ਇਕੱਲੇ ਫੇਸਬੁੱਕੀਏ ਨਹੀਂ ਹੈਗੇ, ਗਰਾਊਂਡ ਲੈਵਲ ਦੇ ਕੰਮ ਕਰਦਿਆਂ ਦੇ ਇਕੱਲੇ ਫੇਸਬੁੱਕੀਏ ਨੂੰ ਜਾ ਕੇ ਤੋੜਨ ਦੀ ਕੋਸ਼ਿਸ਼ ਕੀਤੀ, ਕੋਈ ਵੀ ਨਹੀਂ ਤੁਰਿਆ। ਕਿਉਂਕਿ ਸਾਨੂੰ ਗਰਾਊਂਡ ਤੇ ਇਕੱਠੇ ਹੋਣ ਦੀ ਲੋੜ ਆ, ਧਰਾਤਲ ਤੇ ਇਕੱਠੇ ਹੋਣਾ ਪਊ। ਹੁਣ ਉਹਦੇ ਵਿੱਚ ਕੀ ਆ, ਤੁਹਾਨੂੰ ਇਹੀ ਬੇਨਤੀ ਕਰਦੇ ਆ ਵੀ ਉਹ ਤਾਸ਼ ਵਾਲੀ ਜਿਹੜੀ ਖੇਡ ਆ, ਮੈਂ ਬਜ਼ੁਰਗਾਂ ਨੂੰ ਸੱਥ ਜਾ ਕੇ ਪੁੱਛ ਲੈਣਾ ਹੁਣਾ, ਬਾਪੂ ਜੀ ਮੈਨੂੰ ਐਂ ਦੱਸੋ ਗੋਲਾ ਵੱਡਾ ਕਿ ਬਾਦਸ਼ਾਹ? ਹੁਣ ਆਪਾਂ ਸਾਰੇ ਜਾਣਦੇ ਆ ਬਾਪੂ ਜੀ ਕਿਹੜਾ ਪੜਦਾ ਬਾਦਸ਼ਾਹ ਵੱਡਾ। ਹੁਣ ਵੱਡਾ ਬਾਦਸ਼ਾਹ। ਮੈਂ ਕਿਹਾ ਸਾਰੀ ਉਮਰ ਦਾ ਤੁਸੀਂ ਗੋਲਿਆਂ ਦੀ ਲਾਈ ਗਏ। ਕਹਿੰਦੇ ਕਿਵੇਂ? ਮੈਂ ਕਿਹਾ ਬਾਦਲ ਆ, ਕੈਪਟਨ ਆ, ਮੋਦੀ ਆ, ਕੇਜਰੀਵਾਲ ਆ, ਸਾਰੇ ਕਾਰਪੋਰੇਟਾਂ ਦੇ ਗੋਲੇ ਆ। ਅਸੀਂ ਦਾ ਸਾਰੀ ਉਮਰ ਉਹਨਾਂ ਤੇ ਲਾਈ ਗਏ ਆ ਤੇ ਬਾਦਸ਼ਾਹ ਲੋਕਤੰਤਰ ਦੇ ਕੌਣ ਆ ਯਾਰ? ਅਸੀਂ ਆ। ਸਾਡੇ ਤੋਂ ਤਾਕਤ ਲੈ ਕੇ ਸਾਨੂੰ ਲੁੱਟਦੇ ਆ, ਕੁੱਟਦੇ ਆ। ਅਸੀਂ ਜਾਗਾਂਗੇ ਕਦੋਂ? ਸਾਨੂੰ ਮੁਗਲ ਲੁੱਟ ਗਏ, ਸਾਡੇ ਵੱਡ ਵਡੇਰੇ ਯੁੱਧ ਲੜੇ ਉਹਨਾਂ ਨਾਲ, ਉਹ ਤਕੜੇ ਸੀ, ਜਰਵਾਣੇ ਸੀ, ਉਹ ਹਾਰ ਕੇ ਉਹ ਲੁੱਟ ਕੇ ਗੱਲ ਹਜਮ ਆ ਗਈ। ਅੰਗਰੇਜ਼ਾਂ ਦੇ ਦਿਮਾਗ ਬਹੁਤ ਵੱਡੇ ਸੀ, ਉਹ ਸਾਨੂੰ ਲੁੱਟ ਕੇ ਗੱਲ ਹਜਮ ਆ ਗਈ। ਉਹ ਇਹਨਾਂ ਦੀਆਂ ਅਕਲਾਂ ਨਹੀਂ ਸ਼ਕਲਾਂ ਨਹੀਂ ਮਾਰ ਕੇ ਗੱਪ ਸਟੇਜਾਂ ਤੇ ਸਾਨੂੰ ਲੁੱਟੀ ਜਾਂਦੇ। ਅਸੀਂ ਜਾਗਾਂਗੇ ਕਦੋਂ? ਤੇ ਬਰਬਾਦ ਅਸੀਂ ਹੁੰਨੇ ਆ ਜਿੰਨੇ ਬੈਠੇ ਆ। ਸਾਨੂੰ ਅਹਿਸਾਸ ਹੀ ਹੈ ਨਹੀਂ, ਨੱਕ ਮੂੰਹ ਸਿਰ ਸਾਰਿਆਂ ਦਾ ਫੁੱਟਿਆ ਪਿਆ। ਕੀ ਖੱਟ ਲਿਆ? ਕੋਈ ਬੰਦਾ ਬਾਂਹ ਖੜੀ ਕਰਕੇ ਕਾਲੀ ਕਾਂਗਰਸੀ ਕਹਦੇ ਵੀ ਮੈਂ ਆਹ ਭਲਾ ਕਰਤਾ, ਸਾਰਾ ਕੁਝ ਉਜੜ ਗਿਆ, ਬਚੇ ਹੀ ਕੁਝ ਨਹੀਂ ਸਾਡੇ ਕੋਲੇ। ਤੁਹਾਨੂੰ ਬੇਨਤੀ ਕਰਦੇ ਆ, ਗੁਰਬਾਣੀ ਸਾਨੂੰ ਨਾ, ਹੁਣ ਗੁਰਬਾਣੀ ਨੇ ਸਾਨੂੰ ਹਰ ਸਮੱਸਿਆ ਦਾ ਹੱਲ ਕਹਿਤਾ। ਹੁਣ ਗੁਰਬਾਣੀ ਨੇ ਸਾਨੂੰ ਕੀ ਬੋਲਿਆ? ਹੁਣ ਗੁਰਬਾਣੀ 'ਚ ਸਾਨੂੰ ਕੀ ਆ? ਇਕੱਠੇ ਹੋਣ ਵਾਸਤੇ ਵੀ ਕਹਿਤਾ, ਤੇ ਗੁਰਬਾਣੀ ਨੇ ਇਹ ਵੀ ਕਹਿਤਾ ਵੀ ਬਲ ਛੁੱਟ ਕੇ ਉਹ ਬੰਧਨ ਪਰੈ ਕਛੂ ਨਾ ਹੋ ਤੋ ਪਾਏ। ਗੁਰਬਾਣੀ ਤਾਂ ਕਹਿੰਦੀ ਜਦੋਂ ਜ਼ੋਰ ਲਾਉਣੋਂ ਹਟ ਜਾਂਦੇ ਹੋ, ਤੁਹਾਨੂੰ ਬੰਧਨ ਹੀ ਉਦੋਂ ਪੈਂਦੇ ਆ। ਅਸੀਂ ਜ਼ੋਰ ਲਾਉਂਦਾ ਕੋਈ ਤੁਹਾਡੇ 'ਚੋਂ? ਸਾਰੇ ਜਿੰਨੇ ਬੈਠੇ ਹੋ ਬਾਈ ਜੀ, ਆਪਾਂ ਸਾਰੇ ਕਹਿੰਦੇ ਆ ਨਾ ਵੀ ਨਸ਼ਾ ਬੰਦ ਹੋ ਜੇ, ਚਿੱਟਾ ਬੰਦ ਹੋ ਜੇ, ਜੇ ਪੁੱਤਾਂ ਨੂੰ ਰੁਜ਼ਗਾਰ ਮਿਲ ਜੇ, ਜੇ ਪੁੱਤ ਬਾਹਰ ਭੇਜਣੋਂ ਕੀ ਆ ਬਚ ਜੀਏ, ਜੇ ਐਂ ਹੋ ਜੇ, ਜੇ ਐਂ ਹੋ ਜੇ, ਜੇ ਤਾਂ ਆਪਾਂ ਸਾਰੇ ਲਾਉਣੇ ਆ। ਜਿੰਨੇ ਬੈਠੇ ਹੋ ਕੋਈ ਬਾਂਹ ਖੜੀ ਕਰਕੇ ਕਹਦੇ ਵੀ ਜੇ ਦੇ ਹੱਲ ਵਾਸਤੇ ਮੈਂ ਕੁਝ ਕਰਦਾ ਯਾਰ, ਬਾਂਹ ਖੜੀ ਕਰੋਗੇ ਕੋਈ? ਇੱਕ ਦੋ ਸੱਜਣਾ ਦਾ ਬਾਂਹ ਖੜੀ ਹੋਈ ਆ, ਠੀਕ ਹੈ ਨਾ, ਇਹ ਸਾਡੇ ਨਾਲ ਜੁੜੇ ਹੋਏ ਵੀ ਆ ਸੱਜਣ ਜਿਨ੍ਹਾਂ ਨੇ ਬੁਲਾਇਆ। ਹੁਣ ਰੌਲਾ ਕੀ ਆ ਵੀ ਅਸੀਂ ਜੇ ਤਾਂ ਸਾਰੇ ਲਾਉਣੇ ਆ, ਜੇ ਦੇ ਹੱਲ ਵਾਸਤੇ ਕਰਦੇ ਕੁਝ ਨਹੀਂ। ਤੇ ਘੋੜੇ ਵਾਲਾ ਰਾਜਕੁਮਾਰ ਬਾਹਰੋਂ ਨਹੀਂ ਆਉਂਦਾ, ਕਰਨਾ ਸਾਨੂੰ ਪਊ ਜੀ ਇਹ। ਤੇ ਕਰਨਾ ਕੀ ਆ? ਗੁਰਬਾਣੀ ਨੇ ਕਿਹਾ ਬਲ ਹੋਆ ਬੰਧਨ ਛੁਟੈ ਸਭ ਕੁਝ ਹੋ ਤੋ ਪਾਏ, ਕਉ ਨਾਨਕ ਸਭ ਕੁਝ ਤੁਮਰੇ ਹੱਥ ਮੇ ਤੁਮ ਹੀ ਹੋਤ ਸਹਾਏ। ਤਾਕਤ ਹੀ ਤੁਹਾਡੇ ਕੋਲੇ ਆ, ਅਸੀਂ ਆਪਦੀ ਤਾਕਤ ਵਰਤਣ ਨੂੰ ਤਿਆਰ ਨਹੀਂ। ਸਾਡੀ ਸੋਚ ਪਤਾ ਕੀ ਹੁੰਦੀ ਹੈ? ਸਾਨੂੰ ਕਈ ਵਾਰੀ ਪਿੰਡਾਂ 'ਚ ਲੋਕ ਬੁਲਾਉਂਦੇ ਆ ਤੇ ਕਈ ਸ਼ਰਾਰਤੀ ਬੰਦੇ ਪਾਸੇ ਲਿਜਾ ਕੇ ਪੁੱਛਣਗੇ ਬਾਈ ਤੈਨੂੰ ਸੱਦਿਆ ਕਿਹਨੇ ਆ? ਮੈਨੂੰ ਪਤਾ ਹੁੰਦਾ ਉਹਦੇ ਦਿਮਾਗ 'ਚ ਕੀ ਗੱਲ ਚੱਲਦੀ ਆ ਵੀ ਜਿਹਨੇ ਸੱਦਿਆ ਖੌਰੇ ਸਰਪੰਚੀ ਲੈਣ ਨੂੰ ਫਿਰਦਾ ਉਹ। ਆਪਾਂ ਸੋਚ ਰੱਖਦੇ ਆ। ਤਾਂ ਬੇਨਤੀ ਆ ਵੀ ਸਾਨੂੰ ਨਾ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨਾਲੋਂ ਇਕੱਠੇ ਹੋ ਜਾਈਏ, ਸਿਰ ਜੋੜ ਲਈਏ। ਮੈਂ ਦੱਸ ਦਿਆਂ ਪਹਿਲਾਂ, ਲੋਕ ਅਧਿਕਾਰ ਲਹਿਰ ਕੋਈ ਸਿਆਸੀ ਪਾਰਟੀ ਨਹੀਂ ਹੈ। ਅਸੀਂ ਇੱਕ NGO ਰਜਿਸਟਰਡ ਕਰਾ ਕੇ ਤੁਰੇ ਆ। ਸਾਡਾ ਮਕਸਦ ਆ ਲੋਕਾਂ ਨੂੰ ਸਿਆਸੀ ਚੇਤਨਤਾ ਦੇਣੀ, ਲੋਕਾਂ ਨੂੰ ਸਿਆਸੀ ਤੌਰ ਤੇ ਮਜ਼ਬੂਤ ਕਰਨਾ, ਸਮਝ ਖੜੀ ਕਰਨੀ। ਉਹ ਸਮਝ ਦੇ ਕੇ ਇੱਕ ਵਿੰਗ ਦੇ ਤੌਰ ਤੇ ਇਲੈਕਸ਼ਨ ਲੜਨਗੇ ਲੋਕ। ਅਸੀਂ ਸਹੁੰ ਖਾ ਕੇ ਤੁਰਿਆ ਵੀ ਸਾਡੇ 'ਚੋਂ ਕੋਈ ਬੰਦਾ 2022 'ਚ ਉਮੀਦਵਾਰ ਨਹੀਂ ਹੋਊਗਾ। ਅਸੀਂ ਇੱਕ ਤਰੀਕਾਕਾਰ ਤੁਹਾਡੇ ਨਾਲ ਹੁਣ ਮੈਂ ਸਾਂਝਾ ਕਰਨ ਲੱਗਿਆ, ਜਿਹਦੇ ਨਾਲ ਸਾਰੀ ਤਾਕਤ ਲੋਕਾਂ ਨੇ ਵਰਤਣੀ ਆ। ਤੇ ਆਪਦੀ ਤਾਕਤ ਕਿਵੇਂ ਵਰਤੋਂਗੇ? ਉਹਦੇ ਵਿੱਚ ਨਿੱਜ ਵਾਸਤੇ ਕੋਈ ਔਕਾਤ ਨਹੀਂ। ਅਸੀਂ ਕਿਸੇ ਬੰਦੇ ਨੂੰ ਤਾਕਤ ਫੜਾ ਦਿਓ, ਚਾਹੇ ਮੈਨੂੰ ਫੜਾ ਦਿਓ ਬਾਈ ਜੀ, ਆਪਾਂ ਕੀ ਕਰਦੇ ਹਾਂ? ਜਿਹਦੇ ਹੱਥ 'ਚ ਤਾਕਤ ਦੇ ਦੇਣਾ ਉਹੀ ਬਰਬਾਦ ਕਰ ਜਾਂਦਾ। ਕਿਸੇ ਦੇ ਹੱਥ 'ਚ ਤਾਕਤ ਨਾ ਦਿਓ ਯਾਰ। ਅਸੀਂ ਸਾਰਾ ਕੁਝ ਟਿਮਟਾਣਾ ਖੜਾ ਕਰ ਲਿਆ ਤੇ ਪਾਵਰ ਫੜਾਤੀ ਕੇਜਰੀਵਾਲ ਨੂੰ ਵੀ ਸਾਨੂੰ ਨੁਮਾਇੰਦੇ ਚੁਣ ਕੇ ਦੇਤੇ। ਜਿਹੇ ਜੇ ਚੁਣ ਕੇ ਦਿੱਤੇ ਤੁਹਾਨੂੰ ਵੱਧ ਪਤਾ ਹੋਊ। ਸਾਡੇ ਏਰੀਏ 'ਚ ਜਿਹੜੇ ਚੁਣ ਕੇ ਦਿੱਤੇ ਸਾਨੂੰ ਵੀ ਪਤਾ ਕਹੇ ਜੀ ਸੀ, ਕਿਰਦਾਰ ਨਹੀਂ ਕਿਸੇ ਨੇ ਦੇਖਿਆ। ਹੁਣ ਪੰਜਾਬ ਨੂੰ ਬਰਬਾਦ ਕਰ ਗਈ ਚਿਹਰੇ ਦੀ ਸਿਆਸਤ। ਸਾਡੇ ਕਦੇ ਚਰਿੱਤਰ ਦੀ ਸਿਆਸਤ ਹੀ ਨਹੀਂ ਹੋਈ। ਅਸੀਂ ਚਿਹਰਾ ਦੇਖ ਕੇ ਵੋਟਾਂ ਪਾ ਦਿੰਦੇ, ਕੋਈ ਘੈਂਟ ਜੀ ਗੱਲ ਕਰ ਦਿੰਦਾ, ਠੂ ਉਹਦੇ ਮਗਰ ਲੱਗ ਜਾਂਦੇ ਆ। ਐਦੂ ਪਾ ਕੇ ਕੀ ਹੋਊ ਯਾਰ? ਅਯਾਸ਼ ਬੰਦਾ ਮੁੱਖ ਮੰਤਰੀ ਬਣਾਈ ਬੈਠੇ ਆ ਆਪਾਂ ਉਹਦੇ ਗੱਪਾਂ ਕਰਕੇ। ਹੁਣ ਸਾਡੇ ਦਿਮਾਗ ਨਾਲ ਕਿਵੇਂ ਖੇਡਦੇ ਆ? ਮੈਂ ਛੋਟੀ ਜੀ ਗੱਲ ਕਰਦਾ ਪਹਿਲਾਂ। ਉਹ ਦਿਮਾਗ ਨਾਲ ਕਿਵੇਂ ਖੇਡ ਕੇ ਗਿਆ? ਉਹਨੇ ਦੇਖ ਲਿਆ ਵੀ ਪੰਜਾਬ ਦੇ ਲੋਕ ਦੁਖੀ ਕਾਹਦੇ ਤੋਂ ਆ? ਸਭ ਤੋਂ ਵੱਧ ਦੁਖੀ ਆਪਾਂ ਕਾਹਦੇ ਤੋਂ ਆ ਬਾਈ ਜੀ? ਨਸ਼ੇ ਤੋਂ। ਅੱਜ
ਨਸ਼ੇ ਤੋਂ ਦੁਖੀ ਆ। ਫਿਰ ਉਹਨੇ ਦੇਖਿਆ ਵੀ ਲੋਕ ਯਕੀਨ ਕਾਹਦੇ 'ਚ ਕਰਦੇ ਆ, ਆਪਾਂ ਸਭ ਤੋਂ ਵੱਧ ਯਕੀਨ ਕਰਦੇ ਹਾਂ ਗੁਰਬਾਣੀ 'ਚ। ਤਾਂ ਉਹਨੇ ਗੁਟਕਾ ਸਾਹਿਬ ਚੱਕ ਕੇ ਉਹਨੂੰ ਪ੍ਰਸ਼ਾਂਤ ਕਿਸ਼ੋਰ ਕਹਿੰਦਾ ਸਹੁੰ ਖਾ ਜਾ ਵੀ ਮੈਂ 4 ਹਫ਼ਤਿਆਂ 'ਚ ਨਸ਼ਾ ਬੰਦ ਕਰ ਦੂੰ। ਉਹਨੇ ਸਹੁੰ ਖਾਧੀ, ਆਪਾਂ ਭਿੱਜ ਗਏ। ਦੂਜਾ ਕੰਮ ਉਹਨੇ ਕੀ ਕੀਤਾ, ਫਿਰ ਕਹਿੰਦਾ ਕੀ ਆ, ਲੋਕ ਦੁਖੀ ਕਰਜ਼ੇ ਤੋਂ ਬਹੁਤ ਦੁਖੀ ਆ। ਤਾਂ ਉਹਨੇ ਕੀ ਕਿਹਾ, ਉਹ ਕਹਿੰਦਾ ਵੀ ਸਣੇ ਸ਼ਾਹੂਕਾਰਾਂ ਦਾ ਤੇ ਬੈਂਕਾਂ ਦਾ ਕਰਜ਼ਾ ਮਾਫ। ਠੀਕ ਹੈ। ਫਿਰ ਤੀਜਾ ਉਹਨੇ ਕੀ ਕਿਹਾ ਵੀ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਆ, ਵੀ ਘਰ ਘਰ ਨੌਕਰੀ ਦੇਵਾਂਗੇ ਜੀ। ਮਿਲ ਗਈ ਨੌਕਰੀ। ਚੌਥੀ ਸਭ ਤੋਂ ਅਹਿਮ ਗੱਲ ਸਮਝਣ ਵਾਲੀ ਆ, ਉਹਨੇ ਦੇਖਿਆ ਵੀ ਸਭ ਤੋਂ ਵੱਧ ਆਮ ਆਦਮੀ ਪਾਰਟੀ ਮਗਰ ਪੁੱਛਾਂ ਕਿਹਨੇ ਚੱਕੀਆਂ, ਸਾਡੇ ਵਰਗੇ ਨੌਜਵਾਨਾਂ ਨੇ ਵੱਧ ਚੱਕੀਆਂ ਸੀ। ਹਜੇ ਬਜ਼ੁਰਗਾਂ ਨੇ ਨਹੀਂ ਮਾਗੇ ਤਿਆਰ ਹੋਏ ਸੀ, ਤਾਂ ਨੌਜਵਾਨਾਂ ਨੇ ਪੁੱਛਾਂ ਵੱਧ ਚੱਕੀਆਂ। ਤੇ ਉਹਨੇ ਦੇਖਿਆ ਵੀ ਇਹਨਾਂ ਦੀ ਕਮਜ਼ੋਰੀ ਕੀ ਆ। ਸਾਡੇ ਨੌਜਵਾਨਾਂ ਦੀ ਕਮਜ਼ੋਰੀ ਸੀ ਬਾਪੂ ਜੀ ਮੋਬਾਈਲ ਫੋਨ। ਉਹਨੇ ਕਹਿੰਦਾ ਵੀ ਘਰ ਘਰ ਕੀ ਆ, ਮੋਬਾਈਲ ਫੋਨ ਦਿਆਂਗੇ, ਆਨਲਾਈਨ ਨੈੱਟ ਤੇ ਅਪਲਾਈ ਕਰ ਦਿਓ। ਸਾਡੇ ਜਵਾਕਾਂ ਨੇ ਕੀ ਕੀਤਾ, ਆਨਲਾਈਨ ਫਾਰਮ ਭਰਤੇ। ਉਹਨਾਂ ਫਾਰਮਾਂ 'ਤੇ ਫਿਰ ਪ੍ਰਚਾਰ ਵੀ ਭੇਜਿਆ ਉਹਨਾਂ ਨੇ ਉਹ ਨੰਬਰਾਂ ਦੇ ਉੱਤੇ। ਤੇ ਸਾਡੇ ਜਵਾਕਾਂ ਨੇ ਜਦੋਂ ਅੰਦਰ ਜਾ ਕੇ ਵੋਟ ਪਾਉਣੀ ਸੀ, ਜਾ ਕੇ ਇੱਕ ਚੀਜ਼ ਦਿਮਾਗ ਦੇ ਵਿੱਚ ਘਰ ਕਰ ਗਈ ਵੀ ਯਾਰ ਮੋਬਾਈਲ ਫੋਨ ਫੇਰ ਮਿਲੂ ਜੇ ਕੈਪਟਨ ਦੀ ਸਰਕਾਰ ਬਣੂ। ਦੱਬਤਾ ਅੰਦਰ ਜਾ ਕੇ ਪੰਜੇ ਦਾ ਬਟਨ। ਸਾਡੇ ਦਿਮਾਗਾਂ ਨਾਲ ਖੇਡ ਗਏ ਯਾਰ। ਅਸੀਂ ਜਾਗਾਂਗੇ ਕਦੋਂ, ਸਾਨੂੰ ਸਮਝ ਨਹੀਂ ਪਊ। ਹੁਣ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕਹਿੰਦਾ ਵੀ ਗੈਰ ਸਿਆਸੀ ਕੌਣ ਆ, ਜਾਨਵਰ ਗੈਰ ਸਿਆਸੀ ਹੁੰਦੇ ਆ। ਕਹਿੰਦਾ ਇੱਕ ਕਮਜ਼ੋਰ ਜਿਹਾ ਚੀਤਾ ਆ ਕੇ ਇੱਕ ਹਿਰਨ ਦਾ ਗਲ ਫੜ ਲੈਂਦਾ ਤੇ ਬਾਕੀ ਸਾਰੇ ਜਿਹੜੇ ਹੁੰਦੇ ਆ ਹਿਰਨ ਭੱਜ ਜਾਂਦੇ ਆ, ਉਹ ਗੈਰ ਸਿਆਸੀ ਆ। ਆਪਾਂ ਵੀ ਉਹੀ ਆ। ਤੁਹਾਡੇ ਇੱਥੇ ਚਿੱਟੇ ਨਾਲ ਕਿਸੇ ਦੀ ਮੌਤ ਹੁੰਦੀ ਆ, ਸਾਰਾ ਪਿੰਡ ਜਾ ਕੇ ਮੱਥਾ ਟੇਕ ਕੇ ਆ ਜਾਓਗੇ। ਠੀਕ ਹੈ ਨਾ। ਉਹ ਵਿਚਾਰਾ ਬੈਣ ਪਾ ਕੇ ਪਿੱਟ ਕੇ ਚੁੱਪ ਕਰ ਜੂਗਾ ਤੇ ਤੁਸੀਂ ਆਪਦੀ ਬਾਰੀ ਡੀਕਣ ਲੱਗ ਜਾਂਦੇ ਹੋ। ਫਿਰ ਵੀ ਕਦੋਂ ਸਾਡੀ ਵਾਰੀ ਆਊ। ਸਾਰੇ ਬਾਰੀਆਂ ਡੀਕੀ ਜਾਂਦੇ ਆ ਤੇ ਬਾਰੀਆਂ ਹੀ ਆਉਣਗੀਆਂ। ਹੁਣ ਕਈ ਬਜ਼ੁਰਗ ਸੋਚਦੇ ਆ ਕਿ ਨੌਜਵਾਨ ਭਰਾ ਸੋਚਦੇ ਹੋ ਵੀ ਸਾਡੇ ਕੀ, ਅਸੀਂ ਤਾਂ ਨਸ਼ਾ ਕਰਦੇ ਹੀ ਨਹੀਂ। ਮੈਨੂੰ ਇਹ ਦੱਸੋ ਵੀ ਤੁਸੀਂ ਮੋਟਰਸਾਈਕਲ ਤੇ 8 ਵਜੇ ਤੋਂ ਬਾਅਦ ਆਪਦੇ ਪਿੰਡ ਦੀ ਲਿੰਕ ਰੋਡ ਤੇ ਜਾਣ ਜੋਗੇ ਹੋ ਬਈ? ਮੋਟਰਸਾਈਕਲ ਤੇ 8 ਵਜੇ ਤੋਂ ਬਾਅਦ ਆਪਾਂ ਜਾਣ ਜੋਗੇ ਨਹੀਂ ਲਿੰਕ ਰੋਡ ਤੇ। ਆਹ ਹਾਲਾਤ ਨੇ, ਐਂ ਲੱਗਦਾ ਜਿਵੇਂ ਅੱਤਵਾਦ ਦੇ ਏਰੀਏ 'ਚ ਜਾਂਦੇ ਆ। ਹੁਣ ਸਾਡੇ ਨਾਲ ਟੀਮ ਸਾਰੇ ਭਰਾ ਚੱਲਦੇ ਆ, ਅਸੀਂ 10 ਵਜੇ ਤੋਂ ਬਾਅਦ ਲੇਟ ਹੋ ਜਾਂਦੇ ਆ। ਸਾਰਿਆਂ ਦੇ ਟੱਬਰਾਂ ਨੇ ਕਿਹਾ ਵਿਆ ਨਾਲ ਪਿੰਡਾਂ ਦੇ ਆ ਵੀਰ। ਸੁੱਖੀ ਬੈਠਾ ਬਾਈ ਮਲਕਾਣੇ ਪਿੰਡ ਤੋਂ, ਸਾਡੇ ਨਾਲ ਕੀ ਆ 8-10 ਕਿਲੋਮੀਟਰ ਦੇ ਏਰੀਏ 'ਚੋਂ ਨਾਲ ਇਕੱਠੇ ਹੁੰਦੇ ਆ। ਤਾਂ ਇਹਨਾਂ ਨੂੰ ਘਰਦਿਆਂ ਨੇ ਕਿਹਾ ਵੀ ਰੁਪਿੰਦਰ ਕੋਲ ਹੀ ਪੈ ਜਾਓ ਤਲਵੰਡੀ ਸਾਬੋ। ਕਿਉਂਕਿ 10 ਵਜੇ ਤੋਂ ਬਾਅਦ ਕੀ ਐਂ ਲੱਗਦਾ ਜਿਵੇਂ ਅੱਤਵਾਦ ਏਰੀਏ 'ਚ ਜਾਂਦੇ ਆ, ਮੋਟਰਸਾਈਕਲ ਤੇ ਜਾਣ ਜੋਗੇ ਨਹੀਂ। ਆਹ ਹਾਲਾਤ ਬਣੇ ਪਏ ਆ ਯਾਰ। ਆਜ਼ਾਦੀ ਕਾਹਦੀ ਆ? ਆਜ਼ਾਦੀ ਕਿੱਥੇ ਰਹਿ ਗਈ? ਅੱਜ ਨੌਕਰੀਆਂ ਪਿੱਛੇ ਟੈਂਕੀਆਂ ਦੇ ਚੜ੍ਹ ਜਾਓ। ਮੈਂ ਕਹਿੰਦਾ ਡਾਇਰ ਤਾਂ ਹਜੇ ਵੀ ਨਹੀਂ ਮਰਿਆ। ਸਾਡੇ ਬਾਈਬਲ ਕਲਾਂ ਕਾਂਡ ਹੋਇਆ, ਦੇਖ ਲਿਆ ਸਾਰਿਆਂ ਨੇ ਕੀ ਵਰਤਾਰਾ ਵਾਪਰਿਆ। ਸ਼ਾਂਤੀ ਨਾਲ ਬੈਠੇ ਲੋਕਾਂ ਦੇ ਗੋਲੀਆਂ ਚੱਲੀਆਂ, ਜਲ੍ਹਿਆਂਵਾਲੇ ਬਾਗ ਤੋਂ ਘੱਟ ਹੋਇਆ ਸਾਡੇ ਨਾਲ। ਅੱਜ ਵੀ ਉਹ ਤਾਂ ਜਾਗਦੇ ਫਿਰਦੇ ਆ, ਜਿਉਂਦੇ ਫਿਰਦੇ ਆ, ਤੇ ਤੁਹਾਡੇ ਵਿੱਚ ਫੇਰ ਆਈ ਜਾਂਦੇ ਆ ਤੇ ਅਸੀਂ ਸਤਿ ਸ੍ਰੀ ਅਕਾਲ ਉਹਨਾਂ ਨੂੰ ਫੇਰ ਕਰੀ ਜਾਂਦੇ ਆ। ਸੋਚਣ ਵਾਲੀ ਗੱਲ ਆ, ਆਜ਼ਾਦੀ ਕਾਹਦੀ ਆ? ਸਾਨੂੰ ਨੌਕਰੀਆਂ ਲੈਣ ਪਿੱਛੇ ਟੈਂਕੀਆਂ ਤੇ ਚੜ੍ਹ ਜਾਓ। ਕੋਈ ਵੀ ਕੰਮ ਕਰਾਉਣਾ ਥਾਣੇ ਮੂਹਰੇ ਧਰਨਾ ਲਾ ਦਿਓ। ਅੱਜ ਕਿਸਾਨ ਵਿਚਾਰੇ ਉੱਥੇ ਬੈਠੇ ਆ, ਬੇਰੁਜ਼ਗਾਰ ਪਟਿਆਲੇ ਬੈਠੇ ਆ ਕੋਈ, ਤੇ ਮੁਲਾਜ਼ਮ ਇਕੱਠੇ ਹੋ ਕੇ ਚੰਡੀਗੜ੍ਹ ਬੈਠੇ ਆ, ਤੇ ਥਾਣਿਆਂ ਮੂਹਰੇ ਪਰਚਾ ਦਰਜ ਕਰਾਉਣਾ, ਥਾਣਿਆਂ ਮੂਹਰੇ ਧਰਨੇ ਲਾ ਕੇ ਬਹਿ ਜਾਂਦੇ ਆ। ਹੁਣ ਮਸਲਾ ਧਰਨਿਆਂ ਨਾਲ ਹੱਲ ਨਹੀਂ ਹੋਣਾ। ਸਾਡੀ ਤਕਦੀਰ ਕਿੱਥੇ ਲਿਖੀ ਜਾਂਦੀ ਆ ਉਹ ਗੱਲ ਸਮਝਣੀ ਪਊ। ਹੁਣ ਸਾਡੀ ਤਕਦੀਰ ਆ ਗੁਰੂ ਘਰ 'ਚ ਨਹੀਂ ਲਿਖੀ ਜਾਂਦੀ, ਇੱਥੇ ਜ਼ਮੀਰ ਬਣਦੀ ਆ, ਤਕਦੀਰ ਨਹੀਂ ਬਣਦੀ। ਸਾਡੀ ਤਕਦੀਰ ਕਿੱਥੇ ਲਿਖੀ ਜਾਂਦੀ ਆ? ਸੰਸਦ ਦੇ ਵਿੱਚ ਜਾਂ ਵਿਧਾਨ ਸਭਾ 'ਚ। ਉੱਥੇ ਜਾਣ ਨੂੰ ਅਸੀਂ ਤਿਆਰ ਨਹੀਂ, ਅਸੀਂ ਤਾਂ ਸਿਆਸੀ ਨਹੀਂ ਜੀ। ਜਿੱਥੇ ਤਕਦੀਰ ਲਿਖੀ ਜਾਂਦੀ ਆ, ਜਿੰਨਾ ਚਿਰ ਉੱਥੇ ਚੰਗੇ ਬੰਦੇ ਨਹੀਂ ਭੇਜਦੇ, ਜਿੰਨੇ ਮਰਜ਼ੀ ਧਰਨੇ ਲਾ ਲਓ। 70 ਸਾਲ ਹੋ ਗਏ ਧਰਨੇ ਲਾਉਂਦਿਆਂ ਨੂੰ, ਪੰਜਾਬ ਅੱਖਾਂ ਸਾਹਮਣੇ ਉਜੜ ਗਿਆ। ਸਭ ਤੋਂ ਤਕੜੀ ਜਥੇਬੰਦੀ ਬਿਜਲੀ ਮਹਿਕਮੇ ਦੀ ਸੀ, ਸਾਰਾ ਪ੍ਰਾਈਵੇਟ ਹੋ ਗਿਆ। ਸਭ ਤੋਂ ਤਕੜੀ ਜਥੇਬੰਦੀ ਟੀਚਰਾਂ ਮਹਿਕਮਾ ਦੀ ਸੀਗੀ, ਸਾਰਾ ਐਜੂਕੇਸ਼ਨ ਵਿਭਾਗ ਸਾਰਾ ਪ੍ਰਾਈਵੇਟ ਹੋ ਗਿਆ। ਸਾਨੂੰ ਸੋਚਣਾ ਪਊ ਤੇ ਸੋਚ ਕੇ ਇੱਕ ਲੜਾਈ ਖੁਦ ਨੂੰ ਲੜਨੀ ਪਊ। ਤੇ ਸਾਨੂੰ ਕਿਸੇ ਸਿਆਸੀ ਬੰਦੇ ਤੇ ਯਕੀਨ ਨਹੀਂ ਰਿਹਾ। ਘਰ ਛੱਡ ਕੇ ਤੁਰਿਆ, ਮੈਂ ਸਰਕਾਰੀ ਨੌਕਰੀ ਕਰਦਾ, ਨੌਕਰੀ ਛੱਡ ਕੇ ਤੁਰਿਆ, ਦਾਅ ਲਾ ਕੇ ਤੁਰਿਆ, ਗਾਉਂ ਦਾ ਮਾਰਾ ਤੁਰਿਆ, ਬਿਨਾਂ ਗਾਉਂ ਤੋਂ ਨਹੀਂ ਫਿਰਦਾ। ਮੇਰਾ ਗਾਉਂ ਕੀ ਆ? ਮੇਰਾ ਗਾਉਂ ਇਹੀ ਆ, ਮੇਰੇ ਕੀ ਆ 7 ਸਾਲ ਦੀ ਬੇਟੀ ਆ, 13 ਸਾਲ ਦਾ ਬੇਟਾ। ਤੇ ਜਿਹੇ ਜਿਹੇ ਹਾਲਾਤ ਬਣੇ ਖੜਿਆ, ਮੈਨੂੰ ਲੱਗਦਾ ਨਹੀਂ ਉਹ ਚਿੱਟੇ ਤੋਂ ਬਚ ਜੂ। ਜੇ ਬਚ ਵੀ ਜਾਊ ਤਾਂ ਉਹਨੂੰ ਹੱਥ ਨੇ ਪਾਰਕ 'ਚ ਖੇਡਣ ਨੂੰ ਵੀ ਭੇਜਣ ਜੋਗਾ ਹੈ ਨਹੀਂ। ਆਹ ਹਾਲਾਤ ਨੇ। ਤਾਂ ਸੋਚਦੇ ਆ ਵੀ ਯਾਰ ਜੇ ਬਾਹਰ ਹੀ ਭੇਜਣਾ ਫਿਰ ਕੀ ਆ, ਕਿੱਲਾ ਵੇਚ ਕੇ ਭੇਜ ਦਿਆਂਗੇ। ਪਰ ਇੱਕ ਲੜਾਈ ਲੜ ਕੇ ਜ਼ਰੂਰ ਦੇਖਾਂਗੇ। ਉਹ ਲੜਾਈ ਲੜਨ ਵਾਸਤੇ ਤੁਹਾਡਾ ਸਾਥ ਮੰਗਣ ਆਇਆ, ਬੇਨਤੀ ਕਰਨ ਆਏ ਆ, ਤੇ ਤੁਹਾਨੂੰ ਪੁੱਛਣ ਆਇਆ ਵੀ ਯਾਰ ਸਾਡੇ ਆਗੂ ਕਿਹੜੇ ਹੋ ਤੁਹਾਡੇ 'ਚੋਂ। ਹੁਣ ਮੈਂ ਕਨਸੈਪਟ ਕੀ ਆ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਦਾ। ਇੱਕ ਮਨੋਰਥ ਪੱਤਰ ਜਾਰੀ ਕੀਤਾ ਲੋਕ ਅਧਿਕਾਰ ਲਹਿਰ ਵੱਲੋਂ। ਉਹ ਮਨੋਰਥ ਪੱਤਰ 'ਚ ਸਾਡਾ ਨਾਅਰਾ ਇੱਕੋ ਆ ਕਿ ਹੁਣ ਇੱਕੋ ਹੱਲ ਪੰਜਾਬੀਓ, ਜੇ ਬੇੜਾ ਲਾਉਣਾ ਪਾਰ, ਸੱਤਾ ਦੇ ਪ੍ਰਬੰਧ ਲਈ ਚੁਣ ਲਓ ਮਨੁੱਖ ਸੱਚਿਆ। ਜਿੰਨਾ ਚਿਰ ਸੱਤਾ ਦੇ ਵਾਸਤੇ ਚੰਗੇ ਬੰਦੇ ਚੁਣ ਕੇ ਨਹੀਂ ਭੇਜਦੇ, ਕਾਨੂੰਨ ਸਾਡੇ ਪੱਖ 'ਚ ਕਦੇ ਨਹੀਂ ਬਣਦੇ, ਯਾਦ ਰੱਖਿਓ। ਉੱਥੇ ਭੇਜਾਂਗੇ। ਹੁਣ ਕਿਸਾਨਾਂ ਦੀ ਕਿਸਮਤ ਕਿੱਥੇ ਘੜੀ ਆ ਬਈ? ਸੰਸਦ 'ਚ ਘੜੀ ਅਗਲਿਆਂ ਨੇ। ਅਸੀਂ ਬਾਹਰ ਬੈਠੇ ਬਨੌਟੀ ਸੰਸਦ ਲਾ ਕੇ ਦੱਸ ਰਹੇ ਹਾਂ ਵੀ ਐਂ ਕੰਮ ਕਰਨਾ ਚਾਹੀਦਾ, ਖੁਦ ਕਿਉਂ ਨਹੀਂ ਜਾਂਦੇ ਉੱਥੇ?
ਅਸੀਂ ਉਹਨਾਂ ਨੂੰ ਵੀ ਬੇਨਤੀਆਂ ਕਰਦੇ ਹਾਂ ਤੇ ਤਰੀਕਾਕਾਰ ਇਹੀ ਕਹਿਣਾ ਵੀ ਸਾਡੀ ਕੋਈ ਸਿਆਸੀ ਪਾਰਟੀ ਨਹੀਂ ਹੈ। ਇੱਕ ਤਰੀਕਾਕਾਰ ਉਹ ਸਮਝ ਲਓ, ਤੁਹਾਡੇ ਨਾਲ ਉਹ ਸਾਂਝਾ ਇਹੀ ਕਰਨਾ। ਸਭ ਤੋਂ ਪਹਿਲਾਂ ਕੀ ਆ, 4 ਹਿੱਸਿਆਂ 'ਚ ਵੰਡ ਕੇ ਸਾਂਝਾ ਕਰਦਾ ਤੁਹਾਡੇ ਨਾਲ। ਪਹਿਲਾਂ ਤਾਂ ਅਸੀਂ ਇਹ ਕਹਿੰਦੇ ਆ ਕਿ ਸਾਨੂੰ ਕਿਸੇ ਸਿਆਸੀ ਬੰਦੇ ਤੇ ਸਿਆਸੀ ਪਾਰਟੀ ਤੇ ਯਕੀਨ ਨਹੀਂ ਹੈ, ਕਿਸੇ ਤੇ ਵੀ ਹੈ ਨਹੀਂ, ਪਰ ਸਾਨੂੰ ਪੰਜਾਬ ਦੇ ਲੋਕਾਂ ਤੇ ਯਕੀਨ ਆ। ਲੋਕ ਮਾੜੇ ਨਹੀਂ, ਆਪਾਂ ਕਹਿ ਦਿੰਦੇ ਆ ਲੋਕ ਮਾੜੇ ਆ, ਆਪਾਂ ਹੀ ਕਹਿ ਦਿੰਦੇ ਆਪਦੇ ਆਪ ਨੂੰ ਮਾੜੇ। ਕਿੰਨੇ ਕੁ ਮਾੜੇ ਹੋਏ ਆ ਨਾ, ਲੋਕ ਸਾਡੇ ਵਿਕਾਊ ਆ। ਸੰਗਰੂਰ ਜ਼ਿਲ੍ਹੇ 'ਚ ਸਾਲ ਪਹਿਲਾਂ ਇਕੱਠ ਹੋਇਆ ਵੱਡਾ, ਉੱਥੇ ਇੱਕ ਬੰਦੇ ਨੇ ਬਾਹ ਖੜੀ ਕਰਕੇ ਕਹਿੰਦਾ ਰੁਪਿੰਦਰ ਸਿੰਘ ਲੋਕ ਵਿਕਾਊ ਨੇ। ਮੈਨੂੰ ਆਖਿਆ ਸ਼ਰਮ ਮੰਨਿਆ ਕਰੋ ਯਾਰ, ਤੁਸੀਂ ਨਾ ਕਿਹਾ ਕਰੋ ਲੋਕ ਵਿਕਾਊ ਆ। ਜੇ ਲੋਕ ਵਿਕਾਊ ਹੁੰਦੇ ਤਾਂ 2014 'ਚ ਬਾਈ 4 ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਜਿੱਤਦੇ ਨਹੀਂ ਸੀ। ਜੇ ਲੋਕ ਵਿਕਾਊ ਹੁੰਦੇ ਅੱਜ ਵਿਰੋਧੀ ਧਿਰ 'ਚ ਨਹੀਂ ਬੈਠੇ ਹੁੰਦੇ ਸੀ। ਕਿਹਨੇ ਸ਼ਰਾਬ ਤੇ ਪੈਸਾ ਵੰਡਿਆ ਦੱਸ ਦਿਓ, ਮੁਫਤ ਦੇ ਵਿੱਚ ਬਣੇ ਕਿ ਨਾ ਬਣੇ। ਸਭ ਤੋਂ ਵੱਧ ਜਿਹੜਾ ਕੀ ਆ ਮਾਗੇ ਪੈਸਾ, ਇਹ ਨਵੇਂ ਇਨਕਲਾਬੀਆਂ ਨੂੰ ਇਕੱਠਾ ਹੋਇਆ ਸੀ, ਦਿਮਾਗ ਨਾਲ ਹੱਲਣ ਵਾਲਾ ਹੋ ਗਿਆ। ਕਿਉਂਕਿ ਖੁਦ ਵੀ ਕੀ ਆ, ਕੋਸ਼ਿਸ਼ ਕੀਤੀ ਸੀ ਮਗਰ ਰਹਿ ਕੇ ਸਾਥ ਦੇਣ ਦੀ, ਮੁਲਾਜ਼ਮ ਸੀ ਵੀ ਸ਼ਾਇਦ ਬਦਲਾਅ ਆ ਜੇ। ਪਰ ਖਲੀਲ ਜਬਰਾਨ ਨੇ ਜਿਵੇਂ ਕਿਹਾ ਨਾ ਵੀ ਸਭ ਤੋਂ ਵਧੀਆ ਖੁਰਕ ਬੰਦਾ ਆਪਦੇ ਹੱਥ ਨਾਲ ਹੀ ਕਰ ਸਕਦਾ, ਉਹ ਤੁਹਾਨੂੰ ਆਪ ਨੂੰ ਕਰਨੀ ਪਊ, ਕੋਈ ਬਾਹਰੋਂ ਨਹੀਂ ਆਉਂਦਾ। ਉਹ ਕਿਵੇਂ ਕਰਨੀ, ਉਹਦਾ ਤਰੀਕਾਕਾਰ ਸਮਝ ਲਿਓ। ਹੁਣ ਉਹੀ ਚੀਜ਼ ਸੋਚ ਕੇ ਬਾਈ ਜੀ ਕੀ ਆ, ਸਾਰਾ ਕੁਝ ਦਾਅ ਤੇ ਲਾ ਕੇ ਛੱਡ ਕੇ ਤੁਰੇ ਆ ਵੀ ਯਾਰ ਰਹਿਣ ਜੋਗਾ ਕਰ ਲਈਏ। ਜੇ ਪੰਜਾਬ ਬਚੂਗਾ ਤਾਂ ਬਚਾਂਗੇ, ਨਹੀਂ ਉੱਜੜ ਕੇ ਬਾਹਰ ਜਾਣਾ ਹੀ ਪਊ। ਤਾਂ ਉਹਦੇ ਵਾਸਤੇ ਉਹਨਾਂ ਤੇ ਯਕੀਨ ਕੋਈ ਨਹੀਂ। ਹੁਣ ਯਕੀਨ ਲੋਕਾਂ ਤੇ ਹੈਗਾ, ਲੋਕ ਸਾਡੇ ਮਾੜੇ ਨਹੀਂ ਹੈਗੇ। ਤਾਂ ਕਰਨਾ ਕੀ ਆ, ਸਭ ਤੋਂ ਪਹਿਲਾਂ ਤਾਂ ਜਿਹੜਾ ਬੰਦਾ ਨੁਮਾਇੰਦਾ ਚੁਣਨਾ, ਆਪਾਂ ਨੌਕਰ ਕੰਮ ਤੇ ਰੱਖਣਾ ਬਾਈ ਜੀ, ਸ਼ਰਤਾਂ ਤੈਅ ਆਪਾਂ ਕਰੀਏ। ਅੱਜ ਚਪੜਾਸੀ ਲੱਗਣ ਵਾਸਤੇ ਵੀ ਇੱਕ ਯੋਗਤਾ ਚਾਹੀਦੀ ਆ, ਇੱਕ ਕਲਰਕ ਲੱਗਣ ਵਾਸਤੇ ਵੀ ਯੋਗਤਾ ਚਾਹੀਦੀ ਆ। ਤੇ ਜਿਹਨੇ ਸਾਡੇ ਧੀਆਂ ਪੁੱਤਾਂ ਦੇ ਕਿਸਮਤ ਦਾ ਫੈਸਲਾ ਕਰਨਾ, ਬਾਪੂ ਜੀ ਉਹਦੀ ਯੋਗਤਾ ਹੀ ਨਹੀਂ ਪੁੱਛਦੇ। ਤਾਂ ਆਪਾਂ ਪਹਿਲਾਂ ਤੈਅ ਕਰੀਏ ਵੀ ਸਾਡਾ ਜਿਹਨੇ ਨੁਮਾਇੰਦਾ ਬਣਨਾ ਭਾਈ ਉਹ ਚਾਹ ਯੋਗਤਾਵਾਂ ਹੋਣ। ਤੁਹਾਡੇ ਹੱਥ 'ਚ, ਕੁਝ ਬੰਦਿਆਂ ਦੇ ਹੱਥ 'ਚ ਉਹ ਪੈਂਪਲੇਟ ਹੈਗਾ ਜਿਹ 'ਚ 8 ਯੋਗਤਾਵਾਂ ਲਿਖੀਆਂ ਵੀਆਂ। ਮੈਂ 2 ਹੀ ਸਾਂਝੀਆਂ ਕਰਦਾ, ਡਿਟੇਲ 'ਚ ਨਹੀਂ ਜਾਂਦਾ। ਪਹਿਲੀ ਯੋਗਤਾ ਤਾਂ ਇਹ ਆ ਵੀ ਜਿਹੜੇ ਬੰਦੇ ਨੇ ਸਾਡਾ ਨੁਮਾਇੰਦਾ ਬਣਨਾ, ਉਹ ਬੰਦਾ ਬਿਨਾਂ ਤਨਖਾਹ ਤੋਂ ਕੰਮ ਕਰੇ। 1972 ਤੋਂ ਪਹਿਲਾਂ ਪੰਜਾਬ ਦੇ ਵਿੱਚ ਨਹੀਂ, ਪੂਰੇ ਮੁਲਕ ਦੇ ਵਿੱਚ ਤਨਖਾਹਾਂ ਨਹੀਂ ਹੁੰਦੀਆਂ ਸੀ ਐਮਐਲਏ ਦੀਆਂ, ਕੱਲੇ ਭੱਤਿਆਂ ਤੇ ਕੰਮ ਕਰਦੇ ਸੀ। ਤੇ ਬੱਸਾਂ ਦੇ ਵਿੱਚ ਸੀਟਾਂ ਰਿਜ਼ਰਵ ਹੁੰਦੀਆਂ ਸੀ, ਮੂਹਰਲੀਆਂ ਸੀਟਾਂ ਐਮਐਲਏ ਦੀਆਂ। ਉਦੋਂ ਦੇਸ਼ ਭਗਤ ਬੰਦੇ ਆਉਂਦੇ ਸੀ, ਸਮਾਜ ਸੇਵੀ ਆਉਂਦੇ ਸੀ। ਉਸ ਤੋਂ ਬਾਅਦ ਕੰਮ ਖਤਮ ਹੋ ਗਿਆ ਤੇ ਹੌਲੀ ਹੌਲੀ ਤਨਖਾਹਾਂ ਆਪ ਹੀ ਦੇਖ ਲਓ ਕਿੱਥੇ ਗਈਆਂ। ਅੱਜ ਕੇਜਰੀਵਾਲ ਨੇ ਕੀ ਐਲਾਨ ਕਰਤਾ, ਕਹਿੰਦਾ ਮੈਂ ਸਭ ਤੋਂ ਵੱਧ ਤਨਖਾਹਾਂ ਕਰਤੀਆਂ ਆਪਦੇ ਐਮਐਲਏ ਦੀਆਂ। ਕਿਉਂ ਕੀਤੀਆਂ? ਉਹ ਕਹਿੰਦਾ ਵੀ ਫਿਰ ਬੇਈਮਾਨੀ ਨਹੀਂ ਬੰਦਾ ਕਰਦਾ। ਫਿਰ ਬਾਦਲ ਕਿਆ ਕੋਲੇ ਤਾਂ 46,000 ਕਰੋੜ ਦੀ ਜਾਇਦਾਦ, ਉਹਨਾਂ ਨੂੰ ਕੀ ਲੋੜ ਹੈ ਯਾਰ? ਇਹ ਤਾਂ ਕੋਈ ਮਾਪਦੰਡ ਨਹੀਂ ਨਾ। ਬਿਨਾਂ ਤਨਖਾਹ ਤੋਂ ਜਿਹਨੇ ਸੇਵਾ ਕਰਨੀ ਆ, ਪੰਜਾਬ 'ਚ 117 ਬੰਦੇ ਨਹੀਂ ਆਪਾਂ ਲੱਭ ਸਕਦੇ, ਆਰਾਮ ਨਾਲ ਲੱਭਣਗੇ। ਘੱਟੋ ਘੱਟ ਲੱਖਾਂ ਬੰਦਾ ਕਰੋੜ ਰੁਪਈਏ ਲਾ ਕੇ ਲੋਕਾਂ ਦੀ ਸੇਵਾ 'ਚ ਲੱਗਿਆ ਪਿਆ। ਅਸੀਂ ਉਹਨਾਂ ਨੂੰ ਵੀ ਕਹਿਣੇ ਆ ਵੀ ਤੁਹਾਡੀ ਸੇਵਾ ਨਿਹਫਲ ਆ। ਨਿਹਫਲ ਕਿਉਂ ਆ, ਉਹ ਗੱਲ ਸਮਝ ਲਿਓ, ਜ਼ਰੂਰੀ ਆ ਗੱਲ ਕਰਨੀ। ਆਪਣੇ ਪੰਜਾਬ 'ਚ NGO ਕਲੱਬ ਬਹੁਤ ਨੇ। ਉਹ ਕੰਮ ਕੀ ਕਰਦੇ ਆ ਸਾਰੇ? ਉਹ ਜਾਣੇ ਅਣਜਾਣੇ 'ਚ ਬਾਈ ਜੀ ਸਰਕਾਰ ਦੀਆਂ ਨਲੇਕੀਆਂ ਲੁਕੋਈ ਜਾਂਦੇ ਆ ਯਾਰ। ਤੁਹਾਡੇ ਪਿੰਡ 'ਚ ਨੌਜਵਾਨ ਵੀਰ ਬੈਠੇ ਆ ਬਾਈ, ਤੁਸੀਂ ਰਾਸ਼ਨ ਵੰਡਿਆ ਸੀ ਕਰੋਨਾ ਦੇ ਵਿੱਚ? ਵੰਡਿਆ ਸੀ ਨਾ। ਮਾਸਕ ਵੀ ਵੰਡੇ ਸਾਡੇ NGO ਕਲੱਬਾਂ ਨੇ। ਇਹ ਕੰਮ ਸਾਡਾ ਨਹੀਂ ਹੈ, ਸਰਕਾਰ ਦਾ ਕੰਮ ਸੀ। ਮੇਰਾ ਫੂਡ ਸਪਲਾਈ ਮਹਿਕਮਾ, ਮੈਂ ਕਹਿਣਾ ਜੇ ਆਪਾਂ ਰਾਸ਼ਨ ਨਾ ਵੰਡਦੇ, ਪੰਜਾਬ 'ਚ ਇੱਕ ਵੀ ਬੰਦਾ ਭੁੱਖ ਨਾਲ ਨਹੀਂ ਮਰਦਾ ਸੀ। ਸਾਡੇ ਮਹਿਕਮੇ ਨੇ ਕਿੱਟਾਂ ਪੈਕ ਕਰਾ ਲਈਆਂ ਆਟੇ ਵਾਲੀਆਂ, ਪਈਆਂ 'ਚ ਸੁੰਡ ਪੈ ਗਏ ਜਾਂ ਸਾਡੇ ਇੰਸਪੈਕਟਰ ਸਾਡੇ ਮਹਿਕਮੇ ਹੀ ਖਾ ਗਿਆ ਬਾਈ। ਸੋਚ ਨਹੀਂ ਸਕਦੇ ਕਿੰਨਾ ਖਾਧਾ, ਤੱਕ ਤੋਂ ਬਾਹਰ ਹੋ ਤੁਹਾਡੀ ਤੋਂ। ਕਿਉਂ ਖਾ ਗਿਆ? ਕਿਉਂਕਿ ਆਪਾਂ ਪਹਿਲਾਂ ਹੀ ਆਟਾ ਵੰਡਤਾ। ਲੋਕਾਂ ਨੇ ਕੀ ਆ, ਬੂਹ ਕਰਲਾਟ ਕੀਤਾ ਨਹੀਂ, ਸਰਕਾਰ ਨੂੰ ਲੋੜ ਨਹੀਂ ਪਈ। ਤੇ ਜੇ ਤੁਸੀਂ ਨਾ ਵੰਡਦੇ, ਮੈਂ ਕਹਿਣਾ ਸਰਕਾਰ ਨੇ ਕੀ ਆ, ਭੁੱਖ ਨਾਲ ਕੋਈ ਮਰ ਨਹੀਂ ਦੇਣਾ ਸੀ, ਆਪੇ ਸਰਕਾਰ ਦੇ ਕੇ ਆਉਂਦੀ। ਆਪਾਂ ਸਰਕਾਰ ਦੀਆਂ ਨਲੇਕੀਆਂ ਲੁਕਾਉਣ ਦਾ ਕੰਮ ਕਰੀ ਜਾਂਦੇ ਜਿੰਨੇ NGO ਕਲੱਬਾਂ। ਸਾਡਾ ਕੰਮ ਤਾਂ ਬਾਈ ਜੀ ਲੋਕਾਂ ਨੂੰ ਜਾਗਰੂਕ ਕਰਕੇ ਯਾਰ ਹੱਕਾਂ ਵਾਸਤੇ, ਲੜਾਈ ਵਾਸਤੇ ਖੜੇ ਕਰੀਏ। ਬਾਹਰਲੇ ਮੁਲਕਾਂ ਦੇ NGO ਇਹੀ ਕੰਮ ਕਰਦੇ ਆ। ਅਸੀਂ ਕੀ ਕੰਮ ਕਰਦੇ? ਤਾਂ ਨਲੇਕੀਆਂ ਲੁਕੋਈ ਜਾਂਦੇ ਆ। ਹੁਣ ਕਈ ਬਾਬੇ ਕਹਿ ਦਿੰਦੇ ਵੀ ਸਕੂਲਾਂ ਦੇ ਵਿੱਚ ਲਾ ਲਓ ਜੀ, ਆਪਦੇ ਗੁਰੂ ਘਰ ਬਣਾ ਲਏ, ਪੂਰੇ ਤਕੜੀਆਂ ਬਿਲਡਿੰਗਾਂ ਖੜੀਆਂ ਕਰਕੇ ਕਹਿੰਦੇ ਜੀ ਦਾਨ ਹੁਣ ਕੀ ਆ ਸਕੂਲਾਂ 'ਚ ਦਿਓ। ਮੈਂ ਕਹਿਣਾ ਦਾਨ ਸਕੂਲਾਂ 'ਚ ਕਿਉਂ ਦੇਈਏ? ਅਸੀਂ ਸਾਰੀ ਉਮਰ ਟੈਕਸ ਭਰਦੇ ਆ, ਜੰਮਣ ਤੋਂ ਮਰਨ ਤੱਕ ਟੈਕਸ ਦਿੰਦੇ ਆ, ਉੱਠਣ ਤੋਂ ਸੌਣ ਤੱਕ ਟੈਕਸ ਦਿੰਦੇ ਆ। ਉਸੇ ਰੁਪਈਏ ਨਾਲ ਫਿਰ ਸਰਕਾਰ ਸਕੂਲਾਂ ਦਾ ਪ੍ਰਬੰਧ ਕਰੇ, ਅਸੀਂ ਕਿਉਂ ਲਾਉਣੇ ਆ? ਉਹ ਕੰਮ ਸਰਕਾਰ ਦੇ ਬਣਦੇ ਆ, ਕਦੇ ਆਪਾਂ ਰੌਲਾ ਨਹੀਂ ਪਾਉਂਦੇ। ਤੁਹਾਨੂੰ ਬੇਨਤੀ ਕਰਦੇ ਆ ਕਿ ਉਹਦੇ ਵਿੱਚ ਅਸੀਂ ਜਿਹੜੀ ਇਹੀ ਬੇਨਤੀ ਵਾਰ-ਵਾਰ ਕੀਤੀ ਆ ਕਲੱਬਾਂ ਵਾਲਿਆਂ ਨੂੰ ਵੀ, NGO ਵਾਲਿਆਂ ਨੂੰ, ਤੇ ਤੁਹਾਡੇ ਜਿਹੜੇ ਪਿੰਡ 'ਚ ਕਲੱਬ ਨੇ। ਹੁਣ ਤਰਾਸਦੀ ਕੀ ਆ ਵੀ ਸਾਡੇ ਪਿੰਡਾਂ 'ਚ ਕਲੱਬ ਹੀ ਖਤਮ ਹੋ ਗਏ। ਅੱਗੇ ਪਿੰਡਾਂ ਦਾ ਕਲੱਬ ਹੁੰਦਾ ਸੀ, ਹੁਣ ਕਲੱਬ ਜਾਂ ਕਾਂਗਰਸੀ ਹੋਊ ਜਾਂ ਅਕਾਲੀ ਹੋਊ। ਅੱਗੇ ਸਰਪੰਚ ਪਿੰਡ ਦਾ ਹੁੰਦਾ ਸੀ ਜਦੋਂ ਚਾਦਰਿਆਂ ਵਾਲੇ ਸਰਪੰਚ ਹੁੰਦੇ ਸੀ, ਹੁਣ ਸਰਪੰਚ ਜਾਂ ਅਕਾਲੀ ਹੋਊ ਜਾਂ ਕਾਂਗਰਸੀ ਹੋਊ, ਪਿੰਡ ਦਾ ਸਰਪੰਚ ਨਹੀਂ ਹੁੰਦਾ ਜੀ ਹੁਣ। ਇਹ ਤਰਾਸਦੀ ਆ ਸਾਡੀ। ਤਾਂ ਇਹ ਸਾਨੂੰ ਫਸਾਇਆ ਕਿਹਨਾਂ ਨੇ? ਉਹਨਾਂ ਆਗੂਆਂ ਨੇ ਫਸਾਇਆ, ਆਪਸ ਵਿੱਚ ਸਿਰ ਪੜਿਆਈ ਜਾਂਦੇ ਆ ਸਾਡੇ। ਅੰਗਰੇਜ਼ਾਂ ਨੇ ਕਹਿੰਦੇ ਪਾੜ ਕੇ ਲੁੱਟਿਆ ਸੀ, ਇਹ ਲੜਾ ਕੇ ਲੁੱਟੀ ਜਾਂਦੇ ਆ।
ਅਸੀਂ ਕੀ ਕਰਦੇ ਹਾਂ, ਫਲਾਨਾ ਕਾਂਗਰਸ 'ਚ ਵਗ ਗਿਆ, ਮੈਂ ਅਕਾਲੀਆਂ 'ਚ, ਠੀਕ ਹੈ ਨਾ। ਆਪਾਂ ਨੂੰ ਆਪਦੀ ਕੀ ਆ ਉਹਦੇ ਨਾਲ ਕੁਝ ਨਹੀਂ, ਆਪਾਂ ਨੂੰ ਤਾਂ ਦੂਜੇ ਨਾਲ ਆ। ਇਹ ਸੋਚ ਖਤਮ ਕਰਨੀ ਪਊ। ਅੱਗੇ ਹੁਣ ਕੀ ਆ ਵੀ ਆਪਾਂ ਸ਼ਰਤ, ਦੂਜੀ ਸ਼ਰਤ ਦੱਸਦਾ ਵੀ ਕੀ ਤੈਅ ਕੀਤੀ ਗਈ ਆ। ਸਭ ਤੋਂ ਮੁੱਖ ਸ਼ਰਤ ਇਹ ਤੈਅ ਕੀਤੀ ਆ ਵੀ ਜਿਹੜਾ ਬੰਦਾ ਅੱਜ ਤੱਕ ਕਿਸੇ ਸਿਆਸੀ ਪਾਰਟੀ ਵੱਲੋਂ ਨੁਮਾਇੰਦਾ ਰਹਿ ਚੁੱਕਿਆ, ਭਾਵੇਂ ਜਿੱਤਿਆ ਭਾਵੇਂ ਹਾਰਿਆ, ਉਹ ਸਾਡਾ ਨੁਮਾਇੰਦਾ ਨਹੀਂ ਬਣ ਸਕਦਾ, ਜਿਹੜਾ MLA MP ਦੀ ਇਲੈਕਸ਼ਨ ਲੜ ਚੁੱਕਿਆ। ਹੁਣ ਇਸ ਗੱਲ ਤੇ ਆ ਕੇ ਸਾਡੇ ਨਾਲੋਂ ਬਾਪੂ ਜੀ ਬਹੁਤ ਬੰਦੇ ਟੁੱਟ ਗਏ। ਸਾਡੇ ਨਾਲ IAS ਲੌਬੀ ਬਹੁਤ ਤੁਰੀ ਵੀ ਆ, ਹੁਣ ਵੀ ਹੈਗੇ ਨਾਲ। IPS ਬੰਦੇ ਬਹੁਤ ਆ, ਬੜੇ ਵਿਦਵਾਨ ਸਕੋਲਰ ਲੋਕ ਵੀ ਹੈਗੇ ਆ। ਉਹਨਾਂ 'ਚੋਂ ਕਈ ਬੰਦਿਆਂ ਨੇ ਚੰਗੇ ਅਹੁਦੇ ਹੰਢਾਏ ਵੇ ਆ, ਤੇ ਅਹੁਦੇ ਹੰਢਾਏ ਸਿਆਸੀ ਬੰਦਿਆਂ ਦੇ ਸਾਥ ਕਰਕੇ ਆ। ਉਹਨਾਂ ਨੇ ਵੀ ਕਿਤੇ ਨਾ ਕਿਤੇ ਮਾੜੀ ਮੋਟੀ ਚਮਚਾਗਰੀ ਕੀਤੀ ਹੋਊ। ਉਹਨਾਂ 'ਚੋਂ ਕੁਝ ਬੰਦੇ ਕਹਿੰਦੇ ਵੀ ਯਾਰ ਦੂਜੀਆਂ ਪਾਰਟੀਆਂ ਦੇ ਚੰਗੇ ਬੰਦੇ ਲੈ ਲੈਣੇ ਚਾਹੀਦੇ ਆ। ਤਾਂ ਮੇਰਾ ਸਵਾਲ ਸੀ ਕਿ ਬ੍ਰਿਗੇਡੀਅਰ ਨੇ ਕਿਹਾ, ਸਾਡੀ ਜਦੋਂ ਮੀਟਿੰਗ ਹੋਈ, ਸਾਡੇ ਸਾਰੇ ਫੈਸਲੇ ਲੋਕਾਂ ਨਾਲ ਸਹਿਮਤੀ ਕਰਕੇ ਲਏ ਆ, ਤੇ ਜਿਹੜੀਆਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ, ਘੱਟੋ ਘੱਟ 2500 ਪਹਿਲਾਂ ਪਿੰਡ ਕੱਢਿਆ ਪੰਜਾਬ ਦਾ, ਲੋਕਾਂ ਨਾਲ ਵਿਚਾਰ ਚਰਚਾ ਕਰਕੇ ਲੋਕਾਂ ਤੋਂ ਸਹਿਮਤੀ ਲਈ ਆ। ਤਾਂ ਜਦੋਂ ਵਿਚਾਰ ਚਰਚਾ ਕਰਕੇ ਮੈਂ ਸਵਾਲ ਕੀਤਾ, ਮੈਂ ਕਿਹਾ ਜੀ ਮੈਨੂੰ ਚੰਗਾ ਬੰਦਾ ਤਾਂ ਗਿਣਾਓ ਕੌਣ ਆ। ਹੁਣ ਉਹਨਾਂ ਨੇ ਨਾਂ ਲੈਤਾ ਬਾਈ ਜੀ ਨੇ ਜਿਨ੍ਹਾਂ ਦੀ ਗੱਲ ਕੀਤੀ ਆ, ਨਵਜੋਤ ਸਿੱਧੂ ਦਾ, ਬ੍ਰਿਗੇਡੀਅਰ ਸਾਹਿਬ। ਕਹਿੰਦੇ ਯਾਰ ਸਿੱਧੂ ਤਾਂ ਚੰਗਾ ਬੰਦਾ। ਮੈਂ ਕਿਹਾ ਉਹਨੂੰ 17 ਸਾਲ ਹੋ ਗਏ ਐਕਟਿਵ ਪੋਲੀਟਿਕਸ 'ਚ ਆਏ ਨੂੰ, ਮੈਨੂੰ ਐਂ ਦੱਸ ਦਿਓ, ਉਹ ਸਾਰੀਆਂ ਸਿਆਸੀ ਪਾਰਟੀਆਂ 'ਚ ਸਹਿਜ ਰੂਪ 'ਚ ਵਿਚਰਿਆ, ਦੱਸੋ ਉਹਨੇ ਕੀ ਕਰਤਾ। ਮੈਨੂੰ ਇੱਕ ਬਾਹਰਲੇ ਪੱਤਰਕਾਰ ਨੇ ਸਵਾਲ ਕੀਤਾ ਸੀ, ਮੈਨੂੰ ਕਹਿੰਦਾ ਵੀ ਨਵਜੋਤ ਸਿੱਧੂ ਪੰਜਾਬ ਬਚਾ ਲੂ। ਮੈਂ ਕਿਹਾ ਹਾਂਜੀ ਬਚਾ ਲੂ, ਪਰ ਬਚਾਉਣ ਵਾਸਤੇ ਲੋਕਾਂ 'ਚ ਜਾਣਾ ਪਊ। ਉਹ ਇਕੱਲਾ ਕੀ ਆ, ਖੜ ਕੇ ਇਕੱਠ ਮੂਹਰੇ ਕੀ ਆ ਬੋਲ ਸਕਦਾ, ਉਹ ਕਰ ਕੁਝ ਨਹੀਂ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਦੇਖੋ ਬਾਈ ਜੀ ਵਾਲੀ ਗੱਲ ਆ ਵੀ ਉਹ ਪਹਿਲਾਂ 2 ਸਾਲ ਚੋਰਾਂ ਦਾ ਬਰਾਤੀ ਰਹਿ ਗਿਆ, ਮੰਤਰੀ ਰਹਿ ਗਿਆ, ਉਹਦੀ ਪ੍ਰਾਪਤੀ ਕਨਾਊ ਕੀ ਆ। ਹੁਣ ਉਹ ਚੋਰਾਂ ਦੀ ਬਰਾਤ ਦਾ ਪ੍ਰਾਹੁਣਾ ਬਣ ਜੇ, ਮਤਲਬ ਸਿਹਰੇ ਬੰਨ੍ਹ ਲਏ ਮੁੱਖ ਮੰਤਰੀ ਬਣ ਜੇ, ਉਹ ਪੰਜਾਬ ਨਹੀਂ ਬਚਾ ਸਕਦਾ। ਕਿਉਂਕਿ ਪੰਜਾਬ ਬਚਾਉਣ ਵਾਸਤੇ ਘੱਟ ਤੋਂ ਘੱਟ ਮਗਰ 60 ਬੰਦੇ ਇਮਾਨਦਾਰ ਚਾਹੀਦੇ, ਇੱਕ ਘੱਟ 60 59 ਬੰਦੇ ਕਿੱਥੋਂ ਲੈ ਕੇ ਆਊਗਾ। ਹੁਣ ਇੱਕ ਬੰਦਾ ਜਦੋਂ ਇਹੋ ਜਿਹਾ ਤੁਹਾਡੇ ਕੋਲੇ ਆਉਂਦਾ ਨਾ, ਉਹ ਇਕੱਲਾ ਨਹੀਂ ਆਉਂਦਾ ਬਾਪੂ ਜੀ, ਨਾਲ ਦਾਜ ਲੈ ਕੇ ਆਉਂਦਾ ਪੂਰਾ। ਉਹਦੇ ਨਾਲ ਇੱਕ ਕਰਪਟ SHO ਵੀ ਹੁੰਦਾ, ਇੱਕ DSP, ਇੱਕ EO, ਇੱਕ ਤਹਿਸੀਲਦਾਰ, ਜਿਨ੍ਹਾਂ ਨੇ ਧੌੜੀ ਲਾਈ ਹੁੰਦੀ, ਉਹ ਪੂਰੀ ਟੀਮ ਹੁੰਦੀ ਆ ਉਹਦੇ ਨਾਲ। ਉਹ ਸਾਰੀ ਤੁਹਾਡੇ ਨਾਲ ਆਊਗੀ ਵੀ ਸਾਨੂੰ ਲੋੜ ਨਹੀਂ ਆ। ਸਾਨੂੰ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਆ ਵੀ ਲੋਕ ਜਾਗੇ ਵੇ ਆ, ਲੋਕ ਐਤਕੀ ਲੜਾਈ ਆਪਦੀ ਲੜਨਗੇ, ਪਰ ਉਹ ਲੜਨ ਵਾਸਤੇ ਲੋਕਾਂ ਨੂੰ ਇਕਜੁੱਟ ਹੋਣਾ ਪਊ। ਤੇ ਇਕਜੁੱਟ ਕਰਨ ਵਾਸਤੇ ਅਸੀਂ ਕੀ ਆ, ਕੋਸ਼ਿਸ਼ ਤੇ ਲੱਗੇ ਹੋਏ ਆ, ਤੇ ਲੋਕਾਂ ਨੇ ਬੜਾ ਵਧੀਆ ਸਾਥ ਦਿੱਤਾ। ਲੋਕਾਂ 'ਚ ਕਮੀ ਕੋਈ ਨਹੀਂ। ਲੋਕ ਪਰ ਇੱਕ ਗੱਲ ਦੇ ਆਪਾਂ ਕਮੀਆਂ ਵੀ ਆਪਾਂ ਚਿਹਰਾ ਭਾਲੀ ਜਾਂਦੇ ਆ, ਸਾਨੂੰ ਆਪਦੇ ਵਿੱਚੋਂ ਕੀ ਆ ਚਿਹਰੇ ਕੱਢਣੇ ਪੈਣਗੇ। ਉਹ ਕਿਵੇਂ ਕੱਢ ਸਕਦੇ ਆ, ਉਹਦਾ ਤਰੀਕਾਕਾਰ ਦੱਸਦੇ ਆ। ਤਾਂ ਹੁਣ ਦੋਨੇ ਸ਼ਰਤਾਂ ਸੀ ਜਿਹੜੀਆਂ, ਆ ਦੂਸਰੀ ਸ਼ਰਤ ਕਰਕੇ ਕਈ ਬੰਦੇ ਸਾਡੇ ਨਾਲ ਟੁੱਟ ਗਏ। ਉਹ ਕਹਿੰਦੇ ਯਾਰ ਚੰਗੇ ਬੰਦੇ ਦਾ ਲੈ ਲਓ, ਸਾਨੂੰ ਕਿਸੇ ਤੇ ਯਕੀਨ ਨਹੀਂ ਬਾਈ, ਕਿਸੇ ਵੀ ਸਿਆਸੀ ਬੰਦੇ ਤੇ। ਪਰ ਪੰਜਾਬ ਦੇ ਲੋਕਾਂ ਦੇ ਯਕੀਨ ਆ, ਲੋਕ ਬਹੁਤ ਚੰਗੇ ਆ। ਤਾਂ ਇਸ ਗੱਲ ਕਰਕੇ 2 ਸ਼ਰਤਾਂ ਦੀ ਗੱਲ ਕੀਤੀ ਆ। ਇੱਕ ਸ਼ਰਤ ਇਹ 'ਚ ਲਿਖੀ ਗਈ ਆ, ਜਿਹੜੀ ਲੋਕਾਂ ਦੇ ਕਹਿਣ ਕਰਕੇ ਬਦਲੀ ਗਈ ਆ। ਉਹ ਦਿੱਕਤ ਕਿੱਥੇ ਆਈ, ਸਾਨੂੰ ਰਿਜ਼ਰਵ ਹਲਕਿਆਂ ਦੇ ਵਿੱਚ ਪ੍ਰੋਬਲਮ ਆਈ। ਪਹਿਲੀ ਸ਼ਰਤ ਲਿਖੀ ਵੀ ਆ ਵੀ ਸਾਡਾ ਜਿਹੜਾ ਮੈਂ ਕਿ ਨੁਮਾਇੰਦਾ ਹੋਵੇ, ਉਹ ਘੱਟੋ ਘੱਟ ਗ੍ਰੈਜੂਏਟ ਹੋਵੇ। ਉਸ ਸ਼ਰਤ ਦੇ ਵਿੱਚ ਕੀ ਆ, ਮੈਂ ਪਹਿਲਾਂ ਵੀ ਉਹ ਸ਼ਰਤ ਦੇ ਵਿੱਚ ਕੀ ਆ ਖਿਲਾਫ ਸੀ, ਪਰ ਮੈਜੋਰਟੀ ਨਾਲ ਪਾਸ ਕੀਤਾ। ਪਰ ਲੋਕਾਂ 'ਚ ਜਦੋਂ ਵਿਚਰੇ, ਪ੍ਰੈਕਟੀਕਲੀ ਜਿਹੜੀ ਦਿੱਕਤ ਆਈ, ਉਹ ਦਿੱਕਤ ਉਹਨਾਂ ਨਾਲ ਜਾ ਕੇ ਸਾਂਝੀ ਕੀਤੀ, ਤਾਂ ਸਾਰਿਆਂ ਨੇ ਕੀ ਆ ਸਹਿਮਤੀ ਬਣਾ ਕੇ ਉਹ ਸ਼ਰਤ ਬਦਲ ਦਿੱਤੀ ਗਈ ਆ। ਉਹ ਬਦਲੀ ਕਿਉਂ ਆ? ਹੁਣ ਜੇ ਮੈਂ ਤੁਹਾਨੂੰ ਕਹਿੰਦਾ ਵੀ ਸਾਡਾ ਨੁਮਾਇੰਦਾ ਘੱਟੋ ਘੱਟ ਜੀ ਗ੍ਰੈਜੂਏਟ ਹੋਵੇ, BA ਪਾਸ ਹੋਵੇ, ਤਾਂ ਤੁਹਾਨੂੰ ਗੱਲ ਸੁਣਨ ਨੂੰ ਬਹੁਤ ਚੰਗੀ ਲੱਗਦੀ ਆ, ਆਪਾਂ ਸਾਰੇ ਬਾਹਾਂ ਖੜੀਆਂ ਕਰ ਲੈਂਦੇ ਆ। ਪਰ ਰੌਲਾ ਇਹ ਆ ਵੀ ਜਿਨ੍ਹਾਂ ਨੇ ਸਾਨੂੰ ਉਜਾੜਿਆ ਬਾਈ ਜੀ ਸਾਰੀ ਗ੍ਰੈਜੂਏਟ ਆ। ਜਿਨ੍ਹਾਂ ਨੇ ਹੁਣ ਤੱਕ ਉਜਾੜਿਆ ਨਾ, ਸਾਰੇ ਗ੍ਰੈਜੂਏਸ਼ਨ ਹੀ ਕੀਤੀ ਵੀ ਆ ਉਹਨਾਂ ਨੇ। ਤਾਂ ਕੋਈ ਸ਼ਰਤ ਨਹੀਂ। ਅਸੀਂ ਜਿਹੜਾ ਹਲੀਮੀ ਰਾਜ ਦਿਮਾਗ 'ਚ ਵਸਾਈ ਬੈਠੇ ਆ, ਉਹ ਹਲੀਮੀ ਰਾਜ ਅਨਪੜ੍ਹ ਬੰਦੇ ਨੇ ਖੜਾ ਕੀਤਾ ਸੀ, ਮਹਾਰਾਜਾ ਰਣਜੀਤ ਸਿੰਘ ਨੇ। ਤਾਂ ਇਹ ਸ਼ਰਤ ਕੀ ਆ, ਬੰਦੇ ਦੇ ਕਿਰਦਾਰ ਹੋਣਾ ਚਾਹੀਦਾ। BA ਵਾਲੀ ਸ਼ਰਤ ਕੀ ਆ, ਖਤਮ ਕੀਤੀ ਗਈ ਆ। ਪਹਿਲਾਂ ਵੀ ਮੈਂ ਖਿਲਾਫ ਸੀ। ਕਿਉਂ ਸੀ? ਕਿਉਂਕਿ ਸਾਡੇ ਨਾਲ ਜਿਹੜੇ ਬੰਦੇ ਨੇ ਫੈਸਲੇ ਲਏ ਸ਼ੁਰੂ ਦੇ ਵਿੱਚ, ਉਹ ਸਾਰੇ ਗ੍ਰੈਜੂਏਟ ਤੇ ਸਕਾਲਰ ਬੰਦੇ ਸੀ, ਵੱਧ ਪੜ੍ਹੇ ਲਿਖੇ ਸੀ। ਪਰ ਜਦੋਂ ਜ਼ਮੀਨੀ ਹਕੀਕਤ ਇਹ ਆ, ਹੁਣ ਰਿਜ਼ਰਵ ਹਲਕਿਆਂ 'ਚ ਸਾਡੇ ਨਾਲ ਬੜੇ ਜੋਸ਼ ਵਾਲੇ ਮੁੰਡੇ ਨੇ, ਗਰੀਬ ਘਰਾਂ ਦੇ ਮੁੰਡੇ ਨੇ, ਕੰਮ ਬਹੁਤ ਕਰਦੇ ਆ। ਹੁਣ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਨਾਲ ਲੈ ਕੇ ਤੁਰੇ ਵੇ ਆ, ਹੁਣ ਉਹ ਬੰਦੇ ਮਿਹਨਤ ਬਹੁਤ ਕਰਨਗੇ। ਜਦੋਂ ਕੱਲ੍ਹ ਨੂੰ ਕੋਈ ਨੁਮਾਇੰਦਾ ਚੁਣਨ ਵੇਲੇ ਫਿਰ ਸਾਨੂੰ ਕੋਈ ਰਿਟਾਇਰ ਟੀਚਰ ਭਾਲਣਾ ਪਊ, ਪੜ੍ਹਿਆ ਲਿਖਿਆ ਬੰਦਾ। ਤਾਂ ਕਿਉਂ ਨਹੀਂ ਮੰਗੇ ਕਿ ਇੱਕ ਕਿਰਦਾਰ ਜ਼ਰੂਰ ਬੰਦੇ ਦੀ ਸ਼ਰਤ ਹੋਵੇ, ਬਾਕੀਆਂ ਸਾਰੀਆਂ ਸ਼ਰਤਾਂ ਉਹੀ ਨੇ। ਪਹਿਲੀ ਸ਼ਰਤ ਆ ਜਿਹੜੀ ਉਹ ਬਦਲੀ ਗਈ ਆ। ਠੀਕ ਆ, ਉਹਨੂੰ ਪ੍ਰੈਫਰੈਂਸ ਪਹਿਲ ਦੇ ਸਕਦੇ ਹੋ ਜੇ ਚੰਗੇ ਬੰਦੇ ਤੁਹਾਡੇ ਕੋਲੇ ਆਉਂਦੇ ਆ, ਪਰ ਇਹ ਸ਼ਰਤ ਨਹੀਂ ਹੋ ਸਕਦੀ। ਇਸ ਤਰੀਕੇ ਨਾਲ ਤਾਂ ਜੀ ਘੱਟੋ ਘੱਟ 95% ਬੰਦੇ ਨੂੰ ਵੈਸੇ ਹੀ ਜਵਾਬ ਦੇਈ ਜਾਂਦੇ ਆ। ਤਾਂ ਉਹ ਸ਼ਰਤ ਬਦਲੀ ਗਈ ਆ। ਉਦੋਂ ਬਿਨਾਂ ਸਾਰੀਆਂ ਸ਼ਰਤਾਂ ਇਹਦੇ ਵਿੱਚ ਲਿਖੀਆਂ ਹੋਈਆਂ ਨੇ। ਤੇ ਅਖੀਰ ਦੇ ਵਿੱਚ ਤੁਹਾਨੂੰ ਇਹ ਦੱਸਦੇ ਆ ਬੇਨਤੀ ਵੀ ਹੁਣ ਯਾਰ ਨੁਮਾਇੰਦਾ ਚੁਣਨਾ ਕਿਵੇਂ ਆ। ਹੁਣ ਨੁਮਾਇੰਦਾ ਚੁਣਨ ਵਾਸਤੇ ਹੁਣ ਤਾਕਤ ਸਮਝਿਓ, ਉਹ ਤਾਕਤ ਰੁਪਿੰਦਰ ਦੀ ਔਕਾਤ ਕੀ ਆ, ਮਨਫੀ ਕੀਤੀ ਗਈ ਆ। ਇੱਕ ਮਕੈਨਿਜ਼ਮ ਤਿਆਰ ਕੀਤਾ ਪਿਆ ਜਿਸ 'ਚ ਕਿਸੇ ਬੰਦੇ ਦੀ ਔਕਾਤ ਨਹੀਂ ਰੱਖੀ।
ਆਪਾਂ ਚੰਡੀਗੜ੍ਹ ਜਾਂਦੇ ਹਾਂ, ਸਾਰੇ ਸੀਟ ਬੈਲਟਾਂ ਲਾਉਣੇ ਆ ਕਿ ਨਹੀਂ ਲਾਉਂਦੇ ਜੀ? ਸਾਰੇ ਲਾਉਣੇ ਆ। ਕਿਉਂ? ਉੱਥੇ ਇੱਕ ਸਿਸਟਮ ਆ, ਤਾਂ ਇੱਕ ਸਿਸਟਮ ਇਸ ਤਰੀਕੇ ਦਾ ਬਣਾਇਆ ਵੀ ਹਰ ਹਲਕੇ 'ਚੋਂ ਘੱਟੋ ਘੱਟ 125 ਬੰਦਾ ਇਕੱਠਾ ਹੋਵੇ। ਘੱਟੋ ਘੱਟ 125 ਵੱਧ ਵੀ ਹੋ ਸਕਦੇ ਆ, ਤੇ 125 ਬੰਦਾ ਇਕੱਠਾ ਹੋ ਕੇ ਆਪਦੇ ਵਿੱਚੋਂ ਆਪਦਾ ਨੁਮਾਇੰਦਾ ਆਪੇ ਚੁਣ, ਜੀ 'ਚ ਬਾਹਰਲੇ ਬੰਦੇ ਦੀ ਕੋਈ ਔਕਾਤ ਨਾ ਹੋਵੇ। ਉਹ ਕਿਵੇਂ ਚੁਣ ਸਕਦੇ ਉਹ ਵੀ ਦੱਸਾਂਗੇ। ਕਈਆਂ ਨੂੰ ਲੱਗਦਾ ਕਿ ਕੀ ਔਖਾ। ਹੁਣ ਉਹ ਬੰਦਾ ਜਦੋਂ ਚੁਣ ਲਿਆ, ਉਹ ਬੰਦੇ ਦੀ ਫਿਰ ਇਲੈਕਸ਼ਨ ਉਹ 125 ਬੰਦਾ ਲੜੂਗਾ। ਉਹ ਬੰਦੇ ਦਾ ਰੁਪਈਆ ਲੱਗਣ ਵੀ ਨਹੀਂ ਦੇਣਾ, ਤੈਨੂੰ ਰੁਪਈਆ ਕਿਸੇ ਤੋਂ ਫੜਨ ਵੀ ਨਹੀਂ ਦੇਣਾ। ਇਹ ਸ਼ਰਤ ਹੋਊਗੀ, ਕਿਉਂਕਿ ਨਵੇਂ ਇਨਕਲਾਬੀਆਂ ਨੇ ਸਭ ਤੋਂ ਵੱਧ ਫੰਡ ਇਕੱਠਾ ਕੀਤਾ। ਇੱਕ USA ਤੋਂ ਬੰਦੇ ਦਾ ਫੋਨ ਆਇਆ, ਮੈਂ ਜਿੰਨੀ ਕੁ ਤੱਕ ਲਾਉਂਦਾ ਸੀ ਨਾ ਵੀ ਇੰਨਾ ਕੁ ਫੰਡ ਇਕੱਠਾ ਕੀਤਾ ਹੋਊ ਨਵਿਆਂ ਨੇ, ਮੇਰੀ ਤੱਕ ਬਾਹਲੀ ਛੋਟੀ ਰਹਿ ਗਈ। ਉਹਨੇ ਦੱਸਿਆ, ਕਹਿੰਦਾ ਵੀ 80 ਕਰੋੜ ਰੁਪਈਆ ਤਾਂ ਅਸੀਂ 10 ਜਣਿਆਂ ਨੇ ਇਕੱਠਾ ਕਰਕੇ ਭੇਜਿਆ USA 'ਚੋਂ। ਤੇ ਮੈਂ ਉਹਨੂੰ ਆਖਿਆ ਵੀ 80 ਕਰੋੜ ਰੁਪਈਆ ਲਾ ਕੇ ਜੇ ਤੁਸੀਂ 80 ਕੋਲਡ ਸਟੋਰ ਹੀ ਖੋਲ੍ਹ ਦਿੰਦੇ ਤਾਂ ਪੰਜਾਬ ਦੇ ਲੋਕ ਮਾੜਾ ਮੋਟਾ ਖੇਤੀ ਵਿਭਿੰਨਤਾ ਵੱਲ ਹੀ ਆ ਜਾਂਦੇ, ਹੋਰ ਫਸਲਾਂ ਬੀਜਣ ਲੱਗ ਜਾਂਦੇ। 80 ਕਰੋੜ ਥੋੜ੍ਹਾ ਨਹੀਂ ਹੁੰਦਾ। ਤਾਂ ਇਹੋ ਜਿਹੇ ਕਿੰਨੇ ਲੋਕ ਹੋਣਗੇ ਜਿਨ੍ਹਾਂ ਨੇ ਫੰਡ ਦਿੱਤਾ ਹੋਊ ਯਾਰ, ਸੋਚਣ ਵਾਲੀ ਗੱਲ ਆ। ਤੇ ਪੰਜਾਬ ਨੂੰ ਬਚਾਉਣ ਵਾਸਤੇ ਫੰਡ ਦੀ ਲੋੜ ਨਹੀਂ ਹੈ। ਤੁਸੀਂ ਅਕਸਰ ਕਈ ਵੀਡੀਓ ਮੇਰੀਆਂ ਸੁਣੀਆਂ ਹੋਣਗੀਆਂ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਉਹਨਾਂ NRI ਭਰਾਵਾਂ ਨੂੰ, ਮੈਂ ਕਹਿੰਦਾ ਯਾਰ ਸਾਨੂੰ ਤੁਹਾਡੇ ਫੰਡ ਦੀ ਲੋੜ ਨਹੀਂ। ਹੁਣ ਬਾਹਰਲੇ ਕਹਿਣਗੇ ਰੁਪਈਆ ਦੱਸੋ ਕੀ ਚਾਹੀਦਾ, ਕਿਹੜੀ ਚੀਜ਼ ਚਾਹੀਦੀ ਆ। ਮੈਂ ਕਹਿੰਦਾ ਕੋਈ ਚੰਗੀ ਸੋਚ ਲੈ ਕੇ ਬੰਦਾ ਘਰੋਂ ਤੁਰ ਪਏ। ਕਈ ਵਾਰੀ ਬਾਹਰੋਂ ਰੁਪਈਆ ਹੀ ਇੰਨਾ ਉੱਪਰ ਹੋ ਜਾਂਦਾ, ਬੰਦੇ ਦਾ ਧਿਰਗ ਹਿਲਾ ਜਾਂਦੇ ਆ। ਤੇ ਪੰਜਾਬ ਨੂੰ ਬਚਾਉਣ ਵਾਸਤੇ ਪੈਸੇ ਦੀ ਲੋੜ ਨਹੀਂ ਹੈ ਬਈ, ਇੱਕ ਸੋਚ ਦੀ ਲੋੜ ਆ। ਅਸੀਂ ਘਰੋਂ ਨਿਕਲਦੇ ਆ, 50-60 ਭਰਾ ਸੀ, ਅਸੀਂ ਜਿੰਨੇ ਭਰਾ ਨੇ ਅਸੀਂ ਆਪਸ ਵਿੱਚ ਕੀ ਆ 1500-2000 ਰੁਪਈਆ ਇਕੱਠਾ ਕਰ ਲੈਣਾ, ਜਿੰਨਾ ਮਹੀਨੇ ਦਾ ਇੱਕ ਮਹੀਨੇ ਦਾ ਇੱਕ ਗੱਡੀ ਦਾ ਤੇਲ ਮੱਚਦਾ, ਤੇ ਪੂਰਾ ਪੰਜਾਬ ਕੱਢੀ ਜਾਂਦੇ ਆ। 2.5 ਸਾਲ ਹੋ ਗਏ। ਇੱਕ ਹਲਕਾ ਕਿੰਨਾ ਔਖਾ ਬਾਈ ਜੀ ਚਲਾਉਣਾ। ਹੁਣ ਅਸੀਂ 32 ਹਲਕਿਆਂ 'ਚ ਇੰਨਾ ਕੁ ਸਟਰੋਂਗ ਸਾਡਾ ਸੰਗਠਨ ਬਣ ਚੁੱਕਿਆ, ਸਾਡਾ ਗਰਾਊਂਡ ਵਰਕ ਆ। ਫੇਸਬੁੱਕ 'ਤੇ ਅਸੀਂ ਐਕਟਿਵ ਨਹੀਂ ਹੈਗੇ, ਪਰ ਅੱਜ 32 ਹਲਕਿਆਂ 'ਚ ਅੱਜ ਜੇ ਇਲੈਕਸ਼ਨ ਅਨਾਊਂਸ ਕਰ ਦੇਣ, ਮੈਂ ਦਾਅਵਾ ਕਰਦਾ ਲੋਕ ਜਿਹੜਾ ਉਹਦਾ ਬੰਦਾ ਚੁਣਨਗੇ ਹਰਦਾਣੀ ਜ਼ੋਰ ਲਾ ਲੈਣ। ਕਿਸੇ ਵੀ ਸਿਆਸੀ ਪਾਰਟੀ ਕੋਲੇ 10 ਬੰਦੇ ਵੀ ਕਿਰਦਾਰ ਵਾਲੇ ਹੈਗੇ ਕਿਸੇ ਸਿਆਸੀ ਬੰਦੇ ਨਾਲ, ਤੇ 125 ਬੰਦਾ ਕਿਰਦਾਰ ਵਾਲਾ ਇਕੱਠਾ ਹੋ ਕੇ ਜਦੋਂ ਲੜਾਈ ਲੜੂ ਹਰੂਗਾ ਕਿਵੇਂ? ਉਹ 125 ਬੰਦਾ ਕਿਵੇਂ ਚੁਣਨਾ, ਉਹਦਾ ਵੀ ਤਰੀਕਾਕਾਰ ਸਾਨੂੰ ਗੁਰੂ ਸਾਹਿਬ ਨੇ ਦੱਸਿਆ। ਉਹੀ ਤਰੀਕਾਕਾਰ ਆ ਸਾਨੂੰ ਗੁਰੂ ਸਾਹਿਬ ਨੇ ਆਗੂ ਚੁਣਨ ਦਾ ਪ੍ਰੈਕਟੀਕਲ ਤਰੀਕਾ ਕਰਕੇ ਦੱਸ ਕੇ ਗਏ ਆ। ਤਰੀਕਾ ਕੀ ਸੀ? 1699 ਨੂੰ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਆਵਾਜ਼ ਦਿੱਤੀ, ਕਹਿੰਦੇ ਮੈਨੂੰ ਇੱਕ ਸਿਰ ਦੀ ਲੋੜ ਆ। ਇੱਕ ਸਿੰਘ ਉੱਠ ਕੇ ਖੜਾ ਹੋਇਆ, ਦੂਜਾ ਉੱਠ ਕੇ ਖੜਾ ਹੋਇਆ, 5 ਪਿਆਰੇ ਉੱਠ ਕੇ ਖੜੇ ਹੋ ਗਏ, ਤੇ 5 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਦਾ ਆਗੂ ਮੰਨਿਆ ਸੀ। ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਫਿਰ ਕੀ ਆ, ਚੱਲੇ ਵੀ ਸੀ। ਅਸੀਂ ਉਹਨਾਂ ਦੀ ਦਿਸ਼ਾ ਨਿਰਦੇਸ਼ ਲੈ ਕੇ, ਉਹਨਾਂ ਤੋਂ ਸੇਧ ਲੈ ਕੇ ਅੱਜ ਤੁਹਾਡੇ ਕੋਲੇ ਹੱਥ ਬੰਨ੍ਹ ਕੇ ਬੇਨਤੀ ਕਰਨ ਆਏ ਆ ਵੀ ਅੱਜ ਤਾਂ ਸਿਰ ਦੇਣ ਦੀ ਵੀ ਲੋੜ ਨਹੀਂ ਯਾਰ, ਸਿਰ ਵਰਤਣ ਦੀ ਲੋੜ ਆ। ਕਿੰਨੇ ਭਰਾ ਜਿਹੜੇ ਸਿਰ ਵਰਤਣ ਨੂੰ ਤਿਆਰ ਹੋ? ਬਾਂਹ ਖੜੀ ਕਰਕੇ ਦੱਸੋਗੇ ਜਿਹੜੇ ਸਿਰ ਵਰਤਣ ਨੂੰ ਤਿਆਰ ਹੋ? ਸਾਰੇ ਤਿਆਰ ਹੋਣਾ। ਹੁਣ ਮੈਂ ਕਹਿਣਾ ਕੀ ਆ, ਸਿਰ ਵਰਤਣਾ ਕਿਵੇਂ ਆ? ਤੁਸੀਂ ਆਪਦੇ ਵਿੱਚੋਂ ਜਿਹੜੇ ਮਰਜ਼ੀ 5-7 ਭਰਾ ਚੁਣ ਲਓ। 5-7 ਬੰਦੇ ਕੀ ਆ, ਇੱਕ ਸੰਗਠਨ ਪਿੰਡ ਦਾ ਬਣਾ ਲੈਣਾ। ਉਹਨਾਂ ਦੇ ਵਿੱਚੋਂ ਕੀ ਆ, 1 ਜਾਂ 2 ਬੰਦੇ ਤੁਸੀਂ ਆਪਣੇ ਆਪ ਕੀ ਆ ਚੋਣ ਕਰਨੀ ਆ। ਵੱਡੇ ਪਿੰਡ 'ਚੋਂ 2 ਹੋ ਜਾਣ, ਛੋਟੇ 'ਚੋਂ 1 ਬੰਦਾ, ਉਹ ਤੁਸੀਂ ਆਪ ਚੁਣ ਕੇ ਦੇਣਾ ਵੀ ਸਾਡਾ ਨੁਮਾਇੰਦਾ ਭਾਈ ਆਗਾ। ਉਸੇ ਤਰੀਕੇ ਨਾਲ ਸਾਰੇ ਪਿੰਡਾਂ 'ਚੋਂ 1-1 ਬੰਦਾ ਲੈ ਕੇ, 2-2 ਬੰਦੇ ਲੈ ਕੇ ਇੱਕ ਸੰਗਠਨ ਬਣ ਜੇ। ਹੁਣ ਤੁਸੀਂ ਇੰਨੇ ਬੰਦੇ ਪਿੰਡ ਦੇ ਬੈਠੇ ਹੋ, ਇਹੋ ਜਿਹੇ ਪ੍ਰੋਗਰਾਮ ਸਾਰੇ ਪਿੰਡਾਂ 'ਚ ਹੋ ਗਏ, ਇੰਨੇ ਬੰਦੇ ਤੁਸੀਂ ਆਪਦੇ ਪਿੰਡ 'ਚੋਂ ਹਰ ਜਾਓਗੇ? ਮੈਨੂੰ ਇਹ ਦੱਸ ਦਿਓ ਜੇ ਦਿਲੋਂ ਤੁਰ ਪਓ ਯਾਰ। ਅਸਲ 'ਚ ਨਾ ਇੱਕ ਮਿੱਥ ਬਣੀ ਵੀ ਆ ਵੀ ਦਿੱਲੀ ਦੂਰ ਆ, ਮਿੱਥ ਬਣ ਗਈ। ਕਿਸੇ ਨੂੰ ਦਿੱਲੀ ਦੂਰ ਲੱਗਦੀ ਆ ਜਿੰਨੇ ਬੈਠੇ ਆਪਾਂ? ਹੁਣ ਬਾਹਰਲਾ ਘਰ ਨਹੀਂ ਬਣਿਆ ਪਿਆ। ਇਹ ਕੰਮ ਔਖਾ ਨਹੀਂ ਹੈ, ਆਪਾਂ ਤੁਰੇ ਹੀ ਨਹੀਂ ਕਦੇ ਇਸ ਰਾਹ 'ਤੇ। ਇਹ ਕੰਮ ਕੁਝ ਵੀ ਔਖਾ ਨਹੀਂ। ਇਸੇ ਤਰੀਕੇ ਦੀਆਂ ਮੀਟਿੰਗਾਂ ਕਰ ਲਓ ਤੁਸੀਂ ਪਿੰਡਾਂ ਦੇ ਵਿੱਚ, ਤੇ ਤੁਹਾਡੇ ਕਿੰਨੇ ਕੁ ਪਿੰਡ ਨੇ ਮੈਨੂੰ ਇਹ ਦੱਸ ਦਿਓ। ਤੇ ਤੁਹਾਡੇ ਪਿੰਡ 'ਚੋਂ ਜਦੋਂ 1 ਬੰਦਾ ਆਪਾਂ ਟਿਕ ਲਿਆ, 125 ਬੰਦਾ ਚੰਗਾ ਇਕੱਠਾ ਹੋ ਗਿਆ, ਤੁਸੀਂ 1 ਬੰਦਾ ਜਿਹੜਾ ਦਿਓਗੇ, ਇਹਨਾਂ 'ਚੋਂ 10 ਬੰਦੇ ਤਾਂ ਉਹਦੇ ਨਾਲ ਟਾਈਮ ਕੱਢ ਹੀ ਲਓਗੇ ਨਾ। ਸਾਡੇ ਵਾਸਤੇ ਜਿੱਤ ਹਾਰ ਮੈਟਰ ਨਹੀਂ ਕਰਦੀ। ਪਹਿਲੀ ਗੱਲ ਤਾਂ ਹਰਦਾ ਨਹੀਂ ਬੰਦਾ। ਬੇਸ਼ੱਕ ਹਰ ਵੀ ਜਾਓ ਯਾਰ, ਚੰਗੇ ਬੰਦੇ ਨਾ ਆਪਾਂ ਸਾਰੇ ਚੰਗੇ ਆ, ਪਰ ਕੱਲੇ ਗੱਲਾਂ ਬਾਤਾਂ ਢਿੱਡ 'ਚ ਹੀ ਕਰ ਲੈਂਦੇ ਆ। ਜੇ ਸਾਰੇ ਆਪਾਂ ਸਿਰ ਜੋੜ ਲਈਏ, 125 ਬੰਦਾ ਤੁਹਾਡੇ ਹਲਕੇ ਦਾ ਸਿਰ ਜੋੜ ਲੇ, 1 ਬੰਦੇ ਮਗਰ 10 ਬੰਦੇ ਦਾ ਪਿੰਡ 'ਚੋਂ ਤੁਰੀ ਪੈਂਦੇ ਆ। ਜਿਹੜਾ ਤੁਸੀਂ ਆਪ ਚੁਣ ਕੇ ਦਿਓਗੇ ਮਗਰ ਕਿਉਂ ਨਾ ਜਾਓਗੇ? ਤੇ ਤੁਹਾਡੇ ਹਲਕੇ 'ਚ ਕੋਈ ਰਿਸ਼ਵਤ ਲੈ ਕੇ ਦਿਖਾਵੇ, ਤੁਹਾਡੇ ਪਿੰਡ 'ਚ ਕੋਈ 2 ਨੰਬਰ ਦਾ ਕੰਮ ਕਰਕੇ ਦਿਖਾਵੇ, ਜਾਂ ਹਲਕੇ 'ਚ ਚੱਕਰ ਕੀ ਆ ਵੀ ਚੰਗੇ ਬੰਦੇ ਇਕੱਠੇ ਨਹੀਂ ਹੁੰਦੇ, ਮਾੜੇ ਇਕੱਠੇ ਆ। ਚੰਗੇ ਬੰਦਿਆਂ ਨੇ ਥਾਂ ਛੱਡ ਰੱਖਿਆ, ਤੇ ਸਾਨੂੰ ਇਕੱਠਾ ਕੋਈ ਕਰਦਾ ਨਹੀਂ। ਹੁਣ ਫੇਸਬੁੱਕੀ ਇਨਕਲਾਬੀ ਇਹ ਵੀ ਬਾਬੇ ਵੀ ਗੱਲਾਂ ਸਾਰੇ ਕਰਦੇ ਆ, ਪਰ ਰਾਹ ਕੋਈ ਨਹੀਂ ਦਿੰਦਾ। ਉਹ ਰਾਹ ਜਿਹੜਾ ਹੈਗਾ, ਜਿਹੜਾ ਤੁਹਾਡੇ ਨਾਲ ਸਮਝ ਸਾਂਝੀ ਕੀਤੀ ਆ, ਮੇਰੀ ਇਕੱਲੇ ਦਾ ਦਿਮਾਗ ਨਹੀਂ, 1000 ਬੰਦਾ 2 ਦਿਨ ਰਾਤ ਕੀ ਆ ਕੁਲਝਿਆ, ਅਖੀਰ ਨੂੰ ਕਿ ਇੱਕ ਰਸਤਾ ਤਿਆਰ ਕਰਕੇ ਤੁਰਿਆ ਵੀ ਯਾਰ ਹੁਣ ਰਾਹ ਆਪ ਦਾ ਆਪ ਬਣਾਉਣਾ ਪਊ। ਇਸ ਤਰੀਕੇ ਨਾਲ ਤੁਸੀਂ 125 ਬੰਦਾ ਸਿਰ ਜੋੜ ਲਓ ਹਲਕੇ ਦਾ, ਤੁਹਾਨੂੰ ਕੱਖ ਕਰਨ ਦੀ ਲੋੜ ਨਹੀਂ। ਹੁਣ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਫੰਡਿੰਗ ਦੀ ਗੱਲ ਹੋ ਗਈ, ਅਸੀਂ ਕੀ ਹਫ਼ਤਾ ਪਹਿਲਾਂ ਗੱਲ ਕੀਤੀ, ਉਹਨਾਂ ਨੇ ਗੱਲ ਕੀਤੀ, ਕਹਿੰਦੇ ਵੀ 500-500 ਰੁਪਈਆ ਪਾ ਲਓ। ਮੈਂ ਕਿਹਾ ਯਾਰ ਤੁਸੀਂ
ਤਾਂ ਉੱਥੇ ਹਲਕੇ ਦੇ ਵਿੱਚੋਂ ਕੀ ਕੀਤਾ, 500 ਪਾ ਕੇ ਇੱਕ ਹਲਕੇ 'ਚ 1 ਲੱਖ ਰੁਪਈਆ ਬਾਈ ਜੀ ਮੁੱਕਦਾ ਨਹੀਂ। ਉਹ ਜੋ ਤੁਸੀਂ 3 ਗਰੀਬ ਮੁੰਡਿਆਂ ਨੂੰ ਵੀ ਕੀ ਆ 6-7 ਹਜ਼ਾਰ ਰੁਪਈਆ ਦੇ ਦਿਓ, ਜਿਹੜਾ ਕੰਮ ਕਰਦਾ ਕੰਪੇਨ ਕਰਦਾ। ਤੇ ਪੋਸਟਰ ਮੈਂ ਕਹਿਣਾ ਤੁਸੀਂ 15 ਦਿਨਾਂ ਬਾਅਦ ਦਿਹਾੜੀ ਤੇ ਵੀ ਬਦਲਵਾ ਦਿਓ, ਫਿਰ ਵੀ ਬਦਲੇ ਜਾ ਸਕਦੇ ਆ। ਤੇ 1 ਲੱਖ ਰੁਪਏ ਇੱਕ ਹਲਕੇ 'ਚ ਮੁੱਕਦਾ ਨਹੀਂ। ਤੇ ਇੱਕ ਪਿੰਡ ਦੇ ਵਿੱਚੋਂ 5-7 ਬੰਦੇ 500 ਰੁਪਈਆ ਦੇਣ ਵਾਲੇ ਨਹੀਂ ਨਿਕਲਦੇ। ਹੁਣ ਮਾਨਸਾ 'ਚ ਸ਼ੁਰੂਆਤ ਕੀਤੀ, ਬੈਠੇ 70 ਬੰਦਿਆਂ ਨੇ ਕਹਿਤਾ ਵੀ ਅਸੀਂ ਤਿਆਰ ਹਾਂ। ਤੇ ਹੁਣ ਉੱਥੇ ਕੀ ਹੋ ਗਿਆ ਬਈ ਜੀ, ਜਿਹੜੇ ਬੰਦੇ ਤਿਆਰ ਹੋ ਗਏ ਹੁਣ 200 ਰੁਪਏ ਨਾਲ ਵੀ ਡੰਗ ਲਈ ਜਾਂਦਾ ਵੀ ਲੱਖ ਰੁਪਏ ਤੋਂ ਵੱਧ ਇਕੱਠਾ ਨਹੀਂ ਕਰਨਾ ਬਈ। ਤੇ ਪੈਸਾ ਕੀ ਆ, ਫੰਡ ਮੈਨੇਜਮੈਂਟ ਲੋਕਲ ਲੈਵਲ ਤੇ ਉਹਦੇ ਹਿਸਾਬ ਸਾਰਿਆਂ ਨੇ ਦੇਣਾ। ਤਾਹਾਂ ਕਿਸੇ ਨੂੰ ਫੰਡ ਨਹੀਂ ਦੇਣਾ, ਤਾਹਾਂ ਕੋਈ ਨਹੀਂ ਬੈਠਾ। ਹਰ ਹਲਕਾ ਆਪਦੇ ਹਲਕੇ ਦਾ ਕੰਮ ਆਪੇ ਕਰੂ, ਆਪੇ ਚਲਾਊ ਤੇ ਆਪੇ ਦੇਖੂ। ਅਸੀਂ ਤੁਹਾਡੇ ਕੋਲੇ ਜਦੋਂ ਮਰਜ਼ੀ ਹੁਕਮ ਲਾ ਦਿਓ, ਤੁਹਾਡੇ ਕੋਲੇ ਆ ਕੇ ਪਿੰਡ ਵੀ ਕਢਾਵਾਂਗੇ ਤੁਹਾਡੇ ਨਾਲ। ਤੇ ਲੱਖ ਰੁਪਏ ਤੋਂ ਉੱਤੇ ਲੋੜ ਨਹੀਂ ਆ ਤੁਹਾਡੇ ਕੋਲੇ। ਮੈਂ ਕਹਿਣਾ 200 ਬੰਦਾ ਤਾਂ ਇੱਕ ਹਲਕੇ ਦੇ ਵਿੱਚ ਤੁਸੀਂ 2 ਦਿਨਾਂ 'ਚ ਤਿਆਰ ਕਰ ਲਓਗੇ। ਤੇ ਜਿਵੇਂ ਜਿਵੇਂ ਬੰਦੇ ਵਧੀ ਜਾਣਗੇ ਮੈਂ ਕਹਿਣਾ ਅਮਾਊਂਟ ਘਟਾਈ ਜਾਇਓ। ਤੇ ਤੁਹਾਨੂੰ ਮੁੱਕਦਾ ਨਹੀਂ ਲੱਖ ਰੁਪਈਆ ਇੱਕ ਹਲਕੇ ਨੂੰ ਚਲਾਉਣ ਵਾਸਤੇ। ਤੁਸੀਂ 3 ਮੁੰਡੇ ਦਿਹਾੜੀ ਤੇ ਰੱਖ ਕੇ 2 ਗੱਡੀਆਂ ਦਾ ਤੇਲ ਮੁੱਕਦਾ ਨਹੀਂ। ਸਾਨੂੰ 50,000 ਦਾ ਤੇਲ ਪੂਰੇ ਪੰਜਾਬ 'ਚ ਨਹੀਂ ਮੁੱਕਦਾ। ਤੁਹਾਨੂੰ ਬੇਨਤੀ ਕਰਦੇ ਆ ਵੀ ਜੀ ਤਿਆਰ ਹੋ। ਹੁਣ ਥਾਣੇ 'ਚ ਕੋਈ ਫਸ ਜੇ ਲੱਖ ਰੁਪਈਆ ਦੇ ਹੀ ਆਉਣੇ ਹੋ, ਜਦੋਂ ਕੀ ਹੈ ਕਿਸੇ ਦੀ ਜਾਨ ਫਸ ਜਾਂਦੀ ਆ। ਤਾਂ ਆਪਦੇ ਲੈਵਲ ਦੇ ਕੁਝ ਗਰੀਬ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਵੀ ਤਿਆਰ ਕਰੋ। ਜਿਹੜੇ ਭਰਾ ਟਾਈਮ ਕੱਢ ਸਕਦੇ ਉਹਨਾਂ ਨੂੰ ਦਿਹਾੜੀ ਵੀ ਦੇਣੀ ਪਊ। ਅਸੀਂ ਅੱਜ 18 ਬੰਦਿਆਂ ਦਾ ਖਰਚਾ ਵੀ ਚੱਕਦੇ ਹਾਂ, ਉਹਨਾਂ ਨੂੰ ਪੈਸੇ ਵੀ ਦਿੰਦੇ ਆ, ਸਾਰੇ ਆਪਸ ਵਿੱਚ ਇਕੱਠੇ ਕਰਕੇ। ਜਿਹੜੇ ਪੰਜਾਬ ਲੈਵਲ ਦੇ ਗਰੀਬ ਘਰਾਂ ਦੇ ਮੁੰਡੇ ਸਾਡੇ ਨਾਲ ਤੁਰੇ ਪਏ ਆ, ਉਹਨਾਂ ਦਾ ਘਰ ਚਲਾਉਣਾ ਸਾਡਾ ਫਰਜ਼ ਆ। ਤੇ ਤੁਹਾਡੇ ਹਲਕੇ 'ਚ ਜਿਹੜਾ ਗਰੀਬ ਮੁੰਡਾ ਕੋਈ ਹੈਗਾ, ਕੋਈ ਕੰਮ ਕਰਨਾ ਚਾਹੁੰਦਾ ਤਾਂ ਉਹਨੂੰ ਘਰ ਵੀ ਤੁਸੀਂ ਚਲਾਓ। ਦੂਜੀ ਗੱਲ, ਜਿਹੜਾ ਬੰਦਾ ਤੁਸੀਂ ਚੁਣ ਲਿਆ ਹੁਣ ਉਹ ਗੱਲ ਸਮਝਿਓ, ਹਰ ਸਿਆਸੀ ਪਾਰਟੀ ਕੋਲੇ ਇੱਕ ਟਿਕਟ ਆ ਤੇ ਤੁਹਾਡੇ ਕੋਲੇ 125 ਟਿਕਟਾਂ ਜਿਹੜੀਆਂ ਤੁਸੀਂ ਦੇਣੀਆਂ। ਤੁਸੀਂ ਆਪਦੇ ਵਿੱਚੋਂ ਬੰਦਾ ਚੁਣਨਾ। 125 ਟਿਕਟਾਂ ਨੇ, 125 ਬੰਦਾ MLA ਦੀ ਤਾਕਤ ਰੱਖਦਾ ਹੋਊ। ਜਿਹੜਾ ਤੁਸੀਂ MLA ਚੁਣ ਲਿਆ ਉਹ ਇਕੱਲਾ ਵਿਧਾਨ ਸਭਾ 'ਚ ਜਾ ਕੇ MLA ਆ ਤੇ ਹਲਕੇ 'ਚੋਂ 125 ਮੈਂਬਰੀ ਕਮੇਟੀ ਦੇ ਇੱਕ ਮੈਂਬਰ ਦੇ ਤੌਰ ਤੇ ਵਿਚਰੂ। ਇਦੋਂ ਬਾਅਦ ਉਹਦੀ ਔਕਾਤ ਤੁਸੀਂ ਬਣ ਨਹੀਂ ਦੇਣੀ, ਉਹ ਤੁਹਾਡੇ ਤੇ ਆ। ਕਿਉਂਕਿ ਕੀ ਅੱਜ ਅਸੀਂ MLA ਨੂੰ ਵਿਆਹਾਂ ਭੋਗਾਂ ਦੇ ਇਕੱਲਾ ਸੱਦਣ ਵਾਲਾ ਰੱਖ ਛੱਡਿਆ। ਇਹ ਕੰਮ ਨਹੀਂ ਉਹਨਾਂ ਦਾ ਕੰਮ ਆ ਕਾਨੂੰਨ ਘੜਨੇ। ਤੇ ਥਾਣੇ ਕਚਹਿਰੀ 'ਚ SHO ਫੋਨ ਨਾ ਕਰ ਸਕਦਾ ਹੋਵੇ। ਇੱਕ ਕਿਸਾਨ ਆਗੂ ਨੇ ਬਰਨਾਲੇ ਧਰਨੇ 'ਚ ਕੀ ਆ ਬਾਂਹ ਖੜੀ ਕਰਕੇ ਆਖਿਆ, ਕਹਿੰਦਾ ਥਾਣਿਆਂ 'ਚ ਸਾਡੀ ਚੱਲਦੀ ਆ। ਮੈਂ ਕਿਹਾ ਤੂੰ ਮਾੜੀ ਗੱਲ ਕੋਈ ਨਹੀਂ ਜੇ ਤੁਹਾਡੀ ਚੱਲਦੀ ਆ। ਕਿਉਂਕਿ ਮੈਂ ਇਹ ਕਹਿਣਾ ਵੀ ਕੰਮ ਕਾਨੂੰਨ ਦੀ ਕਿਤਾਬ ਮੁਤਾਬਕ ਹੋਣਾ ਚਾਹੀਦਾ। ਬਾਈ ਜੀ ਫੋਨ ਕਿਉਂ ਕਰਾਉਣਾ ਪਵੇ? ਜੇ ਇੱਕ ਕਿਸਾਨ ਆਗੂ ਵੀ ਫੋਨ ਕਰੂਗਾ ਤਾਂ ਕਿਸੇ ਦਾ ਪੱਖ ਲਊਗਾ, ਉਹ ਆਪਦੇ ਚਹੇਤੇ ਦਾ। ਕੰਮ ਕਾਨੂੰਨ ਮੁਤਾਬਕ ਹੋਵੇ, ਕਿਉਂ ਫੋਨ ਕਰਾਉਣਾ ਪਵੇ? ਤਾਂ ਉਹਦੇ ਵਾਸਤੇ ਸਾਨੂੰ ਸਿਰ ਜੋੜਨੇ ਪੈਣਗੇ। ਸਿਰ ਜੋੜ ਕੇ ਜਿਹੜੇ ਬਜ਼ੁਰਗ ਬੈਠੇ ਹੋ, ਬਾਪੂ ਜੀ ਤੁਹਾਨੂੰ ਬੇਨਤੀ ਆ, ਸਾਰੀ ਉਮਰ ਆਪਾਂ ਮੇਰੇ ਪਿਓ ਦਾਦਿਆਂ ਸਿਰ ਵੀ ਮੇਰਾ ਲਾਂਭਾ ਹੁੰਦਾ। ਅਸੀਂ ਕਿ ਕੋਸ਼ਿਸ਼ ਕਰ ਨਿਕਲਿਆ, ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਆ, ਸਾਥ ਦੇ ਦਿਓ। ਜੇ ਤੁਹਾਨੂੰ ਲੱਗਦਾ ਕਿ ਕੋਈ ਹੋਰ ਛਡਾ ਲੂਗਾ, 70 ਸਾਲ ਤੁਸੀਂ ਆਪਾਂ ਦੇਖ ਲਈਆਂ, ਪੁੱਛਾਂ ਫੜ ਕੇ ਮੂੰਹ ਸਿਰ ਬਣਾ ਲਿਆ ਸਾਰਿਆਂ ਨੂੰ। ਸਾਡੇ ਚਾਚੇ ਤਾਇਆਂ ਨੇ ਵੀ ਸਭ ਨੇ ਅਪਣਾਇਆ। ਇੱਕ ਕੋਸ਼ਿਸ਼ ਕਰ ਨਿਕਲਿਆ, ਤੁਹਾਡੇ ਤੋਂ ਸਾਥ ਦੀ ਕੀ ਆ ਆਸ ਕਰਦੇ ਆ। ਤੁਹਾਡਾ ਕੋਈ ਸਵਾਲ ਹੋਵੇ, ਸਵਾਲ ਵੀ ਕਰ ਸਕਦੇ ਹੋ। ਤੇ ਅਖੀਰ 'ਚ ਮੈਂ ਇੱਕ ਕੀ ਆ ਲਾਸਟ ਗੱਲ ਸੁਣਾਉਣਾ ਵੀ ਅਸੀਂ ਵਰਤਾਰਾ ਕੀ ਵਾਪਰ ਰਿਹਾ। ਇੱਕ ਮੈਂ ਕਹਾਣੀ ਫੇਸਬੁੱਕ ਤੇ ਪਾਈ ਸੀ, ਕਹਿੰਦੇ ਕੋਈ ਬਾਹਰਲਾ ਪੱਤਰਕਾਰ ਸੀ, ਸੱਚੀ ਕਹਾਣੀ ਆ ਬਾਪੂ ਜੀ ਇਹ। ਕੋਈ ਬਾਹਰਲਾ ਪੱਤਰਕਾਰ ਸੀ ਤੇ ਅਫਰੀਕਾ ਦੇ ਵਿੱਚ ਨਾ ਕਾਲ ਪੈ ਗਿਆ। ਉਹ ਉੱਥੇ ਗਿਆ ਤੇ ਉੱਥੇ ਉਹ ਫੋਟੋ ਕੀਤੀ ਉਹਨੇ। ਉਹ ਤਸਵੀਰ ਕਈ ਭਰਾਵਾਂ ਨੇ ਦੇਖੀ, ਉਹ ਫੇਸਬੁੱਕ ਤੇ ਬੜੀ ਵਾਇਰਲ ਹੁੰਦੀ ਆ। ਇੱਕ ਜਵਾਕ ਬੈਠਾ ਹੁੰਦਾ, ਇੱਕ ਝੁਕਿਆ ਹੋਇਆ ਜਮਾ ਛੋਟਾ ਜਿਹਾ ਜਵਾਕ ਦੇ ਹੱਡ ਨਿਕਲੇ ਹੁੰਦੇ ਆ ਤੇ ਉਹਦੇ ਮਗਰਲੇ ਪਾਸੇ ਕੀ ਇੱਕ ਗਿੱਧ ਬੈਠੀ ਹੁੰਦੀ ਆ। ਜਿਵੇਂ ਵਿਚਾਲੇ ਕੀ ਹੈ ਇੱਥੇ ਜਵਾਕ ਬੈਠਾ ਤੇ ਜਿਵੇਂ ਬਜ਼ੁਰਗ ਬੈਠੇ ਆ, ਗਿੱਧ ਬੈਠੀ ਹੁੰਦੀ ਆ ਤੇ ਉਹ ਢੀਕ ਰਹੀ ਹੁੰਦੀ ਆ ਵੀ ਕਦੋਂ ਇਹ ਮਰੇ ਤੇ ਕਦੋਂ ਮੈਂ ਇਹਨੂੰ ਖਾਵਾਂ। ਤੇ ਉਹ ਜਿਹੜਾ ਫੋਟੋਗ੍ਰਾਫਰ ਸੀ ਉਹਨੇ ਉਹ ਫੋਟੋ ਖਿੱਚੀ ਤੇ ਫੋਟੋ ਖਿੱਚ ਕੇ ਸਾਊਥ ਅਫਰੀਕਾ ਦਾ ਬੰਦਾ ਸੀ, ਕੇਵਨ ਕਾਰਟਰ, ਉਹ ਜਹਾਜ਼ ਚੜਿਆ ਆ ਤੇ ਜਹਾਜ਼ ਚੜ੍ਹ ਕੇ ਵਾਪਸ ਆਦੇ ਮੁਲਕ ਆ ਗਿਆ। ਉਹ ਬੰਦੇ ਨੂੰ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਮਿਲਿਆ, ਪੁਲਿਟਜ਼ਰ ਪ੍ਰਾਈਜ਼। ਤੇ ਉਸ ਤੋਂ ਬਾਅਦ ਉਹਦੇ ਬੰਦੇ ਦੀ ਚੜ੍ਹਾਈ ਰਹੀ 2 ਸਾਲ ਪੂਰੀ। ਬੜੇ ਬੰਦਿਆਂ ਨੇ ਉਹਦੀ ਇੰਟਰਵਿਊਆਂ ਕੀਤੀਆਂ। ਅਖੀਰ ਇੱਕ ਪੱਤਰਕਾਰ ਨੇ ਉਹਨੂੰ ਇੱਕ ਸਵਾਲ ਕਰਤਾ। ਉਹਨੇ ਸਵਾਲ ਕੀ ਕੀਤਾ, ਪੱਤਰਕਾਰ ਨੇ ਉਹਦੀ ਇੰਟਰਵਿਊ ਲੈਂਦੇ ਨੇ ਕਹਿਣਾ ਜੀ ਤੁਹਾਡੀ ਚੜ੍ਹਾਈ ਬਹੁਤ ਹੋਈ, ਉਹ ਤਸਵੀਰ ਕਰਕੇ। ਪਰ ਉਹ ਜਿਹੜੀ ਦੂਜੀ ਗਿੱਧ ਸੀ ਕਹਿੰਦਾ ਉਹ ਚੰਗੀ ਤਰ੍ਹਾਂ ਦਿਖਾਈ ਨਹੀਂ ਦਿੰਦੀ। ਉਹ ਕਹਿੰਦਾ ਯਾਰ ਗਿੱਧ ਤਾਂ ਉਹ ਜੇ ਇੱਕ ਸੀਗੀ, 2 ਕਿੱਥੇ ਸੀ? ਕਹਿੰਦਾ ਨਹੀਂ ਗਿੱਧਾਂ 2 ਸੀ ਜੀ। ਕਹਿੰਦੇ ਕਿਵੇਂ? ਕਹਿੰਦਾ ਦੂਜੀ ਗਿੱਧ ਦੇ ਹੱਥ ਜਿਹੜਾ ਕੈਮਰਾ ਸੀ। ਸਮਝ ਆ ਗਈ ਸਾਰਿਆਂ ਨੂੰ ਨਾ? ਹੁਣ ਆਪਾਂ ਵੀ ਉਹ ਗਿੱਧਾਂ ਬਣੇ ਬੈਠੇ ਆ। ਸਾਡੇ ਪੁੱਤ ਮਰੀ ਜਾਂਦੇ ਆ, ਗਿੱਧਾਂ ਖਾਈ ਜਾਂਦੀਆਂ ਸੀ ਯਾਰ, ਕੈਮਰਾ ਲੈ ਕੇ ਅਸੀਂ ਦੇਖੀ ਸਾਰਾ ਕੁਝ ਜਾਂਦੇ ਆ, ਕਰਦੇ ਹੀ ਕੁਝ ਨਹੀਂ। ਆਪਾਂ ਵੀ ਗਿੱਧਾਂ ਵਰਗੇ ਨਾ ਬਣੀਏ। ਬੇਨਤੀ ਆ ਯਾਰ ਕੁਝ ਕਰ ਲਓ। ਸਾਰੇ ਦਾ ਬਾਹਰ ਭੇਜਣ ਜੋਗੇ ਵੀ ਨਹੀਂ ਹੋਣੇ ਤੇ ਜਿਹੜੇ ਭੇਜਣ ਜੋਗੇ ਉਹ ਵੀ ਮੁੜੇ ਆਉਣਗੇ। ਯਾਦ ਰੱਖੋ, ਨਹੀਂ ਬੁਢਾਪਾ ਸਾਰਿਆਂ ਦਾ ਰੁਲਣਾ। ਬੜੇ NRI ਨੇ ਜਿਨ੍ਹਾਂ ਦਾ ਬੁਢਾਪਾ ਰੁਲਿਆ ਫਿਰਦਾ। ਤੇ ਗਾਹਾਂ ਜਿਹੜਾ ਕਲਚਰ ਆ ਸਾਡਾ, ਸੱਭਿਆਚਾਰ ਵੀ ਖਤਮ ਹੀ ਆ ਬਾਹਰ ਜਾ ਕੇ।
इस करके तुहाडे अगे बेनती करते हैं, इदू चंगी दुनिया ते धरती कोई नहीं। जे कोशिश कर लांगे तो इन्हां दे जालां 'च ना फसांगे। अज कहना शुरू करता उन्होंने दुबारा पत्ते खेडने शुरू करते, पर वो पत्ते असीं की फेल कर चुके हैं किसानी अंदोलन 'च। हिंदू मुसलमान का पत्ता खेडिया जाता सी, साडे नाल जातां दा पत्ता खेडिया जाता सी। अज उही आवाज़ साडे गुरु घर चों ही मंदिर चों ही मस्जिद चों आउण लग गई कि नहीं, असीं सिर जोड़ते। तो हुण बेनती यही है, जिवें एक बंदा कहंदा मैं जी तुहानूं दलित मुख मंत्री देऊँ, एक कहता की आ मैं तुहानूं सिख मुख मंत्री देऊँ। हुण पुछण वाला होवे जिन्हां ने अजाड़िया सारी सिख मुख मंत्री सी, जिन्हां ने अजाड़िया हुण तक सारे सिख मुख मंत्री आपां बनाए आ। तां असीं तां कहंदे आ सानूं तां चंगा दे दिओ, चंगा मुख मंत्री होवे, चंगी जहनीयत वाला होवे, कोई भी होवे, सानूं धर्म नाल मतलब नहीं है, भावें सिख होवे बेशक हिंदू होवे। हुण एक ने कहना शुरू करता, वो कहना भी असीं तुहानूं दलित मुख मंत्री बीजेपी ने कहना शुरू करता, क्योंकि साढ़े 40% तो उत्ते जिहड़ी आबादी आ वो बेचारे गरीब भरावां दी आ। तो एक ने की कहना शुरू करता, जिहड़े अकाली दल बादल वाले आ इन्होंने शर्म ही लाती। एक तो कहना मैं जी दलित उप मुख मंत्री दूँ, एक कहते हिंदू उप मुख मंत्री दूँ, दो उप मुख मंत्री लाऊं कहता, क्योंकि मुख मंत्री तो मैं ही हाँ। कहता किड्डी बेशर्मी वाली गल है यार। तो इन्हां सारिਆਂ ਦੇ चुंगल चों तुसीं सारे जागे होए हो, समझे होए हो। तो जे तुसीं की गिद्धां वांगू बैठ के देखना तो बैठे करी जाओ, नहीं 2022 की लड़ाई लड़न वास्ते कमर कसे कस लो। तो वो लड़ाई जी दिल्ली वाली वो भी पोली ना पैण दो, बेनती आ उत्थे जिन्ने भरा टाइम कढ़ के जा सकते हो ना पहुँचो जरूर, क्योंकि जो वो लड़ाई हार गए तो अद्धे का हौसला उही टुट जाना, क्योंकि इदू वड्डा असीं कर की सकते हैं। वो अंदोलन जितना बहुत जरूरी आ, उन्होंने भी मजबूत करना पऊ, पर नाल नाल घरे चोर ना बाड़ लईए दे वास्ते भी तकड़े होकर सिर जोड़ लो। तो जिहड़े भरा सहमत हो एक अंदोलन पंजाब 'च चलाया होया, हुण मुद्दे की राजनीति शुरू हुई आ, वो असीं सारिਆਂ ਨੂੰ घेर के मुद्दों से लैके आउणा। आउण वाले टाइम 'ਚ 6 मुद्दे छेड़ांगे। तो पहला मुद्दा छेड़ चुके हैं 15 अगस्त ਨੂੰ बाई जी वर्गिਆਂ ने कि आपदे पिंड 'ਚ शुरुआत करती आ, ते थोड़े अज शुरुआत करनी है। एक वो मुद्दा समझो की आ, लास्ट गल है हुण बुढ़ापा पेंशन आ, विधवा पेंशन आ जां अंगहीन पेंशन आ, ये वो वर्ग नाल जुड़ी हुई है जिहड़े बेचारे आपदी लड़ाई भी नहीं लड़ सकते, ना तो बुढ़ापा पेंशन वाले लड़ सकते, ना विधवावां लड़ सकदियां, ना अंगहीन लड़ सकते हैं। हुण इन्हां बंदियां नाल डाका मारिया सरकार ने, 7 महीनों दी पेंशनां दब गई लो सरकार, इन्हां ने किहड़ा रौला पाउणा। 5000 रुपया हरेक बंदे दा बनदा ते 22 लाख लोगों का ढिड जुड़िया हुआ उहदे नाल। ਉਹ ਮੁੱਦੇ ਤੇ ਸਰਕਾਰ ਨੂੰ ਘੇਰਿਆ। ਹੁਣ ਉਹਦੇ ਤੇ ਰਾਜਵਿੰਦਰ ਸਿੰਘ ਬੈਂਸ ਆ ਜਿਹੜੇ ਜਸਟਿਸ ਅਜੀਤ ਸਿੰਘ ਬੈਂਸ ਦੇ ਬੇਟੇ ਸੀ, ਕੇਸ ਵੀ ਦਰਜ ਕਰਨ ਜਾ ਰਹੇ ਆ। ਉਹਦੇ ਤੇ ਇੱਕ ਥਾਲ ਖੜਕਾਓ ਅੰਦੋਲਨ ਵਿੱਢਿਆ, ਮੋਦੀ ਵਾਲਾ ਥਾਲ ਨਹੀਂ ਖੜਕਾਉਣਾ। ਇਹ ਥਾਲ ਪਹਿਲਾਂ ਵੀ ਖੜਕਵਾਇਆ ਗਿਆ ਸੀ ਸਾਡੇ ਇੱਕ ਸਾਥੀ ਵੱਲੋਂ, ਬਾਈ ਬਲਵਿੰਦਰ ਸਿੰਘ ਵੱਲੋਂ, ਜਿਹਦੇ ਕਰਕੇ 250 ਤੋਂ 750 ਪੈਨਸ਼ਨ ਹੋ ਗਈ ਸੀ। ਰੌਲਾ ਕੀ ਆ ਵੀ ਸਰਕਾਰਾਂ ਇੱਕ ਚੀਜ਼ ਤੋਂ ਡਰਦੀਆਂ ਨੇ, ਸਰਕਾਰਾਂ ਧਰਨਿਆਂ ਤੋਂ ਨਹੀਂ ਡਰਦੀਆਂ, ਨਾ ਸਰਕਾਰਾਂ ਕੀ ਆ ਰੋਸ ਮਾਰਚਾਂ ਤੋਂ ਡਰਦੀਆਂ। ਸਰਕਾਰਾਂ ਡਰਦੀਆਂ ਵੀ ਲੋਕਾਂ 'ਚ ਕੋਈ ਪਬਲਿਕ ਓਪੀਨੀਅਨ ਕ੍ਰੀਏਟ ਨਾ ਹੋਵੇ, ਵੀ ਲੋਕ ਜਾਗਣ ਨਾ। ਤਾਂ ਉਦੋਂ ਨਾਰਾ ਦਿੱਤਾ ਗਿਆ ਸੀ ਪੈਨਸ਼ਨ ਦੀ ਸਭ ਨੂੰ ਵੰਡ ਕਰੋ ਜਾਂ ਖੁਦ ਵੀ ਲੈਣੀ ਬੰਦ ਕਰੋ। ਇਹ ਨਾਰਾ ਕੀ ਆ ਹਰੇਕ ਦੇ ਦਿਮਾਗ 'ਤੇ ਸਿੱਧਾ ਹਿੱਟ ਕਰਦਾ ਸੀ। ਹੁਣ ਕਿਉਂ ਕਰਦਾ? ਹੁਣ ਕੱਲ ਵੀ ਨਾ ਸਾਡੇ ਨਾਲ ਇੱਕ ਬੁੱਧੀਜੀਵੀ ਸੀ, ਉਹ ਗੱਲ ਬੜੀ ਜ਼ਰੂਰੀ ਆ। ਉਹ ਬੁੱਧੀਜੀਵੀ ਸਾਨੂੰ ਕਹਿਣ ਲੱਗ ਗਏ, ਕਹਿੰਦੇ ਯਾਰ ਤੁਸੀਂ ਗਲਤ ਹੋ, ਪੈਨਸ਼ਨ ਨਹੀਂ ਹੋਣੀ ਚਾਹੀਦੀ। ਮੈਂ ਕਿਹਾ ਵੀ ਕਿਉਂ ਨਹੀਂ ਹੋਣੀ ਚਾਹੀਦੀ? ਨਹੀਂ ਕਹਿੰਦੇ ਲੋਕ ਮੰਗਤੇ ਬਣਾਤੇ। ਮੈਂ ਕਿਹਾ ਜੀ ਤੁਸੀਂ ਰਿਟਾਇਰ ਕੀ ਹੋਏ ਹੋ? ਕਹਿੰਦਾ ਪ੍ਰੋਫੈਸਰ ਰਿਟਾਇਰ ਹੋਇਆ। ਮੈਂ ਕਿਹਾ ਕਿੰਨੀ ਤਨਖਾਹ ਲੈਂਦੇ ਸੀ? ਕਹਿੰਦਾ 2 ਲੱਖ। ਮੈਂ ਕਿਹਾ ਕਿੰਨੀ ਪੈਨਸ਼ਨ ਆ? ਕਹਿੰਦੇ ਮੇਰੀ 90,000 ਦੇ ਕਰੀਬ ਪੈਨਸ਼ਨ ਆ ਉਹਨਾਂ ਦੀ। ਮੈਂ ਕਿਹਾ ਫਿਰ ਦੇਸ਼ ਦੀ ਸੇਵਾ ਤੁਸੀਂ ਇਕੱਲਿਆਂ ਨੇ ਕੀਤੀ ਆ? ਹੁਣ ਬਾਈ ਜੀ ਦੇਸ਼ ਦੀ ਸੇਵਾ ਜਿਹੜੇ ਬੰਦੇ ਨੇ ਲੈਟਰ ਪਾਇਆ ਗੁਰੂ ਘਰ ਦਾ, ਉਹਨੇ ਵੀ ਦੇਸ਼ ਦੀ ਸੇਵਾ ਕੀਤੀ ਆ। ਜਿਹਨੇ ਸੜਕ ਬਣਾਈ ਆ ਬਾਹਰ ਜਾਂਦੀ, ਉਹਨੇ ਵੀ ਦੇਸ਼ ਦੀ ਸੇਵਾ ਕੀਤੀ ਆ। ਜਿਹਨੇ ਸੱਪਾਂ ਦੀਆਂ ਖੱਡਾਂ 'ਚ ਪੈਰ ਮਾਰੇ ਆ ਨਾ ਰਾਤ ਨੂੰ ਤੇ ਦੇਸ਼ ਦਾ ਢਿੱਡ ਭਰਿਆ, ਉਹਨੇ ਵੀ ਦੇਸ਼ ਦੀ ਸੇਵਾ ਕੀਤੀ ਆ। GDP 'ਚ ਉਹਨੇ ਵੀ ਹਿੱਸਾ ਪਾਇਆ। ਹੁਣ ਇੱਕ ਕੀ ਆ DCI SSP ਆ, ਉਹ ਪੜ੍ਹਿਆ ਲਿਖਿਆ ਸੀ, ਉਹਨੇ ਅਸੀਂ ਕਮਰੇ 'ਚ ਬੈਠੇ ਨੇ ਨੌਕਰੀ ਕੀਤੀ, ਪਰ ਤਨਖਾਹ ਵੀ ਬਹੁਤ ਸੀ ਉਹਦੀ। ਤੇ ਰਿਟਾਇਰ ਹੋਣ ਤੋਂ ਬਾਅਦ ਅੱਧੀ ਤਨਖਾਹ ਕੀ ਆ, ਤਨਖਾਹ ਦਾ ਅੱਧ ਪੈਨਸ਼ਨ ਮਿਲਣ ਲੱਗ ਗਿਆ। ਤੇ ਪਰ ਸਾਡੇ ਬਜ਼ੁਰਗਾਂ ਨੇ ਕਿਹੜਾ ਕੁਝ ਕੀਤਾ ਨਹੀਂ। ਜਿੰਨੇ ਬੈਠੇ ਹੋ ਬਾਪੂ ਜੀ, ਸਾਰੀ ਉਮਰ ਤੁਸੀਂ ਵੀ ਘੱਟਾ ਤਾਂ ਢੋਏ ਹੀ ਆ, ਕੰਮ ਤਾਂ ਕੀਤਾ ਹੀ ਆ। ਫਿਰ ਤੁਹਾਡਾ ਵੀ ਪੈਨਸ਼ਨ ਦਾ ਹੱਕ ਬਣਦਾ, ਕੋਈ ਸਾਨ ਨਹੀਂ ਸਰਕਾਰ ਦਾ। ਤੇ ਉਹ ਪੈਸਾ ਕਿਹਦਾ? ਸਾਡਾ ਪੈਸਾ ਯਾਰ। ਉਸੇ ਪੈਸੇ ਨਾਲ ਬਾਦਲ ਕੇ ਲੈਣ 8-10 ਪੈਨਸ਼ਨਾਂ ਲਈ ਜਾਣ। ਤੇ ਸਾਡੇ ਬਜ਼ੁਰਗਾਂ ਵਾਸਤੇ ਸ਼ਰਤਾਂ ਰੱਖਤੀਆਂ। ਪਹਿਲੀ ਸ਼ਰਤ ਕੀ ਆ ਸਾਡੇ ਤੇ? ਪਹਿਲੀ ਸ਼ਰਤ ਰੱਖਦੀ ਵੀ ਉਮਰ ਘੱਟੋ ਘੱਟ 65 ਸਾਲ ਹੋਵੇ। ਤੇ ਘਬਾਏ ਦਾ ਮੁੰਡਾ 25 ਸਾਲ ਦਾ ਬਣ ਗਿਆ MLA, ਤੇ 30 ਸਾਲ ਦੀ ਪੈਨਸ਼ਨ 75,000। ਕਿੱਡਾ ਕੁ ਮਾਰਕਾ ਮਾਰਿਆ ਉਹਨੇ। ਫਿਰ ਸਾਡੇ ਤੇ ਸ਼ਰਤਾਂ ਕੀ ਰੱਖੀਆਂ ਇਹਨਾਂ ਨੇ ਬੁਢਾਪਾ ਪੈਨਸ਼ਨ ਵਾਸਤੇ? ਹੁਣ ਦੂਜੀ ਸ਼ਰਤ ਸਾਡੇ ਤੇ ਕੀ ਆ? ਸੋਚਣ ਵਾਲੀ ਗੱਲ ਆ, 2.5 ਏਕੜ ਜ਼ਮੀਨ ਦੀ ਰੱਖਤੀ। ਹੁਣ ਸ਼ਰਮ ਆਉਣੀ ਚਾਹੀਦਾ ਵੀ ਬਾਦਲ ਕੈਪਟਨ ਕੋਲੇ 2.5 ਏਕੜ ਜ਼ਮੀਨ ਹੈ ਨਹੀਂ ਯਾਰ। ਪੈਨਸ਼ਨ ਹਰੇਕ ਦਾ ਹੱਕ ਆ ਬਜ਼ੁਰਗ ਦਾ। ਹੁਣ ਫੋਰਨ ਕੰਟਰੀ 'ਚ ਤੁਹਾਡੇ ਜਵਾਕ ਗਏ ਹੋਣਗੇ, ਉੱਥੇ ਬਾਹਰਲਾ ਕੋਈ ਮੁਲਕ ਨਹੀਂ ਜਿਹੜਾ ਆਪਦਾ ਬੁਢਾਪਾ ਨਹੀਂ ਸਾਂਭਦਾ।
हरेक मुल्क की आ पेंशन दिंदा, क्यों दिंदा? क्योंकि 60 साल वो बंदे ने सरकार का की ढिड भरिया, खजाना भरिया, सारी उम्र टैक्स दिता। जिन्ने बैठे हो सारे तड़के तो लैके आथण तक जिन्ना खाने पीने हो हरेक चीज़ ते टैक्स आ। तो तुसीं सरकार का ढिड भरी जाने हो। दिहाड़ी वाला बंदा 300 रुपया दिहाड़ी कमाउंदा, जो 125 रुपया टैक्स दिंदा दिहाड़ी वाला बंदा, तो सारिਆਂ ਦਾ पेंशन का हक आ। इस करके ਉਹਦੇ ते की आ थाल खड़काओ मुहिम चलाई हुई आ। जे तुसीं मंनदे हो भी उन्हां दी लड़ाई लड़नी जरूरी आ ते सरकार नूं एक होर अल्टीमेटम दिता गया। हुण साडे ते मापदंड कोई नहीं। एक DC रिटायर हुंदा 60 सालां दा, जिन्नी तनख्वाह ਉਹਦਾ अद्ध पेंशन, ते एक अनपढ़ बंदे की दिहाड़ी तय करती सरकार ने पौने 300 रुपया। जे ਉਹਦਾ अद्ध भी मन के चलीए तो बापू जी घट्टो घट्ट 5000 रुपया पेंशन बजुर्गों की चाहिए आ, तो 750 दंदियां का भी ढिड दुखी जाता। तो वो वास्ते एक थाल खड़काओ अंदोलन वास्ते बेनती आ, भरा खड़ जो थाल गड्डी च है वो फड़ के एक फोटो करानी है, तो फोटो CM के घरे रोज़ भेजी जाती है। पहला भी भेजियां सी, पहला भी अंदोलन किया सी। ਉਹਦਾ मकसद यही सी भी लोगों के विच की वो गल जा सके। तो तुहाडे जिहड़े नौजवान भरा बैठे हो, एक लोक अधिकार लहर का फेसबुक ते पेज बनया पिया, वो पेज नूं फॉलो जरूर कर लिओ। तो वो जिहड़ी पोस्ट पैंदी आ, जिहदा नाल खड़ के लड़न नूं तैयार होंदा वीर बन के लड़ो यार। जे नहीं लड़ सकते होर पोस्टां बथेरियां शेयर कर दो, तड़के वो पोस्ट शेयर कर दिया करो, पढ़ लिया करो एक बारी, जे चंगी लगे तो उन्होंने शेयर जरूर कर दिया करो, ताकि थोड़े सहयोग नाल कोई होर भरा साडे नाल जुड़ सके। एक नंबर बोलदा नौजवान भरा ते होर जिहड़े बजुर्ग बैठे, एक नंबर नोट कर लिओ। नंबर बाई जी फोन कढ़ के एक नंबर नोट कर लो, लास्ट 76 965 00 839 339। इस नंबर ते दुआरे बोल देना 76 965 00 839 339 39। ये नंबर ते कोई भी WhatsApp मैसेज भेजोगे ना, थोड़ा एक फार्म आऊगा। वो फार्म से 7 जिम्मेवारियां ने, वो जो कोई एक जिम्मेवारी चक लिओ। हुण बहुत भरा 7-7 जिम्मेवारियां भी चक्कन नूं तैयार ने। की कर सकते हो तुसीं? घर बैठे आपकी जिम्मेवारी आपे तय करनी आ। उस तरीके नाल तुहानूं फोन करके असीं पुछांगे जिवें सहयोग दे सकते हो, किस तरीके का दे सकते हो। बेशक तड़के उठ के पोस्ट ही शेयर कर दिओ। जिहड़ा टाइम कढ़ सकदा पिंड लैवल ते पिंड लैवल ते इकट्ठे हो जाओ, जिहड़ा हलके लैवल ते काम कर सकदा, जिहड़ा पंजाब लैवल ते काम कर सकदा। लास्ट बेनती यही है कि जिम्मेवारियां चक लांगे बच रहांगे, क्योंकि जिम्मेवारियां चकणियां लाशां चक्कण तो सौखियां ने। मैं लाश चक्की भी आपदे दी। ਤੁਹਾਨੂੰ ਬੇਨਤੀ ਕਰਦੇ ਹਾਂ, ਲੋਕ ਅਧਿਕਾਰ ਲਹਿਰ 'ਚ ਅਸੀਂ ਕੋਈ ਬਣ ਨਹੀਂ ਨਿਕਲੇ ਤੇ ਨਾ ਹੀ 2022 'ਚ ਕੋਈ ਅਸੀਂ ਉਮੀਦਵਾਰ ਹੋਣਾ। ਇਹ ਕਹਿ ਕੇ ਤੁਰੇ ਹਾਂ, ਓਪਨਲੀ ਅਸੀਂ ਐਲਾਨ ਕਰਦੇ ਹਾਂ। ਅਸੀਂ ਇੱਕ ਕੀ NGO ਦੇ ਵਿੱਚ ਕੰਮ ਕਰਾਂਗੇ, ਪਰ ਇੱਕ ਵਿੰਗ ਖੜਾ ਕਰਕੇ ਇੱਕ ਇਲੈਕਸ਼ਨ ਜ਼ਰੂਰ ਲੜਾਂਗੇ। ਉਹ ਤੁਹਾਡੇ ਸਹਿਯੋਗ ਨਾਲ ਲੜਾਂਗੇ ਜੇ ਸਹਿਯੋਗ ਕਰਨ ਨੂੰ ਤਿਆਰ ਹੋ। ਕਿੰਨੇ ਭਰਾ ਜਿਹੜੇ ਸਹਿਯੋਗ ਕਰਨ ਨੂੰ ਤਿਆਰ ਆ ਬਾਈ ਜੀ, ਬਾਂਹ ਖੜੀ ਕਰਕੇ ਦੱਸਿਓ। ਸਾਰੇ ਤਿਆਰ ਹੋ? ਬੇਨਤੀ ਹੈ ਇੱਥੇ ਨੰਬਰ ਲਿਖਾ ਕੇ ਜਾਓ ਨੌਜਵਾਨ ਜਿਹੜੇ ਵੀਰ ਹੋ, ਤੇ ਇਸ ਥਾਲ ਖੜਕਾਉਣ ਅੰਦੋਲਨ 'ਚ 1-2 ਪਿੰਡ ਨਾਲ ਦੇ ਕੱਢ ਲਿਓ। ਕਿਸੇ ਪਿੰਡ 'ਚ ਜਾ ਕੇ ਗੁਰੂ ਘਰ ਸੱਦਾ ਦੇ ਦਿਓ, ਭਾਈ ਬੁਢਾਪਾ ਵਿਧਵਾ ਅੰਗਹੀਨ ਪੈਨਸ਼ਨ ਵਾਲੇ ਉਹਨਾਂ ਦਾ 5000 ਬਕਾਇਆ ਜਿਹਨੇ ਲੈਣਾ ਗੁਰੂ ਘਰ ਆ ਜੇ। ਤੇ ਆਉਣ ਤੋਂ ਬਾਅਦ ਉਹਨੂੰ 5 ਮਿੰਟਾਂ ਦੇ ਵਿੱਚ ਇਕੱਲੀ ਪੈਨਸ਼ਨ ਵਾਲਾ ਮੁੱਦਾ ਸਮਝਾਉਣਾ ਵੀ ਤੁਹਾਡਾ ਹੱਕ ਕਿਉਂ ਬਣਦਾ। ਤੁਸੀਂ ਦੇਸ਼ ਦਾ ਢਿੱਡ ਭਰਦੇ ਹੋ ਕਿ ਦਿਹਾੜੀਦਾਰ ਬੰਦਾ ਵੀ ਟੈਕਸ ਦਿੰਦਾ, ਉਹਦੇ 'ਚੋਂ ਤੁਹਾਨੂੰ ਮਿਲਣਾ ਤੁਹਾਡਾ ਹੱਕ ਬਣਦਾ ਕੋਈ ਆਸਾਨ ਨਹੀਂ ਹੈ। ਸਰਕਾਰ ਨੇ 1500 ਜਿਹੜੀ ਪੈਨਸ਼ਨ ਕੀਤੀ ਉਹਦੇ ਚੈੱਕ ਬਣਾਉਣ ਦਾ ਆਰਡਰ ਦਿੱਤਾ, 27 ਲੱਖ ਕਹਿੰਦਾ ਚੈੱਕ ਕੱਟੋ, ਤੇ ਉਹ ਵਿਚਾਰੇ ਡਾਇਰੈਕਟਰ ਦੀ ਚੀਕ ਨਿਕਲੀ ਪਈ ਆ। ਉਹ ਕਹਿੰਦਾ ਯਾਰ ਸਾਨੂੰ ਬਚਾ ਲਓ, ਜੇ ਕਹਿੰਦਾ ਮਾੜਾ ਮੋਟਾ ਕਹਿ ਦਿਓ। ਉਹ ਬੰਦੇ ਵੀ ਸੰਪਰਕ ਕਰ ਰਹੇ ਆ ਵਿੱਚ ਮਹਿਕਮੇ ਦੇ, ਕਿਉਂਕਿ ਉਹ ਚੈੱਕ ਤੁਹਾਨੂੰ ਘਰੋਂ ਘਰੀ ਆ ਕੇ ਵੰਡ ਕੇ ਸਾਨ ਕਰਨਗੇ ਵੀ ਅਸੀਂ ਦਿੰਨੇ ਆ, ਤੇ ਕੈਪਟਨ ਕੋਈ ਆਪਦੇ ਘਰੋਂ ਨਹੀਂ ਦੇਣ ਲੱਗਿਆ ਸਾਡਾ ਰੁਪਈਆ ਹੋ ਜਾ। ਸਾਨ ਮੰਨਣ ਦੀ ਲੋੜ ਨਹੀਂ। ਇਸ ਕਰਕੇ ਲੋਕਾਂ ਨੂੰ ਅਹਿਸਾਸ ਕਰਾਓ। ਤੇ ਇੱਕ ਤਸਵੀਰ ਕਰਾਂਗੇ ਥਾਲ ਖੜਕਾਉਣ ਦੀ। ਇੱਕੋ ਬੇਨਤੀ ਕਰਦਾ ਵੀ ਥਾਲ ਖੜਕਾਉ ਅੰਦੋਲਨ 'ਚ ਵੀ ਉਹ ਬਜ਼ੁਰਗ ਉਹ ਨੌਜਵਾਨ ਭਰਾ ਖੜੇ ਹੋ ਜਿਨ੍ਹਾਂ ਨੇ ਪੁੱਛਾਂ ਮੁੜ ਕੇ ਕੀ ਆ ਫੜਦੀਆਂ ਨਹੀਂ ਉਹਨਾਂ ਦੀਆਂ। ਬੇਸ਼ੱਕ ਬੇਨਤੀ ਹੱਥ ਬੰਨ ਕੇ ਪਹਿਲਾਂ ਚਲੇ ਜਾਇਓ, ਫੋਟੋ 'ਚ ਨਾ ਖੜਿਓ। ਫੋਟੋ 'ਚ ਭਾਵੇਂ 5 ਬੰਦੇ ਵੀ ਪਿੰਡ 'ਚੋਂ ਖੜ ਜਾਓਗੇ ਸਾਨੂੰ ਮਨਜ਼ੂਰ ਆ, ਕਿਉਂਕਿ ਸਾਰਾ ਪਿੰਡ ਨਹੀਂ ਜਾਗਦਾ। ਪਿੰਡ 'ਚੋਂ 5 ਬੰਦੇ ਵੀ ਜਾਗ ਜਾਣ ਬਾਈ, ਪਿੰਡ ਦੇ ਭਾਗ ਜਾਗ ਜਾਣਗੇ। ਪਿੰਡ ਸਾਰਾ ਸਾਥ ਦੇਊਗਾ, ਇਹ ਗਰੰਟੀ ਆ। ਲੋਕ ਤਿਆਰ ਨੇ, ਅੱਜ ਅਗਵਾਈ ਕਰਨ ਨੂੰ ਤਿਆਰ ਹੋ ਜਾਓ ਯਾਰ ਆਪ। ਇਸ ਕਰਕੇ ਕੋਈ ਵੀ ਭਰਾ ਜਿਹੜੇ ਨੇ ਮਗਰੋਂ ਫਿਰ ਪੁੱਛਾਂ ਫੜਨੀਆਂ ਜਾਂ ਉਹਨਾਂ ਮਗਰ ਜਾਣਾ, ਬੇਸ਼ੱਕ ਚਲਿਆ ਜਾਵੇ। ਤੇ ਦੂਜੇ ਭਰਾ ਖੜ ਕੇ ਨੰਬਰ ਵੀ ਲਿਖਾ ਕੇ ਜਾਇਓ ਜਿਹੜੇ ਨੌਜਵਾਨ ਵੀਰੋ, ਤੁਹਾਨੂੰ ਸੁਨੇਹਾ ਆਉਂਦਾ ਰਹੂਗਾ। ਤੇ ਦੂਜੇ ਇੱਕ ਥਾਲ ਖੜਕਾਓ ਦੇ ਵਿੱਚ ਪਾਰਟੀਸਪੇਟ ਕਰੋਗੇ ਜਿਹੜਾ, ਉਹ ਤੁਹਾਨੂੰ ਬੇਨਤੀ ਆ। ਕੋਈ ਸਵਾਲ ਹੈਗਾ ਪਹਿਲਾਂ ਸਵਾਲ ਕਰ ਸਕਦੇ ਹੋ ਬਈ। ਕੋਈ ਸਵਾਲ ਹੁੰਦਾ ਬਈ ਮਗਰੋਂ ਇਹ ਨਾ ਕਹਦੇ ਵੀ ਇਹਦਾ ਸਿਆਸੀ ਸੀ, ਮੈਂ ਤਾਂ ਜਮਾ ਸਿਆਸੀ ਬੰਦਾ ਭਾਈ। ਜੇ ਸਿਆਸਤ ਬਿਨਾਂ ਤੁਹਾਨੂੰ ਲੱਗਦਾ ਵੀ ਸਾਡਾ ਕੁਝ ਸਬਰ ਜੂਆ, ਕਿਉਂਕਿ ਪਾਣੀ ਦਾ ਜਾੜਿਆ ਪਾਣੀ ਸਵਾਰੂਗਾ, ਯਾਦ ਰੱਖਿਓ।
ਉਹ ਬਜ਼ੁਰਗ ਸਾਰੇ ਸਹਿਮਤ ਵੀ ਹੋਣਗੇ, ਆਪਾਂ ਸਾਰੇ ਸਹਿਮਤ ਹਾਂ, ਠੀਕ ਹੈ ਨਾ। ਇਸ ਕਰਕੇ ਬੇਨਤੀ ਆ, ਖੇਤੀਬਾੜੀ ਸਟੇਟ ਲਿਸਟ ਆ ਸਾਡੀ, ਕਾਨੂੰਨ ਵਾਪਸ ਕਰਾ ਕੇ ਵੀ ਆ ਕੇ ਉੱਜੜ ਜਾਾਂਗੇ ਜੇ ਫੇਰ 22 'ਚ ਬਿਠਾਤੇ, ਕਿਉਂਕਿ ਬਚਾਉਣਾ ਤਾਂ ਸਾਨੂੰ ਰਾਜ ਸਰਕਾਰ ਨੇ ਆ, ਸਟੇਟ ਸਰਕਾਰ ਨੇ। ਤੇ ਖੇਤੀਬਾੜੀ ਪੰਜਾਬ ਦੀ ਬਚਾਉਣੀ ਡੱਕਾ ਵੀ ਔਖਾ ਕੰਮ ਨਹੀਂ। ਤੇ ਇੱਕ ਯਾਦ ਰੱਖਿਓ ਵੀ ਡਰਨ ਦੀ ਲੋੜ ਨਹੀਂ, ਖੇਤੀਬਾੜੀ ਕਦੇ ਫੇਲ ਨਹੀਂ ਹੁੰਦਾ ਕਿੱਤਾ, ਇਹੋ ਜਿਹਾ ਕਿੱਤਾ। ਇਹ ਤੇ ਅੱਖ ਵੀ ਕਾਰਪੋਰੇਟਾਂ ਦੀ ਤਾਂ ਹੀ ਆ। ਕੱਲੀ ਜ਼ਮੀਨ ਬਚ ਗਈ ਨਾ ਸਾਡੀ, ਹੁਣ ਬਾਹਰ ਭੇਜ ਭੇਜ ਕੇ ਜ਼ਮੀਨਾਂ ਅਸੀਂ ਵੇਚੀ ਦਾ ਜਾਂਦੇ ਆ, ਪਰ ਇਹ ਧਰਤੀ ਦੇ ਲੋਕ ਮੈਂ ਕਹਿਣਾ ਕੀ ਆ, ਰਹਿਣ ਕੰਨਿਓ ਤਰਸਣਗੇ। ਯਾਦ ਰੱਖਿਓ, ਆਪਣੇ ਚਾਹੇ ਤਾਂ ਆਪਣੇ ਸਹਿਯੋਗ ਨਾਲ, ਚਾਹੇ ਕੋਈ ਵੀ ਬੰਦਾ ਕਰੂ ਆਉਣ ਵਾਲੇ ਟਾਈਮ 'ਚ, ਇਹ ਧਰਤੀ ਤੋਂ ਚੰਗੀ ਦੁਨੀਆ ਤੇ ਧਰਤੀ ਨਹੀਂ। ਇਹ ਬਣੂਗੀ, ਉਹਦੇ ਵਾਸਤੇ ਆਪਾਂ ਹੰਬਲਾ ਮਾਰੀਏ, ਆਪਾਂ ਕਿਉਂ ਨਾ ਆਪਦਾ ਨਾਂ ਲਿਖਾਈਏ। ਇਸ ਕਰਕੇ ਬੇਨਤੀ ਆ, ਗਗਨ ਬਾਈ ਥਾਲ ਕੱਢ ਲਿਓ ਉਹਦੇ 'ਚ, ਤੇ ਉਹ ਵੀਰ ਬਣ ਕੇ ਬੇਨਤੀ ਆ ਵੀ ਉਹ ਥਾਲ ਹੱਥ 'ਚ ਫੜ ਕੇ ਇੱਕ ਤਸਵੀਰ ਕਰਾਵਾਂਗੇ। ਜਿਹੜੇ ਬਜ਼ੁਰਗ ਬੈਠੇ ਨੇ ਬਾਪੂ ਜੀ, ਜਿਹੜੇ ਸਹਿਮਤ ਹੋ ਗੱਲ ਨਾਲ, ਉਹ ਪਿਛਲੇ ਪਾਸੇ ਖੜ ਜਾਓ, ਬੇਨਤੀ ਆ। ਤੇ ਜਿਹੜੇ ਨਹੀਂ ਸਹਿਮਤ ਹੈਗੇ ਬਾਈ ਗੱਲ ਨਾਲ, ਉਹ ਬੇਨਤੀ ਆ ਵੀਰ ਬਣ ਕੇ ਭਾਵੇਂ ਉੱਠ ਕੇ ਪਾਸੇ ਵੀ ਹੋ ਜਾਓ। ਜਿੰਨੇ ਕੁ ਤੁਰਨ ਨੂੰ ਤਿਆਰ ਹੋ, ਤੁਹਾਨੂੰ ਪਤਾ ਲੱਗ ਜੇ ਵੀ ਪਿੰਡ 'ਚੋਂ ਕਿੰਨੇ ਕੁ ਭਰਾ ਨਾਲ ਤੁਰਨਗੇ। ਇੰਨੀਆਂ ਕੁ ਬੇਨਤੀਆਂ ਕਰਦਾ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।